ਬਹੁਤ ਹੀ ਮਾਣਯੋਗ ਪ੍ਰਿੰਸੀਪਲ ਪ੍ਰੋਫੈਸਰ ਹਰਪ੍ਰੀਤ ਕੌਰ ਜੀ, IQAC ਦੇ ਇੰਚਾਰਜ ਕੋਆਰਡੀਨੇਟਰ ਡਾਕਟਰ ਲੋਕੇਸ਼ ਗੁਪਤਾ ਜੀ, ਪੰਜਾਬੀ ਵਿਭਾਗ ਦੇ ਸਾਰੀ ਸਮੂਹ ਫੈਕਲਟੀ ਅਤੇ ਇਸ ਪ੍ਰੋਗਰਾਮ ਦੇ ਪ੍ਰਬੰਧਕ ਦੇ ਨਾਲ ਅੱਜ ਦੇ ਇਸ ਵੈਬੀਨਾਰ ਦੇ ਵਿੱਚ ਜੁੜੇ ਹੋਏ ਹੋਰ ਅਧਿਆਪਕ ਅਤੇ ਵਿਦਿਆਰਥੀ, ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੈਨੂੰ ਸੁਣਨ ਵਾਸਤੇ ਆਪਣਾ ਟਾਈਮ ਕੱਢਿਆ। ਅਤੇ ਜਿਵੇਂ ਕਿ ਤੁਸੀਂ ਇਹ ਟੌਪਿਕ ਦੇਖਿਆ, ਅੰਡਰਸਟੈਂਡਿੰਗ ਇੰਡੀਅਨ ਨੌਲੇਜ ਟ੍ਰੈਡੀਸ਼ਨ, ਬੁਨਿਆਦੀ ਤੌਰ 'ਤੇ ਜਿਹੜੀ ਮੈਂ ਅੱਜ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਭਾਰਤੀ ਗਿਆਨ ਪਰੰਪਰਾ ਨੂੰ ਅਸੀਂ ਕਿਸ ਤਰ੍ਹਾਂ ਸਮਝਣਾ ਹੈ, ਕਿਉਂਕਿ ਭਾਰਤੀ ਗਿਆਨ ਪਰੰਪਰਾ ਜਿਹੜੀ ਹੈ, ਜਿਹਦਾ ਅਸੀਂ ਨਾਤਾ 8-10 ਹਜ਼ਾਰ ਸਾਲ ਪਹਿਲਾਂ ਤੋਂ ਜੋੜਦੇ ਹਾਂ। ਇਹਦੀ ਬਹੁਤ ਲੰਬੀ ਇੱਕ ਪਰੰਪਰਾ ਹੈ ਔਰ ਕਿਸ ਰੂਪ ਵਿੱਚ ਇਹ ਪਰੰਪਰਾ ਸਾਡੇ ਤੱਕ ਅੱਜ ਪਹੁੰਚਦੀ ਹੈ, ਇਹਦੇ ਬਹੁਤ ਸਾਰੇ ਪੱਖ ਹੈ, ਬਹੁਤ ਸਾਰੇ ਗੁਣ ਹੈ, ਕਿਉਂਕਿ ਸਾਰਾ ਗਿਆਨ ਔਰ ਇਸ ਪਰੰਪਰਾ ਦਾ ਜੋ ਅਸੀਂ ਜਿਸ ਨੂੰ ਭਾਰਤੀਅਤਾ ਕਹਿੰਦੇ ਹਾਂ, ਭਾਰਤ ਕਹਿੰਦੇ ਹਾਂ, ਉਹ ਸਾਰਾ ਕੁਛ ਇਸ ਭਾਰਤੀਅਤਾ, ਇਸ ਭੂਖੰਡ ਦਾ ਔਰ ਇਸ ਗਿਆਨ ਦਾ ਹਿੱਸਾ ਬਣ ਜਾਂਦਾ ਹੈ। ਪਰ ਜਿਵੇਂ ਡਾਕਟਰ ਲੋਕੇਸ਼ ਗੱਲ ਕਰ ਰਹੇ ਸੀਗੇ ਕਿ ਕੁਛ ਸ਼ਾਇਦ ਕੰਟਰਾਡਿਕਸ਼ਨਸ ਉਹਨਾਂ ਨੂੰ ਲੱਗ ਰਹੀਆਂ, ਔਰ ਡਾਕਟਰ ਹਰਪ੍ਰੀਤ ਕੌਰ ਜੀ ਨੇ ਵੀ ਬਹੁਤ ਸੋਹਣੀ ਗੱਲ ਕੀਤੀ ਕਿ ਕਿਹੜੀਆਂ ਚੀਜ਼ਾਂ, ਕਿਹੜੇ ਪੱਖ ਜਿਹੜੇ ਸਾਡੇ ਆਪਣੇ ਹੈ, ਜਿਹਨੂੰ ਅਸੀਂ ਆਪਣਾ ਕਹਿੰਦੇ ਹਾਂ, ਆਪਣੀ ਪਰੰਪਰਾ ਦਾ ਹਿੱਸਾ ਕਹਿੰਦੇ ਹਾਂ, ਜਿਹੜਾ ਵੈਸਟ ਦਾ ਹਿੱਸਾ ਨਹੀਂ ਹੈ। ਸੋ ਇਹਨਾਂ ਗੱਲਾਂ ਦੇ ਉੱਤਰ ਸਾਨੂੰ ਤਾਂ ਮਿਲ ਸਕਦੇ ਆ ਕਿ ਜੇ ਅਸੀਂ ਇਸ ਚੀਜ਼ ਨੂੰ ਪਹਿਲਾਂ ਸਮਝੀਏ ਕਿ ਭਾਰਤੀ ਗਿਆਨ ਪਰੰਪਰਾ ਹੈ ਕੀ ਚੀਜ਼। ਸਾਰਾ ਕੁਝ ਉਸ ਦੇ ਦਾਇਰੇ ਦੇ ਵਿੱਚ ਆਉਂਦਾ ਵੀ ਹੈ ਅਤੇ ਅਸੀਂ ਉਹਨੂੰ ਇੱਕ ਖਾਸ ਬਿੰਦੂ 'ਤੇ ਘਟਾ ਕੇ ਵੀ ਨਹੀਂ ਦੇਖ ਸਕਦੇ। ਤਾਂ ਇਹਦੇ ਉੱਤਰ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪਏਗਾ ਕਿ ਗਿਆਨ ਕੀ ਹੈ। ਭਾਰਤੀ ਪਰੰਪਰਾ ਦੇ ਵਿੱਚ ਗਿਆਨ ਕਿਸ ਚੀਜ਼ ਨੂੰ ਕਿਹਾ ਗਿਆ। ਗਿਆਨ ਦੀ ਜਿਹੜੀ ਸਭ ਤੋਂ ਪੁਰਾਣੀ ਪਰਿਭਾਸ਼ਾ ਜੇ ਅਸੀਂ ਦੇਖੀਏ ਤਾਂ ਵੇਦਾਂ ਦੇ ਵਿੱਚ ਜਿਹੜਾ ਔਰ ਉਪਨਿਸ਼ਦਾਂ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ, ਸਤਿਅਮ ਗਿਆਨਮ ਅਨੰਤਮ ਬ੍ਰਹਮਮ। ਇਹ ਬੜਾ ਇੱਕ ਸੂਤਰ ਵਾਕ ਹੈ ਜਿਹੜਾ ਬ੍ਰਹਮ ਦੀ ਪਰਿਭਾਸ਼ਾ ਵੀ ਹੈ ਅਤੇ ਗਿਆਨ ਦੀ ਪਰਿਭਾਸ਼ਾ ਵੀ ਹੈ। ਹੁਣ ਕਹਿੰਦੇ ਵੀ ਗਿਆਨ ਕੀ ਹੈ? ਗਿਆਨ ਉਸ ਪਰਮ ਸੱਤ ਦੀ ਅਨੁਭੂਤੀ ਹੈ ਜਿਹਨੂੰ ਅਸੀਂ ਬ੍ਰਹਮ ਕਹਿੰਦੇ ਹਾਂ। ਅਤੇ ਇਸ ਕਰਕੇ ਭਾਰਤੀ ਗਿਆਨ ਪਰੰਪਰਾ ਨੂੰ ਜੇ ਅਸੀਂ ਅੱਛੀ ਤਰ੍ਹਾਂ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਉਹ ਕੋਰ ਕੌਨਸੈਪਟ, ਉਹ ਜਿਹੜੀਆਂ ਬੁਨਿਆਦੀ ਗੱਲਾਂ ਸਾਨੂੰ ਪਤਾ ਹੋਣੀ ਚਾਹੀਦੀਆਂ, ਜਿਹੜਾ ਕਿ ਅਸੀਂ ਗਿਆਨ ਦੇ ਨਾਲ ਉਪਜਦੇ ਹਾਂ। ਮੈਂ ਇੱਥੇ ਇੱਕ ਦੋ ਜਿਹੜੀਆਂ ਮਾਨਤਾਵਾਂ ਸਾਡੀਆਂ ਉਹ ਤੁਹਾਡੇ ਸਾਹਮਣੇ ਪਹਿਲਾਂ ਕਲੀਅਰ ਕਰਦਾ ਕਿ ਇੱਥੇ ਧਰਮ ਸ਼ਬਦ ਜਦੋਂ ਵੀ ਮੈਂ ਵਰਤਾਂਗਾ ਉਹਦਾ ਮੀਨਿੰਗ ਰਿਲੀਜਨ ਤੋਂ ਨਹੀਂ ਹੈ, ਕਿਸੇ ਵੀ ਤਰ੍ਹਾਂ ਮਜ਼ਹਬ ਤੋਂ ਨਹੀਂ ਹੈ, ਨਾ ਰਿਲੀਜਨ ਤੋਂ ਹੈ। ਧਰਮ ਦਾ ਮੀਨਿੰਗ ਜੋ ਸਾਡੀ ਆਪਣੀ ਪਰੰਪਰਾ 'ਚ ਹੈ ਉਹ ਮੋਰਲ ਕੰਡਕਟ ਤੋਂ ਹੈ, ਜਿਸ ਦੇ ਨਾਲ ਅਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦੇ ਹਾਂ। ਦੂਸਰਾ, ਗਿਆਨ ਸ਼ਬਦ ਦਾ ਜਿਹੜਾ ਮੀਨਿੰਗ ਹੈ ਉਹ ਸਿਰਫ ਇਨਫੋਰਮੇਸ਼ਨ ਜਾਂ ਐਜੂਕੇਸ਼ਨ ਤੋਂ ਨਹੀਂ ਹੈ ਬਿਲਕੁਲ ਵੀ। ਗਿਆਨ ਜਿਹੜਾ ਹੈ ਉਸ ਜਿਹੜੇ ਬਿਲਕੁਲ ਬੁਨਿਆਦੀ ਸਾਡੇ ਹਜ਼ਾਰਾਂ ਸਾਲ ਪਹਿਲਾਂ ਦੇ ਪ੍ਰਸ਼ਨ ਹੈ ਵੀ ਸ੍ਰਿਸ਼ਟੀ ਕੀ ਹੈ, ਮਨੁੱਖਤਾ ਕੀ ਹੈ, ਸੰਸਾਰ ਔਰ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੁੰਦੀ ਹੈ, ਇਹ ਵਾਲੇ ਜਿਹੜੇ ਸਵਾਲ ਸੀਗੇ, ਇਹ ਕੁਐਸਚਨ ਸੀਗੇ, ਇਹ ਹਜ਼ਾਰਾਂ ਸਾਲ ਪਹਿਲਾਂ ਇਸ ਮਾਨਵਤਾ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਆਉਂਦੇ ਰਹੇ। ਜਦੋਂ ਤੋਂ ਚੇਤਨਾ ਆਈ ਹੈ, ਲੋਕਾਂ ਨੂੰ ਸੋਚਣਾ ਸ਼ੁਰੂ ਕੀਤਾ, ਤਾਂ ਸਭ ਤੋਂ ਪਹਿਲਾ ਪ੍ਰਸ਼ਨ ਇਹੀ ਆਇਆ ਕਿ ਮੈਂ ਕੀ ਹਾਂ, ਇਹ ਸੰਸਾਰ ਕੀ ਹੈ, ਅਤੇ ਜੇ ਅਸੀਂ ਮੈਂ ਔਰ ਸੰਸਾਰ ਵੀ ਹੈ ਤਾਂ ਇਹਨੂੰ ਬਣਾਇਆ ਕਿਹਨੇ ਆ। ਇਹ ਬੁਨਿਆਦੀ ਸਵਾਲ ਸੀਗੇ। ਸਾਡੇ ਉਪਨਿਸ਼ਦਾਂ ਦੇ ਵਿੱਚ ਸਭ ਤੋਂ ਪੁਰਾਣਾ ਇੱਕ ਕਰੈਕਟਰ ਜਿਹਨੂੰ ਕਿਹਾ ਜਾਂਦਾ ਕਿ ਇਸ ਸਵਾਲ ਵਾਸਤੇ ਜਿਹੜਾ ਅੱਗੇ ਵਧਿਆ ਉਹ ਵਾਜਿਸ਼ਰਵਾ ਰਿਸ਼ੀ ਦਾ ਪੁੱਤਰ ਸੀਗਾ, ਨਚੀਕੇਤਾ। ਨਚੀਕੇਤਾ ਜਿਹੜਾ ਉਹ ਇਸ ਸਵਾਲ ਨੂੰ ਲੈ ਕੇ ਯਮ ਕੋਲ ਜਾਂਦਾ ਹੈ, ਜਿਹਨੂੰ ਅਸੀਂ ਮ੍ਰਿਤਿੂ ਦਾ ਦੇਵਤਾ ਕਹਿ ਦਿੰਦੇ ਹਾਂ। ਹੁਣ ਦੇਖੋ, ਜੇ ਤੁਸੀਂ ਜੀਵਨ ਦਾ ਇਸ ਸੰਸਾਰ ਦਾ ਆਨਸਰ ਲੈਣਾ ਤਾਂ ਤੁਹਾਨੂੰ ਮ੍ਰਿਤਿੂ ਦਾ ਸਵਾਲ ਸਾਹਮਣੇ ਆਉਂਦਾ ਹੈ ਕਿ ਮ੍ਰਿਤਿੂ ਕੀ ਹੈ। ਇੱਥੋਂ ਹੀ ਸਾਰਾ ਜਿਹੜਾ ਪ੍ਰਸ਼ਨ ਦਾ ਆਨਸਰ ਜਿਹੜਾ ਨਾ
ਉਹ ਯਮ ਮ੍ਰਿਤਿੂ ਦਾ ਦੇਵਤਾ ਜਿਹੜਾ ਡੈਥ ਹੈ ਉਹ ਦਿੰਦਾ ਹੈ। ਹੁਣ ਉਸ ਆਨਸਰ ਦੇ ਵਿੱਚੋਂ ਜੋ ਸਾਡਾ ਭਾਰਤੀ ਗਿਆਨ ਪਰੰਪਰਾ ਦਾ ਗਿਆਨ ਹੈ ਸੰਸਾਰ ਬਾਰੇ, ਸ੍ਰਿਸ਼ਟੀ ਬਾਰੇ ਔਰ ਮ੍ਰਿਤਿੂ ਦਾ ਕਨਸੈਪਟ, ਇਸ ਬਾਰੇ ਉਹ ਬਹੁਤ ਵੈਲ ਡਿਫਾਈਨਡ ਹੈ। ਨਚੀਕੇਤਾ ਦੇ ਕੋਲ ਤਿੰਨ ਸਵਾਲ ਜਿਹੜੇ ਨਾ ਨਚੀਕੇਤਾ ਯਮ ਨੂੰ ਪੁੱਛਦਾ। ਇੱਕ ਤਾਂ ਉਹਦੇ ਆਪਣੇ ਪਿਤਾ ਬਾਰੇ ਹੁੰਦਾ ਕਿ ਉਹਨੂੰ ਬਹੁਤ ਗੁੱਸਾ ਹੁੰਦਾ ਹੈ, ਕ੍ਰੋਧਿਤ ਹੋ ਜਾਂਦੇ ਵੀ ਮੈਂ ਚਾਹੁੰਦਾ ਕਿ ਉਹਨਾਂ ਨੂੰ ਰਾਜਾ ਬਣਾ ਦਿਓ ਤਾਂ ਕਿ ਉਹ ਚੰਗਾ ਦਾਨ ਕਰ ਸਕਣ। ਦੂਸਰੇ ਸਵਾਲ ਦੇ ਵਿੱਚ ਨਚੀਕੇਤਾ ਇਹ ਪੁੱਛਦਾ ਕਿ ਗਿਆਨ ਕਰਨ ਵਾਸਤੇ ਮੈਨੂੰ ਕੀ ਕਰਨਾ ਪਏਗਾ। ਦੇਖੋ ਉਹਦਾ ਇੰਨਾ ਇੰਟੈਲੀਜੈਂਟ ਸਵਾਲ। ਸਭ ਤੋਂ ਪਹਿਲਾਂ ਜਿਗਿਆਸੂ ਨਚੀਕੇਤਾ ਉਹ ਸਵਾਲ ਵੀ ਯਮ ਤੋਂ ਇਹ ਪੁੱਛ ਰਿਹਾ ਕਿ ਮੈਨੂੰ ਗਿਆਨ ਪ੍ਰਾਪਤ ਕਰਨ ਵਾਸਤੇ ਔਰ ਇਸ ਸ੍ਰਿਸ਼ਟੀ ਦੀ ਜਿਹੜੀ ਸਾਰੀ ਰਚਨਾ ਹੈ ਇਹਦਾ ਗਿਆਨ ਪ੍ਰਾਪਤ ਵਾਸਤੇ ਮੈਨੂੰ ਕਿਹੜਾ ਕਰਮ ਕਰਨਾ ਪਏਗਾ, ਕੀ ਕਰਨਾ ਪਏਗਾ। ਉਹਨੂੰ ਵੀ ਉਹਦਾ ਆਨਸਰ ਮਿਲ ਜਾਂਦਾ ਜਿਹੜਾ ਕਿ ਅਗਨੀ ਨਾਲ ਸੰਬੰਧਿਤ ਹੁੰਦਾ ਅਤੇ ਇਸ ਕਰਕੇ ਉਹਦਾ ਨਾਮ ਨਚੀਕੇਤਾ ਪੈਂਦਾ, ਜਿਹੜਾ ਕਿ ਅਗਨੀ ਦਾ ਇੱਕ ਹੋਰ ਨਾਮ ਸੀਗਾ। ਖੈਰ, ਅਸਲੀ ਸਵਾਲ ਉਹਦਾ ਜਿਹੜਾ ਸੀਗਾ ਤੀਸਰਾ, ਉਹ ਕਹਿੰਦਾ ਵੀ ਮੈਨੂੰ ਇਹ ਦੱਸੋ ਕਿ ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ, ਮ੍ਰਿਤਿੂ ਕੀ ਹੈ। ਇਸ ਆਨਸਰ ਵਾਸਤੇ ਜਿਹੜਾ ਯਮ ਹੈ ਉਹ ਕਹਿੰਦਾ ਵੀ ਇਹਦਾ ਆਨਸਰ ਹਜੇ ਤੇਰੀ ਉਮਰ ਨਹੀਂ ਹੈ, ਤੈਨੂੰ ਨਹੀਂ ਦੱਸ ਸਕਦੇ, ਪਰ ਇਹਦਾ ਆਨਸਰ ਜਿਹੜਾ ਦੇਵਤਿਆਂ ਨੂੰ ਵੀ ਨਹੀਂ ਪਤਾ ਵੀ ਇਹਦੀ ਜਗ੍ਹਾ ਤੂੰ 3 ਵਾਰ ਹੋਰ ਮੰਗ ਲੈ। ਪਰ ਉਹ ਇੰਨਾ ਜਿਗਿਆਸੂ ਸੀਗਾ, ਉਹ ਹਰ ਚੀਜ਼ ਨੂੰ ਮਨਾ ਕਰਕੇ ਆਖਿਰਕਾਰ ਕਹਿੰਦਾ ਵੀ ਮੈਨੂੰ ਇਹਦਾ ਰਹੱਸ ਦੱਸੋ। ਹੁਣ ਦੇਖੋ ਇਹ ਕਹਾਣੀ, ਇਹ ਟੈਕਨੀਕ ਸਾਡੀ ਉਪਨਿਸ਼ਦਾਂ ਦੀ ਇੱਕ ਟੈਕਨੀਕ ਸੀ ਕਿ ਅਸੀਂ ਗਿਆਨ ਨੂੰ ਜਿਗਿਆਸਾ ਦੇ ਨਾਲ ਪ੍ਰਾਪਤ ਕਰਨਾ ਹੈ। ਸੋ ਗਿਆਨ ਇੱਥੇ ਉਸ ਸ੍ਰਿਸ਼ਟੀ ਦੀ ਰਚਨਾ ਦੇ ਪ੍ਰਸ਼ਨਾਂ ਦਾ ਉੱਤਰ ਹੈ ਵੀ ਇਹ ਸਾਰੀ ਸ੍ਰਿਸ਼ਟੀ ਕਿਵੇਂ ਬਣੀ ਹੈ, ਉਹਦੇ ਵਿੱਚ ਇਨਸਾਨ ਕੀ ਹੈ, ਜਿਹੜਾ ਮਾਨਵ ਕਿਵੇਂ ਬਣਿਆ, ਮਾਨਵ ਦਾ ਨਿਰਮਾਣ ਕਿਵੇਂ ਹੁੰਦਾ ਅਤੇ ਉਹਦਾ ਸ੍ਰਿਸ਼ਟੀ ਦੇ ਨਾਲ ਆਪਸ 'ਚ ਸੰਬੰਧ ਕੀ ਹੈ। ਇਸ ਗਿਆਨ ਤੋਂ ਬਾਅਦ ਜਿਹੜਾ ਅਸੀਂ ਅੱਜ ਕੱਲ੍ਹ ਜਿਸ ਨੂੰ ਵਿਗਿਆਨ ਕਹਿ ਦਿੰਦੇ ਹਾਂ, ਗਿਆਨ ਤੋਂ ਇਲਾਵਾ ਜਿਹੜਾ ਵੀ ਦੂਜੇ ਸਵਾਲਾਂ ਦੇ ਜਵਾਬ ਅਸੀਂ ਢੂੰਡਦੇ ਹਾਂ ਉਹ ਵਿਗਿਆਨ ਦੇ ਖੇਤਰ ਵਿੱਚ ਆਉਂਦੇ ਆ। ਵਿਗਿਆਨ ਸ਼ਬਦ ਸਾਇੰਸ ਲੇਟਰ ਸਟੇਜ ਦੇ ਵਿੱਚ ਸਾਇੰਸ ਦਾ ਸ਼ਬਦ ਆਉਂਦਾ, ਪਰ ਸਾਡਾ ਵਿਗਿਆਨ ਸ਼ਬਦ ਜਿਹੜਾ ਹੈਗਾ ਇਹ ਨਾਲੋਂ ਨਾਲ ਚੱਲਦਾ ਹੈ। ਗਿਆਨ ਦੇ ਨਾਲ ਜੋ ਚੀਜ਼ਾਂ ਸਿਰਜਿਤ ਹੋਈਆਂ, ਸਿਰਜਣਾ ਹੋਈ ਹੈ, ਜਦੋਂ ਉਸ ਨੂੰ ਅਸੀਂ ਇਸ ਸੰਸਾਰ ਵਿੱਚ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਦੁਬਾਰਾ ਕਰਦੇ ਹਾਂ, ਤਾਂ ਉਹ ਵਿਗਿਆਨ ਹੋ ਗਿਆ। ਸੋ ਇਸ ਕਰਕੇ ਗਿਆਨ ਉਸ ਪ੍ਰਾਈਮ ਕੁਐਸਚਨ ਜਿਹੜਾ ਸਾਡਾ ਬੁਨਿਆਦੀ ਸਵਾਲ ਹੈ ਕਿ ਸ੍ਰਿਸ਼ਟੀ ਕੀ ਹੈ, ਇਹ ਐਗਜ਼ਿਸਟੈਂਸ ਜਿਹੜੀ ਹੈ, ਇਹਦੀ ਕ੍ਰੀਏਸ਼ਨ ਕੌਣ ਹੈ, ਇਹਦਾ ਕ੍ਰੀਏਟਰ ਕੌਣ ਹੈ, ਇਸ ਸਵਾਲ ਦਾ ਜਵਾਬ ਜਿਹੜਾ ਨਾ ਸਾਡਾ ਭਾਰਤੀ ਗਿਆਨ ਪਰੰਪਰਾ ਦਾ ਬੁਨਿਆਦ ਹੈ। ਉੱਥੋਂ ਦੀ ਅਸੀਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਇੰਪੋਰਟੈਂਟ ਇਸ ਕਰਕੇ ਹੈ ਕਿ ਜੋ ਸੋਸ਼ਲ ਸਟਰਕਚਰ ਜਾਂ ਜੋ ਐਂਥਰੋਪੋਲੋਜੀ ਕ੍ਰੀਏਟ ਹੋਈ ਹੈ ਉਹਦੇ ਪਿੱਛੇ ਇੱਕ ਕਾਸਮਿਕ ਵਿਊ, ਕਾਸਮਿਕ ਪਰਸਪੈਕਟਿਵ ਕੀ ਸੀਗਾ ਵੀ ਅਸੀਂ ਸ੍ਰਿਸ਼ਟੀ ਨੂੰ ਕਿਸ ਤਰ੍ਹਾਂ ਮੰਨਿਆ ਔਰ ਇਨਸਾਨ ਕਿਵੇਂ ਬਣਿਆ, ਉਹਦੇ ਵਿੱਚੋਂ ਸੁਸਾਇਟੀ ਕਿਵੇਂ ਬਣਦੀ ਹੈ, ਜਗਤ ਕੀ ਹੈ। ਇਸ ਬਾਰੇ ਜਿਹੜਾ ਸਾਡਾ ਵਿਊ ਬਣਦਾ ਹੈ, ਸਾਡਾ ਇੱਕ ਵਿਚਾਰ ਬਣਦਾ ਹੈ, ਇਹੀ ਵਿਚਾਰ ਵਰਤਮਾਨ ਤੱਕ ਸਾਡੀ ਮਾਨਸਿਕਤਾ ਨੂੰ, ਸਾਡੇ ਮਨ ਨੂੰ ਔਰ ਸਾਡੇ ਕਾਰ ਵਿਹਾਰ ਨੂੰ, ਸਾਡੇ ਕੰਡਕਟ ਨੂੰ, ਸਾਡੀਆਂ ਨੈਤਿਕਤਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਜੇ ਮੈਂ ਤੁਹਾਨੂੰ ਇਹ ਕਹਾਂ ਕਿ ਜਿੰਨਾ ਵੀ ਵੈਦਿਕ ਸਾਹਿਤ ਹੈ, ਵੇਦ ਹੈ, ਵੇਦ ਦਾ ਮਤਲਬ ਹੁੰਦਾ ਹੈ ਵਿਦ, ਦੇਖਣਾ। ਰਿਗ ਦਾ ਮਤਲਬ ਗਿਆਨ, ਮਤਲਬ ਗਿਆਨ ਨੂੰ ਦੇਖਣਾ। ਇਹਦਾ ਮਤਲਬ ਇਹ ਹੈ ਕਿ ਜੋ ਰਿਗਵੇਦ ਹੈ ਇਹ ਕੋਈ ਰਿਲੀਜੀਅਸ ਸੈਕਰੇਡ ਟੈਕਸਟ ਨਹੀਂ ਹੈਗਾ, ਇਹ ਸਾਡਾ ਪਹਿਲਾ ਗਿਆਨ ਦਾ ਗ੍ਰੰਥ ਹੈ। ਔਰ ਇਹਦੇ ਵਿੱਚ ਸਾਡੇ ਕੋਲ ਹਿਸਟਰੀ ਦੀ ਜਿਹੜੇ ਇਨਫੋਰਮੇਸ਼ਨ ਹੈ, ਜੋਗ੍ਰਾਫੀਕਲ ਇਨਫੋਰਮੇਸ਼ਨਸ ਹੈ, ਟਰਾਈਬਸ ਦੀਆਂ ਇਨਫੋਰਮੇਸ਼ਨ ਹੈ, ਐਂਥਰੋਪੋਲੋਜੀਕਲ ਇਨਫੋਰਮੇਸ਼ਨ ਹੈ। ਨਵੀਂ ਟਰਮ ਦੇ ਵਿੱਚ ਜੇ ਗੱਲ ਕਰਦੇ ਹਾਂ ਤਾਂ ਸਭ ਤੋਂ ਪ੍ਰਾਇਮਰੀਲੀ ਇਹਦੇ ਵਿੱਚ ਕੋਸਮੋਲੋਜੀਕਲ ਇਨਫੋਰਮੇਸ਼ਨ ਹੈ। ਕੋਸਮੋਲੋਜੀਕਲ ਮਤਲਬ ਬ੍ਰਹਮੰਡ ਬਾਰੇ, ਬ੍ਰਹਮੰਡਿਕ ਚੇਤਨਾ। ਰਿਗਵੇਦ ਜਿਹੜਾ ਕੋਈ 1-2 ਸਾਲ ਦੇ ਵਿੱਚ ਨਹੀਂ ਲਿਖਿਆ ਗਿਆ, ਇਹਦੇ 10 ਮੰਡਲ ਹੈ ਜਿਹੜੇ ਕਿ 10 ਰਿਸ਼ੀਆਂ ਅਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਜਿਹੜੀ ਰਿਚਾਵਾਂ ਹੈ, ਉਹਨਾਂ ਦੀ ਬਾਣੀ ਦੇ ਵਿੱਚੋਂ ਇਹ ਸਿਰਜਿਤ ਹੁੰਦਾ ਹੈ। ਔਰ ਮੇਰਾ ਖਿਆਲ ਹੈ ਕਿ ਇਹਨੂੰ 700-800 ਸਾਲ ਤੋਂ ਵੀ ਜ਼ਿਆਦਾ ਦਾ ਟਾਈਮ ਜਿਹੜਾ ਨਾ ਇਹਨੂੰ ਕੰਪੋਜ਼ ਕਰਨ ਦੇ ਵਿੱਚ ਲੱਗਿਆ,
ਕੋਈ ਇੱਕ ਦਿਨ ਦੇ ਵਿੱਚ ਨਹੀਂ ਲੱਗਿਆ। ਇਹਦੇ ਵਿੱਚ ਗਿਆਨ ਕਿਸ ਤਰ੍ਹਾਂ ਦਾ ਹੈ, ਕਿਉਂਕਿ ਅਸੀਂ ਭਾਰਤੀ ਗਿਆਨ ਪਰੰਪਰਾ ਦੀ ਜਦੋਂ ਵੀ ਕੋਈ ਰੈਫਰੈਂਸ ਦਿੰਦੇ ਹਾਂ, ਉਹਦੀ ਬਿਗਨਿੰਗ ਕਰਦੇ ਹਾਂ, ਤਾਂ ਉਹਦਾ ਸਭ ਤੋਂ ਪ੍ਰਾਈਮ ਜਾਂ ਸਭ ਤੋਂ ਪੁਰਾਣਾ ਤੱਤ ਸਾਨੂੰ ਰਿਗਵੇਦ ਦੇ ਰੈਫਰੈਂਸ ਤੋਂ ਮਿਲਦਾ ਹੈ। ਪ੍ਰੈਜ਼ੈਂਟ ਟਾਈਮ ਦੇ ਵਿੱਚ ਜਦੋਂ ਨਵੀਂ ਸਿੱਖਿਆ ਨੀਤੀਆਂ ਜੋ ਅੰਗਰੇਜ਼ਾਂ ਨੇ ਲੈ ਕੇ ਆਏ, ਅਤੇ ਉਸ ਤੋਂ ਪਹਿਲਾਂ ਵੀ ਜਦੋਂ ਅਗਿਆਨਤਾ ਦਾ ਜਿਹੜਾ ਇੱਕ ਅਟੈਕ ਹੋਇਆ, ਜਿਹਨੇ ਸਾਨੂੰ ਆਪਣੇ ਹੀ ਗਿਆਨ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਸਾਡੇ ਉੱਪਰ ਉਹ ਰਾਜ ਕਰ ਸਕਣ। ਅਤੇ ਅੱਜ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਸਾਨੂੰ ਉਹੀ ਪੁਰਾਣਾ ਜਿਹੜਾ ਸਾਡਾ ਗਿਆਨ ਹੈ ਉਹਨੂੰ ਦੁਬਾਰਾ ਮੰਨਣ ਜਾਂ ਮਨਵਾਉਣ ਵਾਸਤੇ ਬਹੁਤ ਮਿਹਨਤ ਕਰਨੀ ਪੈ ਰਹੀ ਹੈ। ਹਾਲਾਂਕਿ ਅਸੀਂ ਆਪਣਾ ਜਿਹੜਾ ਦਿਨਚਰਿਆ ਹੈ, ਰੋਜ਼ਮਰਰਾ ਦੇ ਜਿਹੜੇ ਸਾਡੇ ਕਲਚਰਲ ਪ੍ਰੈਕਟਿਸਿਸ ਹੈ, ਜਿਹੜੀ ਸਾਡੀ ਸੱਭਿਆਚਾਰਕ ਸਾਡੀ ਕਾਰ ਵਿਹਾਰ ਹੈ ਔਰ ਸਾਡਾ ਸੋਸ਼ਲ ਸਟਰਕਚਰ ਹੈ, ਸਾਰਾ ਦਾ ਸਾਰਾ ਉਸ ਭਾਰਤੀ ਗਿਆਨ ਪਰੰਪਰਾ ਦੇ ਪ੍ਰਾਈਮ ਆਈਡੀਆ, ਜਿਹੜੇ ਪੁਰਾਣੇ ਆਈਡੀਆ ਸੀਗੇ, ਉਹਦੇ ਨਾਲ ਹੀ ਸੰਗਠਿਤ ਹੁੰਦੇ, ਉਹਦੇ ਨਾਲ ਹੀ ਬਣਦੇ ਆ। ਸੋ ਇਹਦੀ ਬੁਨਿਆਦੀ ਗੱਲ ਮੈਂ ਤੁਹਾਨੂੰ ਜਿਹੜਾ ਨਾ ਦੋ ਆਸਪੈਕਟ ਤੋਂ ਸਮਝਾਉਣਾ ਚਾਹੁੰਦਾ ਕਿ ਇੱਕ ਤਾਂ ਤੱਤ ਉਹ ਨਿਕਲਿਆ ਕਿ ਜੋ ਡਿਵਾਈਨ ਆਰਡਰ ਹੈ, ਜਿਹਨੂੰ ਅਸੀਂ ਬ੍ਰਹਮ ਕਹਿੰਦੇ ਹਾਂ। ਹੁਣ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਬ੍ਰਹਮ ਕੀ ਹੈ। ਬ੍ਰਹਮ ਦੀ ਜਿਹੜੀ ਪਰਿਭਾਸ਼ਾ ਹੈ ਉਹ ਕਿਸੇ ਗੋਡ ਦੀ ਨਹੀਂ ਹੈ। ਉਹਦੇ ਵਿੱਚ ਕੋਈ ਕ੍ਰੀਏਟਰ ਕਿਸੇ ਦੂਜੀ ਥਾਂ ਉੱਪਰ ਬੈਠਾ ਹੋਇਆ ਗੋਡ ਨਹੀਂ ਹੈ, ਉਹ ਕ੍ਰੀਏਟਰ ਨਹੀਂ ਹੈ। ਤਾਂ ਫਿਰ ਗੋਡ ਕੀ ਹੈ ਜਾਂ ਕ੍ਰੀਏਟਰ ਕੀ ਹੈ? ਜਿਹੜਾ ਸਾਡੇ ਨਾਸਦੀਏ ਸੂਕਤ ਹੈ ਰਿਗਵੇਦ ਦੇ ਵਿੱਚ, ਉਹ ਇਸ ਕ੍ਰੀਏਸ਼ਨ ਦੀ ਬਿਗਨਿੰਗ ਦੀ ਡੈਫੀਨੇਸ਼ਨ ਕਰਦਾ। ਹੁਣ ਦੇਖੋ, ਜੇ ਅੱਜ ਤੁਸੀਂ ਹਿਗਸ ਬੋਸੋਨ ਦੀ ਗੱਲ ਕਰਦੇ ਹੋ ਜਾਂ ਹੋਰ ਜਿਹੜੇ ਸਾਡੇ ਇਸ ਸਪੇਸ ਸਾਇੰਸ ਦੀ ਗੱਲ ਕਰਦੇ ਹਾਂ, ਉਹਨਾਂ ਦਾ ਈਡੀਅਮ ਔਰ ਉਹਨਾਂ ਦਾ ਜਿਹੜਾ ਕੰਮ ਹੈ ਐਗਜ਼ੈਕਟਲੀ ਉਹੀ ਹੈ ਜੋ ਰਿਗਵੇਦ ਦੇ ਨਾਸਦੀਏ ਸੂਕਤ ਦਾ ਹੈ। ਹਿਗਸ ਬੋਸੋਨ ਜਾਂ ਇੱਕ ਬਿਗ ਬੈਂਗ ਥਿਊਰੀ ਉੱਥੇ ਹੀ ਪਹੁੰਚੀ ਜਿਸ ਦੀ ਸ਼ੁਰੂਆਤ ਨਾਸਦੀਏ ਸੂਕਤ ਦੇ ਵਿੱਚ ਕੀਤੀ ਗਈ ਹੈ। ਹੁਣ ਇਹ ਲੋਕ ਇਸ ਤਰ੍ਹਾਂ ਕਹਿ ਸਕਦੇ ਆ ਵੀ ਉਸ ਵੇਲੇ ਤੁੱਕਾ ਮਾਰਿਆ ਗਿਆ ਜਾਂ ਕਿਸੇ ਨੇ ਇਸ ਤਰ੍ਹਾਂ ਕਰ ਦਿੱਤਾ। ਇਹ ਸ਼ਾਇਦ ਸਾਡਾ ਕਸੂਰ ਹੈ ਕਿ ਅਸੀਂ ਗਿਆਨ ਨੂੰ ਬਹੁਤ ਨੀਵਾਂ ਕਰਕੇ ਮੰਨਦੇ ਹਾਂ ਔਰ ਇਹ ਮੰਨਦੇ ਹਾਂ ਕਿ ਸ਼ਾਇਦ ਜਿਹੜਾ ਵੀ ਬੌਧਿਕਤਾ, ਜੋ ਇੰਟੈਲੀਜੈਂਸ ਜਾਂ ਜੋ ਗਿਆਨ ਹੈ, ਉਹ ਬਸ 100 ਸਾਲ 'ਚ ਹੀ ਆਇਆ, ਇਸ ਤੋਂ ਪਹਿਲਾਂ ਲੋਕ ਮੂਰਖ ਸੀਗੇ। ਇਹ ਸਭ ਤੋਂ ਵੱਡੀ ਜਿਹੜੀ ਸਾਡੀ ਕਮਜ਼ੋਰੀ ਹੈ, ਜਿਹਨੂੰ ਕਿ ਛੱਡਣਾ ਚਾਹੀਦਾ। ਹੋ ਸਕਦਾ ਨਹੀਂ, ਇਹ ਫੈਕਟ ਹੈ ਕਿ ਸਾਡੇ ਤੋਂ ਪਹਿਲੇ ਵਾਲੇ ਸਮੇਂ ਦੇ ਵਿੱਚ ਬੁੱਧੀ ਦਾ ਉਪਯੋਗ ਕਰਨ ਵਾਲੇ ਲੋਕ ਜ਼ਿਆਦਾ ਸੀਗੇ। ਜਿੰਨਾ ਪਾਰਟ ਅਸੀਂ ਅੱਜ ਆਪਣੇ ਮਸਤਿਸ਼ਕ ਦਾ, ਆਪਣੇ ਬ੍ਰੇਨ ਦਾ ਇਸਤੇਮਾਲ ਕਰਦੇ ਹਾਂ, ਸਾਡੇ ਪੁਰਖੇ ਹਜ਼ਾਰਾਂ ਸਾਲ ਪਹਿਲਾਂ ਇਸ ਤੋਂ ਜ਼ਿਆਦਾ ਕਰਦੇ ਸੀਗੇ, ਕਿਉਂਕਿ ਉਹਨਾਂ ਕੋਲ ਬੁੱਧੀ ਹੀ ਇੰਪੋਰਟੈਂਟ ਚੀਜ਼ ਸੀ ਜਿਹਦਾ ਇਸਤੇਮਾਲ ਹੋ ਸਕਦਾ ਹੈ ਕਿਸੇ ਵੀ ਮੈਡੀਟੇਸ਼ਨ ਵਾਸਤੇ, ਕਿਸੇ ਵੀ ਸੋਚ ਵਾਸਤੇ, ਕਿਸੇ ਵੀ ਵਿਚਾਰ ਵਾਸਤੇ। ਸਾਡੇ ਕੋਲ ਅੱਜ ਬੁੱਧੀ ਇਸ ਕਰਕੇ ਘੱਟ ਹੈ ਕਿਉਂਕਿ ਸਾਡੇ ਕੋਲ ਕੰਪਿਊਟਰ ਹੈ, ਸਾਡੇ ਕੋਲ ਕੈਲਕੂਲੇਟਰਸ ਹੈ, ਸਾਡੇ ਕੋਲ ਜਿਹੜਾ ਇੱਕ ਪੂਰਾ ਸਾਈਬਰ ਸਪੇਸ ਹੈ, ਜਿਸ ਕਰਕੇ ਸਾਨੂੰ ਆਪਣੀ ਬੁੱਧੀ ਨਹੀਂ ਯੂਜ਼ ਕਰਨੀ ਪੈਂਦੀ, ਅਸੀਂ ਹੋਰ ਜਗ੍ਹਾ ਇੰਪਲੋਏ ਕੀਤੀ ਹੋਈ ਹੈ। ਸੋ ਅੱਜ ਦਾ ਵਿਅਕਤੀ, ਅੱਜ ਦਾ ਇਨਸਾਨ ਘੱਟ ਬੁੱਧੀਮਾਨ ਹੈ, ਜਦੋਂ ਕਿ ਪਹਿਲਾਂ ਜਿਹੜੇ ਬੁੱਧੀ ਦਾ ਜ਼ਿਆਦਾ ਵਰਤੋਂ ਕਰਦੇ ਸੀਗੇ ਉਹ ਬੁੱਧੀਮਤਾ ਜ਼ਿਆਦਾ ਹੁੰਦੀ ਹੈ। ਸੋ ਇਸ ਗੱਲ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਜੋ ਉਹਨਾਂ ਨੇ ਕੰਟੈਂਪਲੇਟ ਕੀਤਾ, ਜੋ ਇੱਕ ਵਿਚਾਰ ਕੀਤਾ 700-800 ਸਾਲ ਦੇ ਵਿੱਚ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਜੋ ਉਹਨਾਂ ਨੇ ਗਿਆਨ ਅਰਜਿਤ ਕੀਤਾ। ਇਹ ਪ੍ਰੈਕਟਿਸਿਸ ਜਿਹੜੀਆਂ ਮੈਂ ਪ੍ਰੈਜ਼ੈਂਟਲੀ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਿਹਾ, ਉਹਦੇ 'ਚ ਮੈਂ ਦੇਖਿਆ ਕਿ ਇੰਡੋ ਇਰਾਨੀਅਨ ਜਿਹੜਾ ਪੂਰਾ ਸਾਡਾ ਇੱਕ ਖੇਤਰ ਹੈ, ਇਹ ਉਹ ਖੇਤਰ ਸੀਗਾ ਪ੍ਰੀ ਵੈਦਿਕ ਟਾਈਮ, ਜਿਹੜਾ ਕਿ 7-8 ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ। ਉੱਥੇ ਇੱਕ ਕੰਟੀਨਿਊਟੀ ਦੇ ਵਿੱਚ ਕੰਬਾਈਨਡ ਦੋਨੋਂ ਭਾਰਤ ਦੇ ਜਿਹੜਾ ਪੂਰਾ ਖੇਤਰ, ਜਿਹਨੂੰ ਅਸੀਂ ਉਦੋਂ ਅਫਗਾਨਿਸਤਾਨ ਬਲਖ ਤੱਕ ਦਾ ਏਰੀਆ ਮੰਨਦੇ ਹਾਂ, ਅਤੇ ਇਹੀ ਏਰੀਆ ਜਿਹੜਾ ਇਹ ਈਰਾਨ ਦੇ ਪੂਰਾ ਪਾਰਟ ਜਿਹੜਾ ਅਸੀਰੀਆ ਕਹਿ ਦਿੰਦੇ ਸੀ ਉਹਨੂੰ, ਅਸੁਰ ਤੋਂ ਅਸੂਰੀਅਨ ਜਾਂ ਅਸੀਰੀਆ ਬਣ ਗਿਆ। ਇਹ ਪੂਰਾ ਖੇਤਰ ਇੱਕ ਹੀ ਸੱਭਿਅਤਾ ਦਾ ਸੀਗਾ, ਜਿਹੜਾ ਕਿ ਪ੍ਰੀ ਵੈਦਿਕ ਸੱਭਿਅਤਾ ਹੈ। ਉਸ ਟਾਈਮ ਦੇ ਵਿੱਚ ਇਹ ਸਵਾਲ ਜਿਹੜੇ ਹੈ ਉਹਨਾਂ ਰਿਸ਼ੀਆਂ ਦੇ ਮਨ ਦੇ ਵਿੱਚ ਪੈਦਾ ਹੋਏ। ਇਹਦਾ ਰੈਫਰੈਂਸ ਇਹ ਮਿਲਦਾ ਕਿ ਜੋ ਸਾਡੇ ਰਿਗਵੇਦ ਦੇ ਵਿੱਚ ਰਿਸ਼ੀ ਲਿਖੇ ਹੋਏ ਹੈ,
ਪਾਰਸੀ ਜ਼ੋਰਾਸਟਰੀਅਨ ਧਰਮ ਜਿਹੜਾ ਹੈਗਾ ਅਹੁਰ ਮਾਜ਼ਦਾ, ਉਹਨਾਂ ਦੀ ਜਿਹੜੀ ਪੁਸਤਕ ਹੈ ਅਵੇਸਤਨ, ਅਵੇਸਤਾ ਦੇ ਵਿੱਚ ਵੀ ਇਹਨਾਂ ਰਿਸ਼ੀਆਂ ਦੇ ਸਾਨੂੰ ਰੈਫਰੈਂਸ ਮਿਲਦੇ ਹੈ। ਉਹਨਾਂ ਦਾ ਨਾਮ ਦਾ ਪ੍ਰੋਨਾਊਂਸੀਏਸ਼ਨ ਥੋੜ੍ਹਾ ਜਿਹਾ ਡਿਫਰੈਂਟ ਹੈ, ਲੇਕਿਨ ਕਨਸੈਪਟ ਜਿਹੜੇ ਹੈ ਉਹ ਸਿਮਿਲਰ ਮਿਲਦੇ ਹੈ। ਇਸ ਕਰਕੇ ਸਾਨੂੰ ਆਪਣੀ 5000 6,000 ਸਾਲ ਪੁਰਾਣੀ ਜਿਹੜੀ ਗਿਆਨ ਦੀ ਪਰੰਪਰਾ ਹੈ ਉਹਦੇ 'ਤੇ ਕਿੰਤੂ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਹੈ। ਜੇ ਅਸੀਂ ਸਿਰਫ ਰਿਗਵੇਦ ਨੂੰ ਹੀ ਪਹਿਲਾਂ ਮੰਨਣ ਤੋਂ ਇਨਕਾਰ ਕਰਦੇ ਰਹੇ, ਪਰ ਅਵੇਸਤਨ ਨੂੰ ਤੁਸੀਂ ਇਨਕਾਰ ਕਿਵੇਂ ਕਰ ਗਏ? ਉਹਨੂੰ ਤਾਂ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹ ਪੈਰਲਰ ਟੈਕਸਟ ਸੀਗੇ ਜਿਨ੍ਹਾਂ ਦਾ ਸਾਡੇ ਰਿਗਵੇਦ ਦੇ ਵਿੱਚ ਉਹਨਾਂ ਰਿਸ਼ੀਆਂ ਦਾ ਰੈਫਰੈਂਸ ਮਿਲਦਾ ਅਤੇ ਉਹਨਾਂ ਰਿਸ਼ੀਆਂ ਦਾ ਸਾਡੇ ਇਹਦੇ ਵਿੱਚ ਔਰ ਕਾਮਨ ਰਿਸ਼ੀ ਹੈ ਜਿਨ੍ਹਾਂ ਨੂੰ ਅਸੀਂ ਵਿਸ਼ਵਾਮਿਤਰ ਵਸ਼ਿਸ਼ਟ ਰਿਸ਼ੀ ਕਹਿੰਦੇ ਹਾਂ। ਵਸ਼ਿਸ਼ਟ ਰਿਸ਼ੀ ਬੇਸਿਕਲੀ ਇੱਕ ਸਕੂਲ ਆਫ ਥਾਟ ਸੀਗੀ। ਸਕੂਲ ਆਫ ਥਾਟ ਦਾ ਮਤਲਬ ਇੱਕ ਵਿਚਾਰ ਦਾ ਅਧਿਐਨ ਕੇਂਦਰ ਸੀਗਾ, ਜਿਹੜਾ ਕਿ ਵਸ਼ਿਸ਼ਟ ਦੇ ਨਾਮ ਤੋਂ ਜਾਂ ਵਿਸ਼ਵਾਮਿਤਰ ਦੇ ਨਾਮ ਤੋਂ ਬਣਿਆ ਹੋਇਆ ਸੀਗਾ। ਨਾਸਦੀਆ ਸੂਕਤ, ਜਿਸ ਦੇ ਵਿੱਚੋਂ ਇਹ ਸਾਰੀ ਗੱਲ ਨਿਕਲਦੀ ਹੈ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ, ਇਹ ਵਸ਼ਿਸ਼ਟ ਰਿਸ਼ੀ ਦੇ ਨਾਲ ਜੁੜੀ ਹੋਈ ਗੱਲ ਹੈ। ਅਤੇ ਇਹਦੇ ਵਿੱਚ ਹੋਇਆ ਕੀ ਕਿ ਉਹਨਾਂ ਨੇ ਡਿਫਾਈਨ ਕੀਤਾ ਸਭ ਤੋਂ ਪਹਿਲਾਂ ਕਿ ਕੋਸਮੋਲੋਜੀ ਕੀ ਹੈ। ਕੋਸਮੋਲੋਜੀਕਲ ਆਈਡੀਆ ਦਿੱਤਾ ਕਿ ਬ੍ਰਹਮੰਡ ਕਿਵੇਂ ਬਣਿਆ, ਬ੍ਰਹਮੰਡ ਦੀ ਰਚਨਾ ਕਿਸ ਤਰ੍ਹਾਂ ਹੋਈ। ਅਤੇ ਉਸ ਤੋਂ ਬਾਅਦ ਬ੍ਰਹਮੰਡ ਦੀ ਰਚਨਾ ਤੋਂ ਬਾਅਦ ਜਿਹੜਾ ਮਾਨਵ ਕਿਵੇਂ ਬਣਿਆ, ਮਾਨਵ ਦਾ ਨਿਰਮਾਣ ਕਿਵੇਂ ਹੋਇਆ, ਅਤੇ ਮਾਨਵ ਦੇ ਨਿਰਮਾਣ ਤੋਂ ਬਾਅਦ ਜਿਹੜਾ ਸਾਡੀ ਸੁਸਾਇਟੀ ਕਿਵੇਂ ਬਣੀ, ਸੋਸ਼ੀਓਲੋਜੀ। ਸੋ 3 ਚੀਜ਼ਾਂ ਤੁਸੀਂ ਯਾਦ ਰੱਖਣੀਆਂ ਕਿ ਕੋਸਮੋਲੋਜੀ, ਉਹਦੇ ਬਾਰੇ ਉਹਨਾਂ ਦਾ ਆਈਡੀਆ ਰਿਗਵੇਦ ਦੇ ਵਿੱਚ, ਵੈਦਿਕ ਸਾਹਿਤ ਦੇ ਵਿੱਚ, ਵੇਦ ਔਰ ਵੇਦਾਂਗ ਜਿਨ੍ਹਾਂ ਨੂੰ ਕਹਿ ਦਿੰਦੇ, ਅਤੇ ਉਸ ਤੋਂ ਬਾਅਦ ਜਿਹੜਾ ਐਂਥਰੋਪੋਲੋਜੀ ਹੈ, ਮਾਨਵ ਵਿਗਿਆਨ ਹੈ ਜਿਹਦੇ ਵਿੱਚ, ਅਤੇ ਥਰਡ ਸੋਸ਼ੀਓਲੋਜੀ, ਸਮਾਜ ਵਿਗਿਆਨ। ਇਹਦੇ ਬਾਰੇ ਜੋ ਆਈਡੀਆ ਸਮਾਜ ਦਾ ਨਿਰਮਾਣ ਔਰ ਮਾਨਵ ਦਾ ਨਿਰਮਾਣ ਕਿਹਦੇ ਵਿੱਚੋਂ ਹੁੰਦਾ, ਤਾਂ ਉਹਨਾਂ ਨੇ ਇਹ ਵਿਚਾਰ ਸਾਨੂੰ ਜਿਹੜਾ ਨਾ ਉਹ ਦਿੰਦੇ ਆ ਕਿ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੁਛ ਨਹੀਂ ਸੀ। ਜਿਵੇਂ ਤੁਸੀਂ ਇਹਨੂੰ ਗੁਰਬਾਣੀ ਦੇ ਵਿੱਚ ਵੀ ਪੜ੍ਹ ਸਕਦੇ ਹੋ ਕਿ ਕੁਛ ਅਦਰ ਨਹੀਂ ਹੈ। ਸਭ ਤੋਂ ਪਹਿਲਾਂ ਸੁੰਨ ਸਮਾਜ ਦੇ ਵਿੱਚ ਇੱਕ ਸ੍ਰਿਸ਼ਟੀ ਦਾ ਵਿਚਾਰ ਸੀਗਾ, ਔਰ ਉਹ ਐਗਜ਼ਿਸਟਿੰਗ ਕੋਈ ਐਸੀ ਐਂਟੀਟੀ ਨਹੀਂ ਸੀ ਜਿਹਨੇ ਕਿ ਸਾਰਿਆਂ ਦਾ ਨਿਰਮਾਣ ਕੀਤਾ ਹੋਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਮਿਲ ਕੁਦਰਤ ਸਾਜੀਏ, ਕਰ ਆਸਣ ਡਿੱਠਾ ਚਾਓ। ਇਹਦਾ ਮਤਲਬ ਇਹ ਸੀ ਕਿ ਕ੍ਰੀਏਟਰ ਔਰ ਕ੍ਰੀਏਸ਼ਨ ਇੱਕੋ ਹੀ ਹੈ। ਕ੍ਰੀਏਸ਼ਨ ਜਿਹੜਾ ਜੋ ਸ੍ਰਿਸ਼ਟੀ ਹੈ, ਇਹਦਾ ਕ੍ਰੀਏਟਰ ਆਪ ਹੀ ਕ੍ਰੀਏਸ਼ਨ ਹੀ ਹੈ, ਇਹਨੇ ਆਪ ਹੀ ਕ੍ਰੀਏਟ ਕੀਤਾ ਹੋਇਆ, ਇਹਦੇ ਬਾਹਰ ਕੁਝ ਵੀ ਨਹੀਂ ਹੈ। ਲੇਕਿਨ ਫਿਰ ਅਸੀਂ ਇਹਨੂੰ ਕਹਿੰਦੇ ਵੀ ਕ੍ਰੀਏਟ ਹੋਇਆ ਕਿਵੇਂ ਹੈ। ਕ੍ਰੀਏਟ ਹੋਇਆ ਇੱਕ ਸੰਰਚਨਾ ਦੇ, ਇੱਕ ਵਿਚਾਰ ਦੇ ਅਨੁਸਾਰ। ਉਹ ਕੀ ਹੈ? ਇੱਕ ਆਰਡਰ ਹੈ, ਇੱਕ ਸਿਸਟਮ ਹੈ, ਅਤੇ ਉਸ ਸਿਸਟਮ ਨੂੰ ਅਸੀਂ ਬ੍ਰਹਮ ਕਹਿ ਦਿੰਦੇ। ਸਿਸਟਮ ਆਫ ਕ੍ਰੀਏਸ਼ਨ ਜਿਹੜਾ ਇਹ ਸਾਡੇ ਇੱਕ ਇਨਵਿਜ਼ੀਬਲ ਹੈ, ਜਿਹਨੂੰ ਅਸੀਂ ਫਾਰਮਲੈਸ ਵਿਚਾਰ ਹੈ। ਜਿਹੜਾ ਫਾਰਮਲੈਸ ਦਾ ਗੋਡ ਦਾ ਮਤਲਬ ਇੱਕ ਨਿਰਗੁਣ ਨਿਰਾਕਾਰ ਬ੍ਰਹਮ ਦੀ ਜਿਹੜੀ ਸੰਕਲਪਨਾ ਹੈ, ਉਹ ਇਸੇ ਕਰਕੇ ਹੈ ਕਿ ਜਿਹੜਾ ਆਰਡਰ ਹੈ, ਜੋ ਸਿਸਟਮ ਹੈ ਇਸ ਸੰਸਾਰ ਨੂੰ ਬਣਾਉਣ ਵਾਲਾ, ਉਹ ਨਜ਼ਰ ਨਹੀਂ ਆਉਂਦਾ, ਉਹ ਅਦ੍ਰਿਸ਼ ਹੈ, ਉਹ ਦਿਖਦਾ ਨਹੀਂ ਹੈ। ਸੋ ਇੱਕ ਸੱਭਿਅਤਾ ਜਿਸ ਨੇ ਕਿਹਾ ਕਿ ਦਿਖਦਾ ਤਾਂ ਨਹੀਂ ਹੈ ਪਰ ਹੋ ਸਕਦਾ ਹੋਏ, ਜਿਹਦੇ ਵਿੱਚੋਂ ਗੋਡ ਦਾ ਕਨਸੈਪਟ ਨਿਕਲਦਾ ਹੈ। ਔਰ ਗੋਡ ਨੂੰ ਨਾ ਤਾਂ ਕੋਈ ਦੇਖ ਸਕਦਾ ਅਤੇ ਨਾ ਕੋਈ ਸੁਣ ਸਕਦਾ ਅਤੇ ਨਾ ਉੱਥੇ ਜਾ ਸਕਦਾ, ਪਰ ਗੋਡ ਜਿਹੜਾ ਆਰਡਰ ਦੇ ਰਿਹਾ, ਹੁਕਮ ਦੇ ਰਿਹਾ ਦੁਨੀਆ ਨੂੰ ਚਲਾਉਣ ਦਾ, ਉਹਦੇ ਵਿਚਕਾਰ ਇੱਕ ਕੜੀ ਹੈ ਪੈਗੰਬਰਵਾਦ ਜਿਹੜਾ ਹੈ। ਪ੍ਰੋਫਿਟਸ ਜਿਹੜੇ ਹੈ ਉਹ ਗੋਡ ਨੂੰ ਸੁਣ ਕੇ ਜਿਹੜੇ ਲੋਕਾਂ ਨੂੰ ਦੱਸਦੇ ਆ ਕਿ ਗੋਡ ਕੀ ਚਾਹੁੰਦਾ ਹੈ, ਵੀ ਉਹਨੇ ਕਿਵੇਂ ਬਣਾਇਆ ਔਰ ਕਿਉਂ ਬਣਾਇਆ। ਇਹ ਇੱਕ ਪੂਰਾ ਸਿਸਟਮ ਜਿਹੜਾ ਜਿਹਨੂੰ ਅਸੀਂ ਅਬਰਾਹਮਿਕ ਰਿਲੀਜਨਸ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਆ ਜਾਂਦੇ। ਪਰ ਸਾਡਾ ਜਿਹੜਾ ਭਾਰਤੀ ਗਿਆਨ ਹੈ, ਉਹਨੇ ਪੂਰੀ ਸੁਸਾਇਟੀ ਨੂੰ, ਪੂਰੇ ਮਾਨਵ ਨਿਰਮਾਣ ਨੂੰ ਜਿਸ ਸੰਰਚਨਾ ਦੇ ਉੱਤੇ ਕ੍ਰੀਏਟ ਕੀਤਾ ਹੈ, ਮੈਂ ਤੁਹਾਡੇ ਨਾਲ ਉਹ ਗੱਲ ਜਿਹੜੀ ਨਾ ਸ਼ੇਅਰ ਕਰੂੰਗਾ, ਕਿਉਂਕਿ ਇਹਦੇ ਪੱਖ ਤਾਂ ਬਹੁਤ ਸਾਰੇ ਹੈ। ਕੋਸਮੋਲੋਜੀ ਨੂੰ, ਬ੍ਰਹਮੰਡਿਕ ਚੇਤਨਾ ਨੂੰ ਸਾਡੇ ਵਿੱਚ ਇਹ ਕਿਹਾ ਕਿ ਕ੍ਰੀਏਟਰ ਅਲੱਗ ਕੋਈ ਨਹੀਂ ਹੈ, ਕ੍ਰੀਏਸ਼ਨ ਇਟਸੈਲਫ ਇਜ਼ ਏ ਕ੍ਰੀਏਟਰ। ਸੋ ਜੋ ਰਚਣਹਾਰ ਹੈ ਉਹੀ ਰਚਨਾ, ਉਹ ਕਰਤਾ, ਔਰ ਉਹਦਾ ਕਾਰਨ ਵੀ ਉਹੀ ਹੈ।
ਸੋ ਇਸ ਕਰਕੇ ਜਦੋਂ ਅਸੀਂ ਬ੍ਰਹਮ ਦੀ ਪਰਿਭਾਸ਼ਾ ਕਰਦੇ ਹਾਂ, ਬ੍ਰਹਮ ਮਤਲਬ ਸਿਸਟਮ ਆਫ ਕ੍ਰੀਏਸ਼ਨ। ਇਸ ਜਿਹੜਾ ਸਾਰੀਆਂ ਚੀਜ਼ਾਂ ਨੂੰ ਕ੍ਰੀਏਟ ਕਰਨ ਵਾਲਾ ਜਿਹੜਾ ਇੱਕ ਆਰਡਰ ਹੈ, ਇੱਕ ਸਿਸਟਮ ਹੈ, ਉਹਦਾ ਨਾਮ ਹੈ। ਉਹਦੇ ਬਾਰੇ ਜੋ ਸਾਨੂੰ ਗਿਆਨ ਪ੍ਰਾਪਤ ਹੋਇਆ, ਉਹਦਾ ਨਾਮ ਹੀ ਅਸੀਂ ਇਹਨੂੰ ਬ੍ਰਹਮ ਕਹਿ ਦਿੰਦੇ ਹਾਂ। ਹੁਣ ਬ੍ਰਹਮ ਦੀ ਪਰਿਭਾਸ਼ਾ ਜਦੋਂ ਤੁਸੀਂ ਜਾਣੋਗੇ ਤਾਂ ਬਹੁਤ ਈਜ਼ੀਲੀ ਤੁਹਾਨੂੰ ਪਤਾ ਲੱਗੇਗਾ ਕਿ ਬ੍ਰਹਮ ਸ਼ਬਦ ਕਿਸੇ ਗੋਡ ਦਾ ਨਾਮ ਨਹੀਂ ਹੈ ਅਤੇ ਨਾ ਹੀ ਕਿਸੇ ਸ੍ਰਿਸ਼ਟੀ ਤੋਂ ਬਾਹਰਲੀ ਐਂਟੀਟੀ ਦਾ ਨਾਮ ਹੈਗਾ। ਬ੍ਰਹਮ ਵਾਸਤੇ ਜਿਹੜੀਆਂ ਮਹਾਵਾਕਿਆ ਵਰਤੇ ਜਾਂਦੇ ਆ, ਜਿਹੜਾ ਕਿ ਮੈਨੂੰ ਸਭ ਤੋਂ ਇੰਪੋਰਟੈਂਟ ਲੱਗਦਾ ਉਹ ਹੈਗਾ ਸਰਵਮ ਖਲਵਿਦਮ ਬ੍ਰਹਮਮ। ਮਤਲਬ ਜੋ ਕੁਛ ਵੀ ਸਰਵਤਰ ਆਸ-ਪਾਸ ਜੋ ਵੀ ਦਿਖਣ ਵਾਲੀਆਂ ਚੀਜ਼ਾਂ, ਜੋ ਵੀ ਤੁਹਾਨੂੰ ਤੁਹਾਡੇ ਨਜ਼ਰ ਦੇ ਵਿੱਚ, ਤੁਹਾਡੇ ਜ਼ਾਵੀਏ 'ਚ ਆਉਂਦਾ ਨਾ, ਸਭ ਕੁਛ ਬ੍ਰਹਮ ਹੈ। ਅਤੇ ਉਪਨਿਸ਼ਦ ਦੇ ਵਿੱਚ ਇਹ ਵੀ ਕਿਹਾ ਅਹਮ ਬ੍ਰਹਮਾਸਮੀ, ਮੈਂ ਹੀ ਬ੍ਰਹਮ ਹੈ। ਤਤਵਮਸੀ ਵਹਿ ਬ੍ਰਹਮ ਤੂੰ ਹੈ, ਜਿਵੇਂ ਉਹ ਵੀ ਤੂੰ ਹੈਗਾ। ਅਤੇ ਅਯਮ ਆਤਮਾ ਬ੍ਰਹਮਮ, ਵੀ ਜਿਹੜਾ ਮੇਰਾ ਆਤਮਾ ਹੈ, ਸੈਲਫ ਹੈ, ਇਹੀ ਬ੍ਰਹਮ ਹੈ। ਪ੍ਰਗਿਆਨਮ ਬ੍ਰਹਮਮ। ਸੋ ਇਸ ਤਰ੍ਹਾਂ ਦੀ ਜਿਹੜੀਆਂ ਡੈਫੀਨੇਸ਼ਨਸ ਹੈ ਸੰਸਕ੍ਰਿਤ ਦੇ ਵਿੱਚ। ਅਤੇ ਆਖਿਰ 'ਚ ਜਿਹੜੀ ਗੱਲ ਮੈਂ ਕੀਤੀ ਸੀ ਸਰਵਮ ਖਲਵਿਦਮ ਬ੍ਰਹਮਮ, ਵੀ ਸਰਵ ਵਿਆਪਕਤਾ ਦੇ ਵਿੱਚ ਬ੍ਰਹਮ ਹੈ। ਜੇ ਅੰਗਰੇਜ਼ੀ ਦੇ ਵਿੱਚ ਇਸ ਟਰਮ ਨੂੰ ਮੈਂ ਤੁਹਾਨੂੰ ਦੱਸਣਾ ਹੋਏ ਕਿ ਬ੍ਰਹਮ ਦਾ ਸ਼ਬਦ ਦਾ ਮੀਨਿੰਗ ਕੀ ਹੈ, ਬ੍ਰਿਹਤੇ ਇਤੀ ਬ੍ਰਹਮ, ਜਿਹੜਾ ਵੱਧ ਕੇ ਫੈਲ ਗਿਆ ਉਹ ਬ੍ਰਹਮ ਹੈ। ਅਤੇ ਬ੍ਰਹਮ ਆਪਣੇ ਆਪ ਦੇ ਵਿੱਚ ਇੱਕ ਡੈਫੀਨੇਟਿਵ ਸਾਊਂਡ ਹੈ, ਇੱਕ ਡੈਫੀਨੇਟਿਵ ਵਰਡ ਹੈ, ਜਿਹਦਾ ਮਤਲਬ ਹੈਗਾ ਬ੍ਰਿਹਤ ਮਤਲਬ ਐਕਸਪੈਂਸ਼ਨ, ਐਕਸਪੈਂਡ। ਅਤੇ ਇਹਦਾ ਦੂਸਰਾ ਸ਼ਬਦ ਹੈ ਅਹਮ, ਮਤਲਬ ਮੈਂ, ਸੈਲਫ। ਸੋ ਇਹਦਾ ਮੀਨਿੰਗ ਇਹ ਹੋਇਆ ਐਕਸਪੈਂਡਿਡ ਸੈਲਫ। ਐਕਸਪੈਂਡਿਡ ਸੈਲਫ ਕੀ ਹੋ ਗਈ? ਐਕਸਪੈਂਡਿਡ ਸੈਲਫ ਹੈ ਜੋ ਬ੍ਰਹਮੰਡੇ ਸੋਈ ਪਿੰਡੇ, ਮਤਲਬ ਜੋ ਬ੍ਰਹਮੰਡ 'ਚ ਉਹ ਪਿੰਡ 'ਚ ਹੈ, ਜੋ ਪਿੰਡ 'ਚ ਉਹ ਬ੍ਰਹਮੰਡ 'ਚ ਹੈ। ਸੋ ਮੈਂ ਉਹਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਦਾ ਕਿ ਇੱਕ ਉਹੀ ਚੀਜ਼ ਹੈ ਜਿਹੜੀ ਦੋਨਾਂ ਦੇ ਵਿਚਕਾਰ ਇਕਜੁੱਟਤਾ ਜੀ, ਇਕਾਤਮਤਾ ਦੀ ਜਿਹੜੀ ਇਹਦੇ ਵਿੱਚ ਗੱਲ ਕਰਦਾ ਹੈ। ਹੁਣ ਉਤਪਤੀ ਦੀ ਗੱਲ ਹੈ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵ ਹੈ ਕਰੇ ਪਸਾਓ, ਤੂੰ ਜਾਣੋ ਹੀ ਸਭ ਸੈ, ਦੇ ਲੈਸੈ ਜਿੰਦ ਗਵਾਓ, ਕਰ ਆਸਣ ਡਿੱਠੋ ਚਾਓ। ਮਤਲਬ ਜਿਹੜਾ ਕ੍ਰੀਏਟਰ ਹੈ ਉਹਦਾ ਆਸਣ, ਉਹਦੀ ਜਿਹੜੀ ਪ੍ਰੈਜ਼ੈਂਸ ਹੈ, ਮੈਨੀਫੈਸਟੇਸ਼ਨ ਹੈ, ਉਸ ਜਗਤ ਦੇ ਵਿੱਚ ਹੀ ਹੈ, ਸਾਡੇ ਵਿੱਚ ਹੀ ਹੈ, ਕੋਈ ਬਾਹਰ ਨਹੀਂ ਹੈ। ਕਿਉਂਕਿ ਜਿਹੜੀ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਹੈ ਨਾ, ਵੀ ਕਿੱਥੋਂ ਉਤਪਤੀ ਹੋਈ, ਤਾਂ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇਹਨੂੰ ਤੁਸੀਂ ਕੋਸਮੋਲੋਜੀ ਸਮਝੋ, ਜੋ ਸਾਡੀ ਭਾਰਤੀ ਗਿਆਨ ਪਰੰਪਰਾ ਦੇ ਵਿੱਚ ਵੇਦਾਂ ਦੇ ਵਿੱਚ ਵੀ, ਨਾਸਦੀ ਸੂਕਤ 'ਚ ਵੀ ਆਉਂਦੀ ਹੈ ਕਿ ਪਰਮ ਸਤ, ਮਤਲਬ ਜਿਹੜਾ ਇਸ ਡਿਵਾਈਨ ਆਰਡਰ ਹੈ ਉਹਦੇ ਵਿੱਚੋਂ, ਡਿਵਾਈਨ ਆਰਡਰ ਨੂੰ ਤੁਸੀਂ ਜੇ ਸਰਲ ਸ਼ਬਦਾਂ 'ਚ ਅੱਜ ਦੇ ਟਰਮ 'ਚ ਸਮਝਣਾ ਹੋਏ ਤਾਂ ਇੱਕ ਬਿਗ ਬੈਂਗ ਥਿਊਰੀ ਜਿਹੜੀ ਸੀਗੀ ਕਿ ਇੱਕ ਬਲਾਸਟ, ਕਾਸਮਿਕ ਬਲਾਸਟ ਜਿਹੜਾ ਹੋਇਆ ਆਪਣੇ ਆਪ ਹੀ ਅਗਨੀ ਦਾ, ਉਹਦੇ ਵਿੱਚੋਂ ਜਿਹੜੇ ਐਲੀਮੈਂਟ ਨਿਕਲੇ ਉਹਦੇ ਨਾਲ ਧਰਤੀ ਬਣੀ, ਧਰਤੀ ਦੀ ਸਿਰਜਣਾ ਹੁੰਦੀ ਹੈ। ਅਤੇ ਕਿੰਨੇ ਹੀ ਸਾਰੇ ਐਲੀਮੈਂਟਸ ਜਿਹੜੇ ਆ ਉਸ ਬਲਾਸਟ 'ਚੋਂ ਇਸ ਧਰਤੀ ਦੇ ਵਾਤਾਵਰਣ ਦੇ ਵਿੱਚ ਫੋਰਐਵਰ 25 ਅਰਬ ਸਾਲ ਪਹਿਲਾਂ ਦੇ ਜੇ ਇਹ ਘਟਨਾ ਹੈ, ਤਾਂ ਇੱਕ ਵੀ ਐਲੀਮੈਂਟ, ਨਾ ਵਾਯੂ, ਨਾ ਇਹਦੇ ਵਿੱਚੋਂ ਜਲ, ਨਾ ਅਗਨੀ, ਕੋਈ ਵੀ ਜਿਹੜਾ ਤੱਤ ਹੈ ਉਹ ਇਸ ਵਾਤਾਵਰਣ ਦੇ ਵਿੱਚੋਂ ਗੁਰਤਵਾਕਰਸ਼ਣ ਸ਼ਕਤੀ ਕਰਕੇ ਬਾਹਰ ਨਹੀਂ ਗਿਆ। ਇਹਦਾ ਮਤਲਬ ਇਹ ਬਣਿਆ ਕਿ ਜੋ ਸੰਰਚਨਾ ਇਸ ਧਰਤੀ ਦੇ ਉੱਤੇ ਮਾਨਵ ਦੀ ਹੋਈ ਜਾਂ ਕਿਸੇ ਵੀ ਐਲੀਮੈਂਟ ਦੀ ਹੋਈ ਹੈ, ਇਹ ਉਹੀ ਪੁਰਾਣੇ ਤੱਤਵਾਂ ਦਾ ਬਾਰ-ਬਾਰ ਇੱਕ ਰੀਸਾਈਕਲਿੰਗ ਹੈ, ਉਹਦੇ ਵਿੱਚੋਂ ਰੀਸਾਈਕਲਿੰਗ ਹੋ ਕੇ ਉਹ ਚੱਲ ਰਿਹਾ। ਅਤੇ ਤਾਂ ਹੀ ਕਹਿੰਦੇ ਆ ਸਾਚੇ ਤੇ, ਸਾਚਾ ਇੱਥੇ ਉਹ ਡਿਵਾਈਨ ਆਰਡਰ ਹੈ ਜਿਹਨੂੰ ਪਰਮ ਸੱਤ ਕਹਿ ਦਿੰਦੇ ਆ, ਵੀ ਉਹਦੇ ਵਿੱਚੋਂ ਪਵਨਾ ਹੋਇਆ, ਜਿਹੜਾ ਪਵਨ ਹੈ, ਉਸ ਕਾਸਮਿਕ ਬਲਾਸਟ ਦੇ ਵਿੱਚੋਂ ਜਿਹੜੀ ਵਾਈਬ੍ਰੇਸ਼ਨਸ ਜਿਹੜੀਆਂ ਆਉਂਦੀਆਂ, ਜਿਹਨੂੰ ਅਸੀਂ ਪ੍ਰਾਣ ਵੀ ਕਹਿ ਦਿੰਦੇ ਹਾਂ, ਪ੍ਰਾਣ ਊਰਜਾ ਔਰ ਪ੍ਰਾਣ, ਜਿਹੜੇ ਕਿ ਸਾਡੇ ਸਰੀਰ ਦੀ ਸੰਰਚਨਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ, ਉਹਦੇ ਵਿੱਚੋਂ ਹੀ
ਜਿਹੜਾ ਜਲ ਦੀ ਉਤਪਤੀ ਹੁੰਦੀ ਹੈ, ਇਹ ਬੜਾ ਦੇਖੋ ਸਿਸਟਮੈਟਿਕ ਕਾਸਮਿਕ ਆਰਡਰ ਹੈ। ਹੁਣ ਇਹਨੂੰ ਜਿਹੜੇ ਸਾਡਾ ਭਾਰਤੀ ਗਿਆਨ ਹੈ ਉਹ ਦੋ ਤਰ੍ਹਾਂ ਦੀ ਕੈਟੇਗਰੀਜ਼ ਦੇ ਵਿੱਚ ਇਹਨੂੰ ਡਿਵਾਈਡ ਕਰਦਾ ਹੈ। ਜਿਹੜੇ ਇਹ ਐਲੀਮੈਂਟਸ ਹੈਗੇ, ਇੱਕ ਤਾਂ ਡਿਵੀਜ਼ਨ ਕਰਦਾ ਹੈ ਕਿ ਇਨਫਾਈਨਾਈਟ ਜਿਹੜੇ ਨਾ ਐਲੀਮੈਂਟਸ ਉਹ ਹੈਗੇ ਆ ਜਿਨ੍ਹਾਂ ਦੀ ਉਤਪਤੀ ਫੋਰਐਵਰ ਹੈ, ਪਹਿਲਾਂ ਤੋਂ ਹੈ, ਆਦਿ ਯੁੱਗ ਤੋਂ, ਮਤਲਬ ਆਦਿ ਕਾਲ ਤੋਂ ਹੈ, ਕਾਲ ਅਤੀਤ ਹੈ ਅਤੇ ਅੱਗੇ ਤੱਕ ਰਹੇਗੀ। ਉਹਦੇ ਵਿੱਚ ਕੀ ਹੈ, ਇੱਕ ਤਾਂ ਸੂਰਜ ਦੀ ਰੋਸ਼ਨੀ ਹੈ, ਅਤੇ ਵਾਯੂ ਹੈ, ਜਲ ਹੈ। ਇਹ ਐਸੀਆਂ ਚੀਜ਼ਾਂ ਜਿਹੜੀਆਂ ਕਿ ਅਦਿੱਤੀ ਦੇ ਵਿੱਚੋਂ ਨਿਕਲੀਆਂ ਹੋਈਆਂ ਅਦਿੱਤਿਆ ਹੈ। ਇਹ ਐਲੀਮੈਂਟਸ ਹੈ ਜਿਹੜੇ ਇਨਫਾਈਨਾਈਟ ਹੈ, ਫੋਰਐਵਰ ਹੈ। ਅਤੇ ਦੂਸਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਫਾਈਨਾਈਟ ਹੈ, ਕਾਲਬੱਧ ਹੈ। ਹੁਣ ਇਹ ਐਲੀਮੈਂਟ ਤੁਸੀਂ ਸਾਇੰਟੀਫਿਕਲੀ ਦੇਖੋ ਅਤੇ ਸਾਡੀ ਬਾਡੀ 5 ਤੱਤਾਂ ਨਾਲ ਬਣਦੀ ਹੈ। ਉਹ 5 ਤੱਤ ਕੀ ਹੈ? ਅਗਨੀ, ਜਲ, ਆਕਾਸ਼। ਇਹੀ ਜਿਹੜੀਆਂ ਚੀਜ਼ਾਂ ਇਨਫਾਈਨਾਈਟ ਐਲੀਮੈਂਟਸ ਹੈ ਜਿਹੜੇ ਫੋਰਐਵਰ ਰਹਿਣ ਵਾਲੇ ਹੈ, ਉਹਦੀ ਕੰਪੋਜੀਸ਼ਨ ਹੁੰਦੀ ਹੈ ਅਤੇ ਉਹਦੇ ਨਾਲ ਸਾਡੀ ਬਾਡੀ ਦਾ ਨਿਰਮਾਣ ਹੁੰਦਾ, ਜਿਹੜੀ ਸਾਡੀ ਸਥੂਲ ਸੰਰਚਨਾ ਹੈ। ਅਤੇ ਇਹ ਸੰਰਚਨਾ ਕਿਵੇਂ ਹੁੰਦੀ ਹੈ? ਇਹ ਜਦੋਂ ਸੰਰਚਨਾ ਬਣਦੀ ਹੈ ਤਾਂ ਇਹ ਟੈਂਪੋਰਲ ਹੈ, ਸਾਮਇਕ ਹੈ, ਮਤਲਬ ਇੱਕ ਕਾਲਬੱਧ ਹੈ, ਸਮੇਂ ਦੇ ਵਿੱਚ ਆ ਜਾਂਦੀ ਹੈ ਕਿ ਇਹਦਾ ਨਿਰਮਾਣ ਹੋਇਆ ਅਤੇ ਇਹਦਾ ਡਿਸਟਰਕਸ਼ਨ ਔਰ ਅੰਤ ਵੀ ਹੋਏਗਾ। ਇਨ ਬਿਟਵੀਨ ਜਿਹੜਾ ਇਹ ਚੱਲੇਗਾ, ਇਹ ਬਾਡੀ ਰਹੇਗੀ। ਅਤੇ ਇਸ ਬਾਡੀ ਨੂੰ ਆਪਰੇਟ ਕਰਨ ਵਾਸਤੇ, ਚਲਾਉਣ ਵਾਸਤੇ ਜਿਹੜੇ ਤੱਤ ਬਣੇ ਉਹ ਤਾਂ ਹੋ ਗਏ ਇਨਫਾਈਨਾਈਟ, ਅਤੇ ਜਦੋਂ ਬਾਡੀ ਬਣ ਗਈ ਇਹ ਹੋ ਗਿਆ ਫਾਈਨਾਈਟ। ਇਹਦਾ ਮਤਲਬ ਸਾਡੀ ਜਿਹੜੀ ਮਾਨਵ ਰਚਨਾ ਹੈ, ਜਿਹੜੀ ਐਂਥਰੋਪੋਲੋਜੀ ਹੈ, ਉਹ ਉਹਨਾਂ ਅਰਲੀਐਸਟ ਇਨਫਾਈਨਾਈਟ ਐਲੀਮੈਂਟਸ ਨਾਲ ਬਣੀ ਹੈ ਜਿਹੜੇ ਕਿ ਅਰਬਾਂ ਸਾਲ ਤੋਂ ਹੈ, ਔਰ ਕਿਸੇ ਇੱਕ ਦੇ ਵਿੱਚ ਨਹੀਂ। ਤੁਸੀਂ ਦੇਖੋ ਜਦੋਂ ਵਿਅਕਤੀ ਦੀ ਮ੍ਰਿਤਿੂ ਹੁੰਦੀ ਹੈ ਤਾਂ ਮ੍ਰਿਤਿੂ ਤੋਂ ਬਾਅਦ ਉਹਦਾ ਬਾਡੀ ਕਿੱਥੇ ਜਾਂਦੀ ਹੈ? ਬਾਡੀ ਮਰਦੀ ਹੈ। ਬਾਡੀ ਦੇ ਜਿਹੜੇ 5 ਤੱਤ ਹੈ, ਇਹ 5 ਤੱਤਾਂ ਦੇ ਵਿੱਚ ਵਾਪਸ ਕੰਜ਼ਿਊਮ ਹੋ ਜਾਂਦੇ। ਬਾਡੀ ਦਾ ਜਿਹੜਾ ਜੇ 90% 80% ਬਾਡੀ ਜੇ ਜਲ ਹੈ, ਪਾਣੀ ਹੈ, ਤਾਂ ਬਾਡੀ ਕੰਜ਼ਿਊਮ ਹੋਣ ਤੋਂ ਬਾਅਦ ਭਾਵੇਂ ਉਹ ਜਲਾਈ ਜਾਏ, ਭਾਵੇਂ ਦਫਨਾਈ ਜਾਏ, ਉਹ ਬਾਡੀ ਦੁਬਾਰਾ ਪਾਣੀ ਦੇ ਰੂਪ ਦੇ ਵਿੱਚ ਵਾਸ਼ਪ ਹੋ ਕੇ ਨਿਕਲ ਜਾਂਦੀ ਹੈ। ਇਹਦਾ ਮਤਲਬ ਉਹ ਆਪਣੀ ਓਰੀਜਨਲ ਫਾਰਮ ਦੇ ਵਿੱਚ ਆ ਗਈ। ਇਸੇ ਤਰ੍ਹਾਂ ਸਾਡੇ ਜਿਹੜੇ ਬਾਕੀ ਐਲੀਮੈਂਟਸ ਹੈ ਬਾਡੀ ਦੇ ਵਿੱਚ, ਉਹ ਨਿਕਲ ਜਾਂਦੇ ਆ। ਪਰ ਜਿਹੜਾ ਪ੍ਰਾਣ ਹੈ, ਵਾਯੂ ਹੈ, ਜਿਹਦੇ ਨਾਲ ਸਾਡਾ ਜੀਵਨ ਚੱਲ ਰਿਹਾ, ਚੇਤਨਾ ਚੱਲਦੀ ਹੈ, ਇਹ ਤਾਂ ਆਉਂਦੀ ਜਾਂਦੀ ਹੈ ਹਮੇਸ਼ਾ। ਤੁਸੀਂ ਹਵਾ ਨੂੰ ਪ੍ਰਾਣ ਦੇ ਰੂਪ 'ਚ ਗ੍ਰਹਿਣ ਕਰਦੇ ਰਹਿੰਦੇ ਹੋ ਅਤੇ ਇਹਨੂੰ ਕੱਢਦੇ ਰਹਿੰਦੇ ਹੋ। ਸੋ ਇਹ ਉਹ ਐਲੀਮੈਂਟ ਹੈ ਜਿਹੜਾ ਤੁਹਾਡੀ ਬਾਡੀ ਦੇ ਟਾਈਮਡ ਜਾਂ ਫਾਈਨਾਈਟ ਫਾਰਮ ਤੋਂ ਦੇ ਹੁੰਦੇ ਹੋਏ ਵੀ ਇਨਫਾਈਨਾਈਟ ਹੈ, ਅਦਿੱਤਿਆ ਹੈ। ਮਤਲਬ ਇਹ ਉਹ ਐਲੀਮੈਂਟ ਹੈ ਜਿਹੜਾ ਕਿ ਤੁਹਾਡੀ ਐਕਚੁਅਲ ਤੁਹਾਡਾ ਜਿੰਦ ਹੈ, ਇਹਦੇ ਕਰਕੇ ਹੀ ਤੁਹਾਡਾ ਜੀਵਨ ਹੈ, ਜਿੰਦ ਹੈ। ਜਦੋਂ ਤੱਕ ਤੁਸੀਂ ਸਾਹ ਲੈ ਰਹੇ ਹੋ, ਇਹਦਾ ਮਤਲਬ ਤੁਸੀਂ ਇੱਕ ਐਨਰਜਾਈਜ਼ਡ ਮੈਟਰ ਜੋ ਇਸ ਕੋਸਮੋਸ ਦੇ ਵਿੱਚ ਹੈਗਾ, ਉਹਦੇ ਵਿੱਚ ਇਕੱਲਾ ਆਕਸੀਜਨ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਹੈ ਨਾ। ਸੈਂਕੜੇ ਤਰ੍ਹਾਂ ਦੀਆਂ ਗੈਸਿਸ ਵੀ ਹੈ। ਉਸ ਤੋਂ ਬਾਅਦ ਬਹੁਤ ਸਾਰੇ ਐਲੀਮੈਂਟ ਹੈ ਜਿਹੜੇ ਸਾਡੇ ਜਿਹੜੀ ਬਾਡੀ ਨੂੰ ਬਣਾਉਣ ਵਾਲੇ ਐਲੀਮੈਂਟਸ ਨੂੰ ਬਾਰ-ਬਾਰ ਉਹਦਾ ਨਿਰਮਾਣ ਕਰਦੇ ਆ, ਉਹਨੂੰ ਰਿਪੇਅਰ ਕਰਦੇ ਆ ਅਤੇ ਉਹਨੂੰ ਜੋੜਦੇ ਆ ਅਤੇ ਸਾਨੂੰ ਇੱਕ ਊਰਜਾ ਔਰ ਸ਼ਕਤੀ ਦਿੰਦੇ ਆ। ਹੁਣ ਇਹ ਐਲੀਮੈਂਟ ਜਦੋਂ ਅਸੀਂ ਇਸ ਤਰ੍ਹਾਂ ਡਿਫਾਈਨ ਕੀਤਾ ਗਿਆ ਹੈ, ਦੇਖੋ ਭਾਰਤੀ ਗਿਆਨ ਪਰੰਪਰਾ ਨੇ ਡਿਫਾਈਨ ਕੀਤਾ ਹੋਇਆ, ਇਸ ਤਰ੍ਹਾਂ ਦੀ ਸੰਰਚਨਾ ਦੱਸੀ ਹੈ ਕਿ ਐਂਥਰੋਪੋਲੋਜੀ ਮਾਨਵ ਕੀ ਹੈ, ਉਹਦੀ ਸੰਰਚਨਾ ਇਸ ਤਰ੍ਹਾਂ ਹੋਈ। ਹੁਣ ਜੇ ਉਹਦੀ ਸੰਰਚਨਾ ਇਸ ਤਰ੍ਹਾਂ ਹੁੰਦੀ ਹੈ ਤਾਂ ਸੋਚੋ ਕਿ ਇਹ ਜਿਹੜੇ ਸਾਡੇ ਐਲੀਮੈਂਟਸ ਹੈ, 5 ਤੱਤ ਹੈ, ਕਿਹੜਾ ਵਿਅਕਤੀ ਜਾਂ ਕਿਹੜਾ ਇਸ ਦੁਨੀਆ ਦੇ ਵਿੱਚ ਐਲੀਮੈਂਟ ਹੈ ਜਿਹੜਾ ਅਸੀਂ ਸ਼ੇਅਰ ਨਹੀਂ ਕੀਤਾ ਜਾਂ ਜਿਹੜਾ ਕਿਸੇ ਤੋਂ ਵੱਖਰਾ ਹੋ ਗਿਆ। ਇਹਦਾ ਮਤਲਬ ਇੱਕ ਐਸਾ ਰਿਲੇਸ਼ਨ ਸਾਡਾ ਆਪਣਾ ਔਰ ਇਸ ਦੁਨੀਆ ਦੇ ਨਾਲ, ਇਸ ਸ੍ਰਿਸ਼ਟੀ ਦੇ ਨਾਲ ਕਾਇਮ ਹੁੰਦਾ ਹੈ, ਜਿਹੜਾ ਕਿ ਇੱਕ ਦੂਸਰੇ ਦੇ ਨਾਲ ਫੋਰਐਵਰ ਰਿਲੇਟਿਡ ਹੈ, ਇਸ ਜਨਮ ਦੇ ਵਿੱਚ ਵੀ, ਇਸ ਤੋਂ ਪਹਿਲਾਂ ਵੀ ਅਤੇ ਇਸ ਤੋਂ ਬਾਅਦ ਵੀ। ਕਿਉਂਕਿ ਉਹੀ ਐਲੀਮੈਂਟ ਹੈ ਜਿਹੜੇ ਬਾਰ-ਬਾਰ ਅਸੀਂ ਜੇ ਉਹਨੂੰ ਕਿਸੇ ਫਰੂਟ ਦੇ ਰੂਪ 'ਚ, ਕਿਸੇ ਸਬਜ਼ੀ ਦੇ ਰੂਪ ਦੇ ਵਿੱਚ ਗ੍ਰਹਿਣ ਕਰਦੇ ਹਾਂ ਤਾਂ ਉਹ ਸਾਰੇ ਐਲੀਮੈਂਟ ਦੁਬਾਰਾ ਸਾਡੀ ਸੰਰਚਨਾ ਵਿੱਚ ਆ ਰਹੇ, ਬਾਡੀ ਦੀ ਸੰਰਚਨਾ 'ਚ ਆ ਰਹੇ, ਔਰ ਪ੍ਰਾਣ ਐਜ਼ ਇਟ ਇਜ਼ ਘੁੰਮਦੇ ਰਹਿੰਦੇ ਆ।
ਹੁਣ ਇਹ ਗਿਆਨ ਤੁਸੀਂ ਦੇਖੋ, ਇਹ ਵਿਗਿਆਨ ਹੈ। ਅਸੀਂ ਜੇ ਇਸ ਨੂੰ ਇਸ ਕਰਕੇ ਨਹੀਂ ਸੁਣਾਂਗੇ, ਇਸ ਕਰਕੇ ਨਹੀਂ ਇਹਨੂੰ ਸਮਝਦੇ ਕਿ ਇਹ ਸ਼ਾਇਦ ਕੋਈ ਬਹੁਤ ਧਾਰਮਿਕ ਅਧਿਆਤਮਕ ਗੱਲ ਹੈ, ਅਧਿਆਤਮ ਇਹਦੇ ਵਿੱਚ ਕਿਤੇ ਵੀ ਨਹੀਂ ਹੈਗਾ। ਜਦੋਂ ਅਸੀਂ ਬਾਡੀ ਦੀ ਸੰਰਚਨਾ ਦੀ, ਅਸੀਂ ਐਂਥਰੋਪੋਲੋਜੀ ਦੀ ਗੱਲ ਕਰ ਰਹੇ ਹਾਂ, ਤਾਂ ਇਹਦੇ ਵਿੱਚ ਵਿਗਿਆਨ ਹੈ, ਟੋਟਲ ਸਾਇੰਸ ਹੈ। ਕੋਈ ਡਿਨਾਈ ਨਹੀਂ ਕਰ ਸਕਦਾ ਕਿ ਸਾਡੇ ਬਾਡੀ ਦਾ ਜਿਹੜਾ ਇਹ ਪਾਰਟ ਹੈ, ਇਹ ਉਹਨਾਂ ਐਲੀਮੈਂਟਸ ਦੇ ਨਾਲ ਨਹੀਂ ਬਣਿਆ ਜੋ ਇਸ ਸ੍ਰਿਸ਼ਟੀ ਦੇ ਵਿੱਚ ਐਗਜ਼ਿਸਟਿੰਗ ਹੈ। ਇਸ ਤੋਂ ਕੋਈ ਡਿਨਾਈ ਨਹੀਂ ਕਰ ਸਕਦਾ। ਔਰ ਜਦੋਂ ਇਹ ਬਾਡੀ ਖਤਮ ਹੋਣੀ ਹੈ, ਉਸੇ ਐਲੀਮੈਂਟ 'ਤੇ ਵਾਪਸ ਚਲੀ ਜਾਏਗੀ ਅਤੇ ਫਿਰ ਰੀਕ੍ਰੀਏਟ ਹੋ ਜਾਏਗੀ। ਹੁਣ ਜਿਹੜਾ ਸਾਡਾ ਸਾਇੰਸ ਗਿਆਨ ਪਰੰਪਰਾ ਹੈ, ਉਹ ਕਹਿੰਦੀ ਵੀ ਇੱਥੇ ਤੱਕ ਤਾਂ ਮਨੁੱਖ ਦੀ, ਜੀਵਾਂ ਦੀ, ਬੀਇੰਗ ਦੀ ਐਗਜ਼ਿਸਟੈਂਸ ਉਹ ਕ੍ਰੀਏਸ਼ਨ ਹੈਗੀ ਹੈ। ਇਹਦੇ ਵਿੱਚ ਕੋਈ ਗੋਡ ਦਾ ਜਾਂ ਕਿਸੇ ਬਾਹਰੀ ਸੱਤਾ ਦਾ ਐਜ਼ ਗੋਡ ਕ੍ਰੀਏਟਰ, ਉਹਦਾ ਕੋਈ ਇਹਦੇ ਵਿੱਚ ਹੱਥ ਨਹੀਂ ਹੈ। ਇਹ ਆਪਣੇ ਆਪ ਹੀ ਨੇ ਸਾਜਿਓ, ਸਵੈਮਭੂ ਹੈ, ਆਪਣੇ ਆਪ ਕ੍ਰੀਏਟ ਹੋਣ ਵਾਲਾ ਇੱਕ ਚੱਕਰ ਹੈ, ਕਾਲ ਚੱਕਰ ਹੈ ਵੀ ਅਸਮੇਂ ਤੋਂ ਬਿਨਾਂ ਟਾਈਮ ਵਾਲੀ ਇੱਕ ਫਾਰਮ ਦੇ ਵਿੱਚ ਆਉਣਾ। ਇੱਕ ਸਿਸਟਮ ਹੈ, ਇੱਕ ਆਰਡਰ ਹੈ, ਔਰ ਇਸੇ ਆਰਡਰ ਨੂੰ ਬ੍ਰਹਮ ਕਹਿ ਦਿੱਤਾ ਗਿਆ। ਬ੍ਰਹਮ ਦਾ ਇੱਕ ਸਾਇੰਟੀਫਿਕ ਐਕਸਪਲੇਨੇਸ਼ਨ ਇੱਥੇ ਤੱਕ ਹੈ। ਇਹ ਇੱਕ ਜੋੜਨ ਵਾਲੀ ਇਕਾਈ ਹੈ, ਕਿਉਂਕਿ ਬਾਡੀ ਦੇ ਐਂਡ ਤੋਂ ਬਾਅਦ ਔਰ ਉਸ ਤੋਂ ਪਹਿਲਾਂ ਇੱਕੋ ਹੀ ਤੱਤ ਹੈ, ਜਿਹਨੂੰ ਅਸੀਂ ਕਾਮਨ ਦੇ ਵਿੱਚ ਕਹਿ ਦਿੱਤਾ, ਪੂਲ ਦੇ ਵਿੱਚ ਸਾਰੇ ਤੱਤਾਂ ਦਾ ਜਿਹੜਾ ਇੱਕ ਪੂਲ ਹੈ, ਉਹੀ ਬ੍ਰਹਮ ਹੈ ਸਭ ਕੁਝ, ਜਿਹਦੇ ਨਾਲ ਉਹ ਚੀਜ਼ਾਂ ਬਾਰ-ਬਾਰ ਬਣਦੀਆਂ। ਨੈਕਸਟ ਸਟੇਜ ਜਿਹੜੀ ਆਉਂਦੀ ਹੈ, ਉਹ ਹੈਗੀ ਹੈ ਸੋਸ਼ਲ ਆਰਡਰ, ਸੋਸਾਇਟੀ। ਹੁਣ ਜਦੋਂ ਅਸੀਂ ਆਪਣੀ ਮਾਨਵਤਾ ਨੂੰ, ਇਸ ਐਗਜ਼ਿਸਟੈਂਸ ਨੂੰ, ਜਿਹਦੇ ਵਿੱਚ ਵਸਤੂਆਂ ਵੀ ਹੈ, ਪੇੜ ਪੌਦੇ ਵੀ ਹੈ, ਪੱਥਰ ਵੀ ਹੈ। ਜਦੋਂ ਅਸੀਂ ਕਹਿੰਦੇ ਨਾ ਵੀ ਪੱਥਰ ਪੂਜਕ ਹੈ, ਸਾਡੀ ਸੋਸਾਇਟੀ ਵੀ ਪੱਥਰਾਂ ਨੂੰ ਵੀ ਪੂਜ ਲੈਂਦੇ ਹਾਂ, ਪੱਥਰ 'ਚ ਵੀ ਇਹ ਭਗਵਾਨ ਨੂੰ ਲੱਭ ਲੈਂਦੇ ਹਾਂ। ਭਗਵਾਨ ਨਹੀਂ, ਪੱਥਰ ਦੇ ਵਿੱਚ ਉਸ ਕ੍ਰੀਏਟਿਵ ਐਲੀਮੈਂਟ ਨੂੰ ਅਸੀਂ ਦੇਖ ਸਕਦੇ ਹਾਂ। ਇਹ ਜੇ ਦ੍ਰਿਸ਼ਟੀ ਕਿਸੇ ਕੋਲ ਹੈ ਕਿ ਉਹਦੇ ਵਾਸਤੇ ਡਿਫਰੈਂਸੀਏਸ਼ਨ ਜਾਂ ਕਿਸੇ ਦੇ ਨਾਲ ਵੱਖਰਾਪਨ ਦਿਖਾਉਣ ਵਾਸਤੇ ਕੁਝ ਨਹੀਂ ਹੈ, ਅਸੀਂ ਸਾਰਿਆਂ ਦੇ ਵਿੱਚ ਸਮਾਨਤਾ ਦੇਖਦੇ ਹਾਂ ਕਿ ਜੇ ਇੱਕ ਪੱਥਰ ਕਿਸੇ ਆਇਰਨ ਦੇ ਜਾਂ ਕਿਸੇ ਹੋਰ ਐਸੇ ਫਾਸਫੋਰਸ ਦੇ ਕਿਸੇ ਐਲੀਮੈਂਟ ਨਾਲ ਬਣਿਆ, ਉਹਨੇ ਭੁਰ ਕੇ ਟੁੱਟ ਕੇ ਸਾਡਾ ਪਾਰਟ ਬਣਨਾ ਹੈ, ਜਾਂ ਸਾਡੇ ਪਾਰਟ ਤੋਂ ਨਿਕਲ ਕੇ ਚੱਟਾਨਾਂ ਬਣਨੀ ਹੈ, ਤਾਂ ਅਸੀਂ ਉਹਦੇ ਨਾਲ ਰਿਲੇਟ ਕਿਵੇਂ ਨਹੀਂ ਹੁੰਦੇ। ਇਹ ਗਿਆਨ ਉਹ ਹੈ ਕਿ ਤੁਹਾਨੂੰ ਇੰਨਾ ਡੀਪਲੀ ਸਾਇੰਟੀਫਿਕਲੀ ਇੱਕ ਜੀਵ ਅਤੇ ਅਜੀਵ, ਸਜੀਵ, ਸਾਰੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਇਹ ਰਿਲੇਟ ਕਰਦਾ ਹੈ, ਜੋੜਦਾ ਹੈ। ਇਸੇ ਕਰਕੇ ਇਹ ਕਿਹਾ ਜਾਂਦਾ ਹੈ ਕਿ ਜੇ ਅਸੀਂ ਆਪਣੀ ਆਦਰ ਕਰਦੇ ਹਾਂ, ਆਪਣੀ ਰਿਸਪੈਕਟ ਕਰਦੇ ਹਾਂ, ਆਪਣਾ ਸਨਮਾਨ ਕਰਦੇ ਹਾਂ, ਤਾਂ ਸਾਨੂੰ ਕਿਸੇ ਵੀ ਵਸਤੂ ਦਾ, ਕਿਸੇ ਵੀ ਦੂਸਰੇ ਬੀਇੰਗ ਦਾ ਅਪਮਾਨ ਇਸ ਕਰਕੇ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵੀ ਅਸੀਂ ਹੈ, ਅਸੀਂ ਹੋਈ ਹਾਂ, ਸਾਡੇ ਪਾਰਟ ਹੈ। ਸੋ ਇੱਥੋਂ ਇੱਕ ਜਿਹੜਾ ਦਰਸ਼ਨ ਸ਼ਾਸਤਰ ਦਾ ਇੱਕ ਪੱਖ ਨਿਕਲਦਾ ਹੈ, ਉਹ ਬਣਦਾ ਹੈ ਅਦਵੈਤ ਦਾ। ਅਦਵੈਤ ਦਾ ਮਤਲਬ ਕ੍ਰੀਏਟਰ ਔਰ ਕ੍ਰੀਏਸ਼ਨ ਦੇ ਵਿਚਕਾਰ ਕੋਈ ਡਿਫਰੈਂਸ ਨਹੀਂ ਹੈ, ਉਹ ਇੱਕੋ ਹੀ ਹੈ। ਅਸੀਂ ਇਸੇ ਕਰਕੇ ਗੁਰਬਾਣੀ ਤੱਕ ਵੀ ਜਿਹੜਾ ਇੱਕ ਸਿਧਾਂਤ ਆਉਂਦਾ ਰਚਨਾਹਾਰ ਦਾ, ਸਿਰਜਣਹਾਰ ਦਾ, ਉਹ ਇੱਕੋ ਹੀ ਹੈ, ਅਭੇਦ ਹੈ। ਕ੍ਰੀਏਟਰ ਔਰ ਕ੍ਰੀਏਸ਼ਨ ਵਨ ਐਂਡ ਸੇਮ ਥਿੰਗ। ਹੁਣ ਜਦੋਂ ਇਸ ਪੱਖ ਤੋਂ ਅਸੀਂ ਆਪਣੇ ਸ੍ਰਿਸ਼ਟੀ ਦੇ ਔਰ ਮਾਨਵ ਨਿਰਮਾਣ ਦਾ ਗੱਲ ਕਰਦੇ ਹਾਂ, ਵਿਚਾਰ ਕਰਦੇ ਹਾਂ, ਅਤੇ ਅੱਗੇ ਇਹਦਾ ਐਨਾਲਿਸਿਸ ਕਰਦੇ ਹਾਂ ਆਪਣੇ ਸੋਸ਼ਲ ਸਟਰਕਚਰ ਦਾ, ਤਾਂ ਅਸੀਂ ਵੱਖਰਤਾਵਾਂ ਘੱਟ ਦੇਖਦੇ ਹਾਂ। ਉਸ ਨੂੰ ਜੋੜਨ ਵਾਲਾ ਕੰਪੋਜ਼ਿਟਨੈਸ, ਜਿਹਦੇ ਵਿੱਚ ਇੱਕ ਹੋਲਿਸਟਿਕ ਵਿਊ ਹੋਏ, ਸਾਰਿਆਂ ਨੂੰ ਇੱਕ ਸਮਾਨਤਾ ਨਾਲ, ਇੱਕ ਨਜ਼ਰ ਦੇ ਨਾਲ ਦੇਖਣ ਦਾ ਸਾਡਾ ਨਜ਼ਰੀਆ ਬਣਦਾ ਹੋਏ, ਇਹ ਸਾਡੀ ਭਾਰਤੀ ਗਿਆਨ ਪਰੰਪਰਾ ਦੀ ਦੇਣ ਹੈ। ਸਾਡੇ ਵਾਸਤੇ ਅਦਰ ਕੋਈ ਨਹੀਂ ਹੈ, ਦੂਸਰਾ ਕੋਈ ਵੀ ਨਹੀਂ ਹੈ। ਸਾਡੇ ਵਾਸਤੇ ਸਭ ਇੱਕੋ ਹੀ ਹੈ ਔਰ ਉਹ ਅਸੀਂ ਹੀ ਹੈ। ਇਸ ਗੱਲ ਨੂੰ, ਇਹਨਾਂ ਚੀਜ਼ਾਂ ਨੂੰ ਦ੍ਰਿੜਾਉਣ ਵਾਸਤੇ, ਦੁਬਾਰਾ ਰੀਅਫਰਮ ਕਰਨ ਵਾਸਤੇ ਸਾਨੂੰ ਇਸ ਅੰਡਰਸਟੈਂਡਿੰਗ ਦੀ ਜ਼ਰੂਰਤ ਹੈ ਕਿ ਭਾਰਤੀ ਗਿਆਨ ਪਰੰਪਰਾ ਹੈ ਕੀ। ਜੇ ਅਸੀਂ ਉਹਨਾਂ ਸਿਸਟਮ ਦੇ ਵਿੱਚੋਂ ਨਿਕਲੀਆਂ ਖੋਜਾਂ ਔਰ ਉਸ ਤੋਂ ਬਾਅਦ ਕਿਹੜੇ ਐਲੀਮੈਂਟਸ ਔਰ ਕਿਹੜੀਆਂ ਚੀਜ਼ਾਂ ਨਿਕਲੀਆਂ, ਪ੍ਰਥਾਵਾਂ ਵੀ ਹੁੰਦੀਆਂ, ਕੁਪ੍ਰਥਾਵਾਂ ਵੀ ਹੁੰਦੀਆਂ, ਪਰ ਇਹ ਸੋਸ਼ਲ ਆਰਡਰ ਹੈ। ਇਹਦੇ ਵਿੱਚ ਨੁਕਸ ਸਾਡੀ ਇਸ ਡੈਫੀਨੇਸ਼ਨ ਦਾ ਨਹੀਂ ਹੈ ਜੋ ਗਿਆਨ ਦੀ ਹੈ। ਗਿਆਨ ਨੇ ਸਾਨੂੰ
ਨੌਨ ਗੋਡ ਇੱਕ ਕਨਸੈਪਟ ਦਿੱਤਾ, ਔਰ ਉਹ ਕਨਸੈਪਟ ਹੈਗਾ ਸਿਸਟਮ ਆਫ ਕ੍ਰੀਏਸ਼ਨ ਦਾ, ਹੁਕਮ ਦਾ। ਗੁਰਬਾਣੀ ਦੇ ਵਿੱਚ ਜਿਹੜਾ ਹੁਕਮ ਹੈ, ਉਹ ਹੁਕਮ, ਉਹ ਆਰਡਰ ਹੈ, ਉਹਦਾ ਹੀ ਸਭ ਤੋਂ ਵੱਡਾ ਸਿਧਾਂਤ ਹੈ ਕਿ ਇਸ ਹੁਕਮ ਦੇ ਵਿੱਚ ਹੀ, ਇਸ ਡਿਵਾਈਨ ਆਰਡਰ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ। ਔਰ ਇਹ ਹੁਕਮ ਆਪਣੇ ਆਪ ਹੀ ਕ੍ਰੀਏਟ ਹੋਇਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਇਹਦਾ ਮੀਨਿੰਗ ਹੀ ਇਹੀ ਹੈ। ਜਦੋਂ ਜਪਜੀ ਸਾਹਿਬ ਦੇ ਮੂਲ ਮੰਤਰ ਦੇ ਵਿੱਚ ਡੈਫੀਨੇਸ਼ਨ ਆਉਂਦੀ ਹੈ, ਉਹ ਬ੍ਰਹਮ ਦੀ ਡੈਫੀਨੇਸ਼ਨ ਹੈ, ਉਹ ਇਸ ਕ੍ਰੀਏਟਰ ਦੀ ਡੈਫੀਨੇਸ਼ਨ ਹੈ, ਜੋ ਕਿ ਨੌਨ ਕ੍ਰੀਏਟਰ ਜਿਹਨੂੰ ਕਹਿੰਦੇ ਨੇ ਅਸੀਂ। ਔਖੀ ਲੱਗਦੀ ਹੈ ਸੋਚਣ ਦੇ ਵਿੱਚ ਔਰ ਇਹਨੂੰ ਕਨਸੈਪਚੁਅਲਾਈਜ਼ ਕਰਨ ਦੇ ਵਿੱਚ, ਪਰ ਇਹ ਗੱਲ ਸਮਝੀ ਜਾ ਸਕਦੀ ਹੈ ਜੇ ਇਸ 'ਤੇ ਅਸੀਂ ਯਕੀਨ ਕਰਦੇ ਹਾਂ। ਔਰ ਗੁਰਬਾਣੀ, ਗੁਰਮਤ ਇਸ ਗਿਆਨ ਪਰੰਪਰਾ ਦਾ ਜਿਹੜਾ ਇੱਕ ਬਹੁਤ ਨਵੀਨ, ਇਸ ਨੂੰ ਬਹੁਤ ਸਰਲ ਭਾਸ਼ਾ ਵਿੱਚ ਸਮਝਾਉਣ ਦਾ ਇੱਕ ਪ੍ਰਯਤਨ ਸੀ, ਜਿਹੜੀ ਕਿ ਸਾਡੀ ਪੂਰੀ ਗਿਆਨ ਪਰੰਪਰਾ ਦੇ ਵਿੱਚ ਜਿਹੜੇ ਝੌਲੇ ਪੈ ਗਏ ਸੀਗੇ, ਕਨਫਿਊਜ਼ਨਸ ਕ੍ਰੀਏਟ ਹੋਈਆਂ। ਗੁਰੂ ਸਾਹਿਬ ਉਹਨਾਂ ਕਨਫਿਊਜ਼ਨਸ ਨੂੰ ਦੂਰ ਕਰਕੇ ਉਹਨਾਂ ਦੀ ਜਿਹੜੀ ਕਾਸਮਿਕ ਵਿਊ ਹੈ, ਬ੍ਰਹਮੰਡਿਕ ਚੇਤਨਾ ਬਾਰੇ ਜਿਹੜਾ ਵਿਚਾਰ ਹੈ, ਉਹ ਸੇਮ ਹੈ, ਪਰ ਉਹਦੇ ਵਿੱਚੋਂ ਜੋ ਮਾਨਵ ਦਾ ਨਿਰਮਾਣ ਹੋਇਆ ਉਹ ਵੀ ਸੇਮ ਹੈ। ਲੇਕਿਨ ਜੋ ਮਾਨਵ ਇਸ ਸ੍ਰਿਸ਼ਟੀ ਦੇ ਵਿੱਚ ਆ ਕੇ ਇੱਕ ਦੂਸਰੇ ਦੇ ਨਾਲ ਇੰਟਰੈਕਸ਼ਨ ਕਰਦਾ ਹੈ, ਉਹ ਹੈਗਾ ਸਮਾਜ। ਇਸ ਕਰਕੇ ਬ੍ਰਹਮ ਦੇ ਵਿੱਚੋਂ ਉਤਪੰਨ ਹੋਣ ਵਾਲਾ ਜੀਵ ਔਰ ਜਗਤ, ਜੀਵ ਤੱਕ ਬ੍ਰਹਮ ਦਾ ਹੀ ਕਿਉਂਕਿ ਐਕਸਪ੍ਰੈਸ਼ਨ ਹੈ, ਪਰ ਜਗਤ ਜਿਹੜਾ ਹੈਗਾ ਉਹਨੂੰ ਅਸੀਂ ਮਾਇਆ ਵੀ ਕਹਿ ਦਿੰਦੇ ਹਾਂ। ਔਰ ਮਾਇਆ, ਜੀਵ, ਜਗਤ, ਇਹ ਦੋਨੋਂ ਇਸ ਸਿਸਟਮ ਦੇ ਨਾਲ ਹੀ ਬਣੇ ਹੋਏ ਹੈ। ਸਭ ਤੋਂ ਜ਼ਿਆਦਾ ਵਿਗਾੜ ਦੀ ਗੱਲ ਜਾਂ ਇੱਕ ਪ੍ਰੋਗਰੈਸ਼ਨ ਔਰ ਡਿਗਰੇਡੇਸ਼ਨ ਦੀ ਗੱਲ ਆਉਂਦੀ ਹੈ ਨਾ, ਉਹ ਅਸੀਂ ਹਮੇਸ਼ਾ ਜਗਤ ਦੀ ਗੱਲ ਕਰ ਰਹੇ ਹੁੰਦੇ। ਜਗਤ ਔਰ ਜੀਵ ਦਾ ਜਿਹੜਾ ਆਪਸੀ ਰਿਲੇਸ਼ਨ ਹੈ, ਜੋ ਸੰਬੰਧ ਹੈ, ਉਸ ਨੂੰ ਅਸੀਂ ਸੰਸਾਰ ਕਹਿ ਦਿੰਦੇ ਹਾਂ, ਸੰਸਾਰਿਕਤਾ ਕਹਿ ਦਿੰਦੇ ਹਾਂ। ਇੱਕ ਦੂਸਰੇ ਦੇ ਨਾਲ ਸਾਡਾ ਰਿਲੇਸ਼ਨਸ਼ਿਪ, ਇੱਕ ਦੂਸਰੇ ਦੇ ਨਾਲ ਡੀਲ, ਕਿਵੇਂ ਅਸੀਂ ਚੱਲਣਾ ਹੈ ਘਰ ਤੋਂ ਬਾਹਰ। ਇੱਕ ਫੈਮਿਲੀ ਯੂਨਿਟ ਹੈ, ਉਸ ਤੋਂ ਬਾਅਦ ਤੁਹਾਡਾ ਇੱਕ ਵੱਡਾ ਭਾਈਚਾਰਾ ਹੋ ਗਿਆ, ਭਾਈਚਾਰੇ ਤੋਂ ਬਾਅਦ ਪੂਰਾ ਸਮਾਜ ਹੋ ਗਿਆ। ਇਹਦੇ ਵਿੱਚ ਕਿਸ ਤਰ੍ਹਾਂ ਇੱਕ ਦੂਸਰੇ ਦੇ ਨਾਲ ਤੁਸੀਂ ਰਿਲੇਸ਼ਨਸ਼ਿਪ ਨੂੰ ਕਾਮਨ ਗੱਲਾਂ ਦੇ ਉੱਤੇ ਮਿਲ ਕੇ ਐਕਸੈਪਟੈਂਸ ਦੇ ਨਾਲ ਸਮਾਜ ਦਾ ਨਿਰਮਾਣ ਕਰਦੇ ਹੋ, ਇਹ ਸਮਾਜਿਕਤਾ ਹੈ। ਹੁਣ ਸਮਾਜਿਕਤਾ ਜਿਹੜੀ ਹੈ, ਉਹ ਖਾਸ ਵਰਗ ਦੀ ਇੱਕੋ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਦਾ ਕਿਸੇ ਦੂਸਰੇ ਵਰਗ ਦੇ ਨਾਲ ਕੰਟਰਡਿਕਸ਼ਨ ਹੋ ਸਕਦਾ ਹੈ, ਕਿਉਂਕਿ ਉਹਨਾਂ ਦਾ ਨਿਰਮਾਣ ਆਪਣੀ ਸਾਂਝਾਂ ਨਾਲ ਹੋਇਆ। ਸਾਡਾ ਸਾਂਝ ਆਪਣੀ ਹੋਏਗੀ, ਆਪਣੇ ਵਰਗ ਦੇ ਨਾਲ, ਆਪਣੀ ਫੈਮਿਲੀ ਦੇ ਨਾਲ, ਸਾਡੇ ਆਪਣੇ ਇੰਟਰਸਟ ਹੋਣਗੇ, ਪਰ ਦੂਸਰੇ ਵਰਗ, ਦੂਸਰੇ ਉਹਦੇ ਨਾਲ ਇੰਟਰਸਟ ਅਲੱਗ ਹੋਣਗੇ। ਕੋਐਗਜ਼ਿਸਟੈਂਸ ਕਿੱਥੇ ਆਉਂਦੀ ਹੈ? ਕੋਐਗਜ਼ਿਸਟੈਂਸ ਦਾ ਆਈਡੀਆ ਕਿੱਥੇ ਆਉਂਦਾ ਹੈ? ਜਦੋਂ ਅਸੀਂ ਆਪਣੇ ਉਸ ਚੇਤਨਾ ਦੇ ਪਸਾਰ ਨੂੰ ਵਧਾਈ ਜਾਵਾਂਗੇ ਕਿ ਸਾਡਾ ਪਰਿਵਾਰ ਇਹ ਪੂਰਾ ਸਮਾਜ ਹੈ, ਕਿ ਜਿਵੇਂ ਅਸੀਂ ਆਪਣੇ ਪਰਿਵਾਰ ਨੂੰ ਦੇਖਦੇ ਹਾਂ ਉਸੇ ਤਰ੍ਹਾਂ ਹੀ ਸਮਾਜ ਨੂੰ ਦੇਖਦੇ ਹਾਂ, ਤਾਂ ਇਹ ਸਮਾਜਿਕਤਾ ਦਾ ਨਿਰਮਾਣ ਹੈ। ਇਹ ਸਾਡੀ ਭਾਰਤੀ ਗਿਆਨ ਪਰੰਪਰਾ ਜਿਹੜੀ ਕਹਿੰਦੀ ਹੈ ਕਿ ਵਸੂਦੇਵ ਕੁਟੁੰਬਕਮ, ਵੀ ਪੂਰੀ ਜਿਹੜੀ ਵਸੂਦੇਵ ਹੈ, ਪੂਰਾ ਜਿਹੜਾ ਕਾਇਨਾਤ ਹੈ, ਪੂਰੀ ਸ੍ਰਿਸ਼ਟੀ ਹੈ, ਇਹ ਸਾਡਾ ਕੁਟੁੰਬ ਹੈ। ਉਹਦੇ ਪਿੱਛੇ ਵਿਚਾਰ ਸਾਡੀ ਸ੍ਰਿਸ਼ਟੀ ਦੇ ਉਹਨਾਂ ਮਾਨਵੀ ਐਲੀਮੈਂਟਸ, ਉਹਨਾਂ ਤੱਤਾਂ ਬਾਰੇ ਹੈ ਜਿਹਦੇ ਨਾਲ ਸਾਡਾ ਨਿਰਮਾਣ ਹੋਇਆ। ਸਾਡਾ ਨਿਰਮਾਣ ਸਮਾਜ ਨੇ ਨਹੀਂ ਕੀਤਾ, ਸਮਾਜ ਦਾ ਨਿਰਮਾਣ ਅਸੀਂ ਆਪਣੀ ਬੁੱਧੀ ਨਾਲ ਜਾਂ ਕੁਬੁੱਧੀ ਨਾਲ ਉਹਦੇ ਨਾਲ ਕਰਦੇ ਹਾਂ। ਕਿਉਂਕਿ ਜੋ ਅਸੀਂ ਪ੍ਰੈਕਟਿਸਿਸ ਕਰਦੇ ਹਾਂ ਇਹ ਕੋਈ ਡਿਵਾਈਨ ਨਹੀਂ ਹੈ, ਇਹ ਕੋਈ ਜਿਹੜਾ ਨਾ ਇੱਕ ਹੁਕਮ ਨਹੀਂ ਹੈ ਜਿਹੜਾ ਕਿ ਅਸੀਂ ਬ੍ਰਹਮ ਦੀ ਗੱਲ ਕਰਦੇ ਹਾਂ। ਇਹ ਸਾਡਾ ਆਪਣਾ ਬਣਾਇਆ ਹੋਇਆ। ਇਹ ਉਹ ਪ੍ਰੈਕਟਿਸਿਸ ਹੈ ਜਿਹੜੀਆਂ 10 ਸਾਲ 15 ਸਾਲ 20 ਸਾਲ ਸਾਨੂੰ ਠੀਕ ਲੱਗ ਰਹੀਆਂ, ਪਰ ਜਦੋਂ ਅਸੀਂ ਕਿਸੇ ਦੂਸਰੇ ਪੱਖ ਦੇ ਨਾਲ ਇੰਟਰੈਕਸ਼ਨ 'ਚ ਆਉਂਦੇ ਹਾਂ ਤਾਂ ਸਾਨੂੰ ਕਰੈਕਟ ਕਰਨ ਦੀ ਲੋੜ ਪੈਂਦੀ ਹੈ ਵੀ ਨਹੀਂ, ਇਹ ਪ੍ਰਥਾ ਠੀਕ ਨਹੀਂ, ਅਸੀਂ ਇਹਨੂੰ ਕਰੈਕਟ ਕਰ ਲੈਂਦੇ ਹਾਂ। ਇਹਨਾਂ ਨੂੰ ਕਹਿੰਦੇ ਆ ਪ੍ਰਥਾਵਾਂ। ਪਰ ਜਦੋਂ ਉਹਦੇ ਵਿੱਚ ਵਿਗਾੜ ਆਉਂਦੇ ਨੇ ਅਗਿਆਨਤਾ ਕਰਕੇ, ਅਗਿਆਨਤਾ ਇੱਥੇ ਉਹ ਹੈ ਜਦੋਂ ਅਸੀਂ ਆਪਣੇ ਆਪ ਨੂੰ, ਆਪਣੇ ਗਿਆਨ ਨੂੰ, ਆਪਣੇ ਮੂਲ ਨੂੰ, ਉਸ ਓਰੀਜਨਲ ਗਿਆਨ ਤੋਂ ਤੋੜਦੇ ਹਾਂ, ਤਾਂ ਉਹ ਅਗਿਆਨਤਾ ਹੈ। ਅਤੇ ਉਸ ਅਗਿਆਨਤਾ ਕਰਕੇ ਜਿਹੜੀਆਂ ਪ੍ਰਥਾਵਾਂ ਉਹ ਕੁਪ੍ਰਥਾਵਾਂ ਬਣ ਜਾਂਦੀਆਂ। ਸੋ ਸਾਡੇ ਸੋਸ਼ਲ ਸਟਰਕਚਰ ਦੇ ਵਿੱਚ ਜਿਹੜਾ ਤੀਸਰਾ ਐਲੀਮੈਂਟ ਹੈ, ਕੋਸਮੋਲੋਜੀ, ਐਂਥਰੋਪੋਲੋਜੀ ਐਂਡ ਸੋਸ਼ੀਓਲੋਜੀ। ਹੁਣ ਸਾਰਾ ਜਿਹੜਾ ਸਾਡਾ ਸਮੱਸਿਆਵਾਂ ਦਾ, ਸਾਰੀਆਂ ਚੀਜ਼ਾਂ ਦਾ ਜਿਹੜਾ ਸਾਡਾ
ਇੱਕ ਪਸਾਰ ਹੈ ਜਾਂ ਜਿਹਦੇ ਬਾਰੇ ਅਸੀਂ ਸੋਚਦੇ ਹਾਂ, ਜੂਝਦੇ ਹਾਂ, ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ, ਉਹ ਕੀ ਹੈ? ਉਹ ਸਾਰਾ ਕੁਝ ਸਮਾਜਿਕਤਾ ਹੈ, ਸਮਾਜ ਹੈ, ਸਮਾਜ ਬਾਰੇ ਵਿਚਾਰ ਹੈ। ਸੋ ਇਸ ਕਰਕੇ ਜਿੰਨੀਆਂ ਅਸੀਂ ਕੁਪ੍ਰਥਾਵਾਂ ਦੀ ਗੱਲ ਕਰਦੇ ਹਾਂ ਜਾਂ ਸਾਨੂੰ ਭਾਰਤੀਅਤਾ ਦੇ ਨਾਮ 'ਤੇ ਇਹ ਦੱਸਿਆ ਜਾਂਦਾ ਵੀ ਨਹੀਂ ਇੱਥੇ ਜਾਤੀ ਪ੍ਰਥਾ ਸੀ ਔਰ ਇੱਥੇ ਇਸਤਰੀ ਦਾ ਸਥਾਨ ਨਹੀਂ ਸੀ, ਕਈ ਗੱਲਾਂ ਐਸੀਆਂ ਜਿਨ੍ਹਾਂ 'ਤੇ ਰੈਫਰੈਂਸ ਤੁਹਾਨੂੰ ਵੈਦਿਕ ਸਾਹਿਤ ਦੇ ਵਿੱਚ ਮਿਡੀਵਲ ਟਾਈਮ ਤੋਂ ਪਹਿਲਾਂ ਤੱਕ ਨਹੀਂ ਮਿਲਣਗੇ। ਵੀ ਇਸਤਰੀ ਨੂੰ ਬੋਲਣ ਦੀ ਆਜ਼ਾਦੀ ਨਹੀਂ ਸੀਗੀ। ਰਿਗਵੇਦ ਦੇ ਵਿੱਚ 22 ਦੇ ਕਰੀਬ ਰਿਗਵੈਦਿਕ ਸਾਹਿਤ ਹੈ ਜਿਹੜਾ 22 ਰਿਸ਼ੀਕਾਵਾਂ ਹੈ ਜਿਨ੍ਹਾਂ ਦੀ ਬਾਣੀ ਜਾਂ ਜਿਨ੍ਹਾਂ ਦੇ ਵਚਨ ਡਿਬੇਟ ਦੇ ਵਿੱਚ ਮਿਲਦੇ ਹਨ ਔਰ ਉਹਨਾਂ ਦੀ ਗੱਲ ਭਾਵੇਂ ਉਹ ਗਾਇਤਰੀ ਹੋਏ ਜਾਂ ਹੋਰ ਜਿਹੜੀਆਂ ਰਿਸ਼ੀਕਾਵਾਂ ਹੈ ਉਹਨਾਂ ਦੀ ਗੱਲ ਹੁੰਦੀ ਹੈ। ਸੋ ਇਸ ਤੋਂ ਉਲਟੇ ਰੈਫਰੈਂਸ ਤਾਂ ਸਾਨੂੰ ਮਿਲ ਜਾਣਗੇ ਜਿਹਦੇ ਵਿੱਚ ਇਕੁਅਲ ਅਧਿਕਾਰ ਸੀਗਾ। ਹੁਣ ਦੇਖੋ, ਜਦੋਂ ਕ੍ਰੀਏਟਰ ਵੱਲੋਂ ਕੋਈ ਜੈਂਡਰ ਦਾ ਇਸ਼ੂ ਹੀ ਨਹੀਂ ਹੈ, ਜੈਂਡਰਿੰਗ ਜਿਹਦੀ ਅੱਜ ਜਿਸ ਟਰਮ 'ਚ ਅਸੀਂ ਅੱਜ ਕੱਲ੍ਹ ਕਰਦੇ ਹਾਂ ਸੋਸ਼ੋਲੋਜੀ ਵਿੱਚ, ਜੈਂਡਰਿੰਗ ਦਾ ਕੋਈ ਆਈਡੀਆ ਸਾਡੇ ਵੈਦਿਕ ਕੋਸਮੋਲੋਜੀਕਲ ਆਈਡੀਆ ਦੇ ਵਿੱਚ ਉਹ ਹੈ ਹੀ ਨਹੀਂ, ਅਤੇ ਅਸੀਂ ਉਹਨੂੰ ਕਿਵੇਂ ਬੁਰਾ ਕਹਿ ਸਕਦੇ ਹਾਂ? ਉਹ ਗਿਆਨ ਦਾ ਇੱਕ ਪਰਪਸ ਹੈ ਕਿ ਇਨਸਾਨ ਕਿਵੇਂ ਬਣਿਆ, ਉਹਦੇ ਵਿੱਚ ਦੋਨੋਂ ਹੀ ਬਣਿਆ। ਇਨਸਾਨ ਦੀ ਜਿਹੜੀ ਕੰਪੋਜੀਸ਼ਨ ਹੈ ਇਕੁਅਲ ਹੈ, ਉਹਦੇ ਵਿੱਚ ਮੇਲ ਫੀਮੇਲ ਜਿਹੜਾ ਜੋ ਵੀ ਜੈਂਡਰ ਦੀ ਗੱਲ ਕਰਦੇ ਨਾ ਇਕੁਅਲ ਹੈ। ਹਾਂ, ਜੇ ਕਸੂਰ ਆਉਂਦਾ ਉਹ ਸਾਡਾ ਆਪਣਾ ਹੁੰਦਾ, ਉਹ ਸਮਾਜ ਦਾ, ਜਿਹੜੀ ਸਮਾਜਿਕ ਵਿਵਸਥਾਵਾਂ ਅਸੀਂ ਬਣਾਉਂਦੇ ਹਾਂ ਉਹਦਾ ਕਸੂਰ ਹੈ। ਪਰ ਜਿਹੜਾ ਐਕਚੁਅਲ ਅਸਲ ਗਿਆਨ ਹੈ, ਗਿਆਨ ਦਾ ਕਸੂਰ ਨਹੀਂ ਹੈਗਾ। ਜਦੋਂ ਅਸੀਂ ਗਿਆਨ ਨੂੰ ਬੁਰਾ ਕਹਿ ਦਿੰਦੇ ਹਾਂ ਜਾਂ ਗਿਆਨ ਨੂੰ ਨਹੀਂ ਮੰਨਣਾ ਚਾਹੁੰਦੇ, ਜੇ ਇਸ ਗਿਆਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਰੇ ਰੈਫਰੈਂਸ ਉਹ ਹੈ ਜਿਹੜੇ ਅਰਧ ਨਾਰੀਸ਼ਵਰੀ ਤਰ੍ਹਾਂ ਜੈਂਡਰ ਦੀ ਜਿਹੜੀ ਕੰਪੋਜੀਸ਼ਨ ਹੈ, ਇਕੁਐਲਿਟੀ ਨਹੀਂ, ਇਕਜੁੱਟਤਾ ਹੀ ਹੈ ਉਹਦੇ ਵਿੱਚ। ਜੈਂਡਰ ਦਾ ਡਿਫਰੈਂਸੀਏਸ਼ਨ ਹੈ ਹੀ ਨਹੀਂ। ਉਹ ਜੈਂਡਰ ਦੀ ਸੰਪੂਰਨਤਾ ਇਕਜੁੱਟਤਾ ਦੇ ਵਿੱਚ ਹੈ, ਯੂਨਿਟੀ 'ਚ ਹੈ, ਇਕਾਤਮਤਾ 'ਤੇ। ਇਸੇ ਤਰ੍ਹਾਂ ਸਾਰੇ ਲੋਕਾਂ ਦੀ ਜਿਹੜੀ, ਭਾਵੇਂ ਉਹ ਵਰਗਾਂ ਦੀ ਗੱਲ ਹੋਏ, ਜਾਤੀ ਦੀ ਗੱਲ ਹੋਏ, ਉੱਥੇ ਜਿਹੜੀ ਉਹਦਾ ਸੰਦੇਸ਼ ਕਮਿਊਨਿਟੀ ਦਾ, ਉਹਦੇ ਮਿਲਾਪ ਦਾ, ਉਹ ਏਕਾਤਮਤਾ ਦੇ ਵਿੱਚ ਹੈ। ਇੱਥੇ ਹੀ ਹੈ, ਇਸੇ ਵਿਵਸਥਾ 'ਚ ਹੈ, ਇਸੇ ਜਗ੍ਹਾ 'ਤੇ ਹੈ, ਕਿਉਂਕਿ ਇਹ ਕੋਈ ਵੀ ਰਿਲੀਜਨ ਜਾਂ ਮਜ਼ਹਬ ਦੀ ਤਰ੍ਹਾਂ ਪੋਲੀਟੀਕਲ ਡਾਕਟਰੀਨ ਨਹੀਂ ਹੈ। ਇਹ ਕੋਈ ਜਿਹੜਾ ਧਰਮ ਹੈ ਉਹ ਰਾਜਨੀਤਿਕ ਵਿਚਾਰ ਨਹੀਂ ਹੈ। ਹੁਣ ਇੱਕ ਐਲੀਮੈਂਟ ਦੀ ਗੱਲ ਕਰਕੇ ਮੈਂ ਅੱਜ ਦੀ ਗੱਲ ਖਤਮ ਕਰਾਂਗਾ ਕਿ ਤੁਸੀਂ ਸਵਾਲ ਜਵਾਬ ਵੀ ਕਰ ਸਕਦੇ ਹੋ ਕਿ ਸਮਾਜ ਦੀ ਪੂਰੀ ਫਿਰ ਵਿਵਸਥਾ ਬਣੀ ਕਿਵੇਂ ਚੱਲਦੀ ਹੈ। ਇਹਦਾ ਆਪਣਾ ਇੱਕ ਨਿਯਮ ਹੈ। ਨਿਯਮ ਕੀ ਹੈਗਾ? ਧਰਮ ਜੋ ਕਿ ਰਿਲੀਜਨ ਨਹੀਂ ਹੈ ਅਤੇ ਨਾ ਮਜ਼ਹਬ ਹੈ। ਧਰਮ ਦੀ ਇੱਕ ਪਰਿਭਾਸ਼ਾ ਹੈ ਧਾਰਿਯਤੇ ਇਤੀ ਧਰਮਾ। ਉਹਦਾ ਮਤਲਬ ਇਹ ਬਣਦਾ ਕਿ ਜੋ ਅਸੀਂ ਧਾਰ ਲੈਂਦੇ ਹਾਂ ਆਪਣੇ ਆਪ 'ਤੇ, ਅਡੋਪਟੇਬਲ ਹੈ ਜੋ, ਉਹੀ ਧਰਮ ਹੈ। ਹੁਣ ਫੋਰ ਐਗਜ਼ਾਮਪਲ ਮੈਂ ਕਈ ਵਾਰ ਇਹ ਗੱਲ ਕਰਦਾ ਹੁੰਦਾ ਕਿ ਮਾਤਾ ਦੇ ਪ੍ਰਤੀ ਜੋ ਤੁਹਾਡਾ ਧਰਮ ਹੈ, ਇਹ ਕੋਈ ਰਿਲੀਜਨ ਨਹੀਂ ਹੈ, ਸਿੰਪਲ ਜੀ ਗੱਲ ਹੈ, ਇਹਨੂੰ ਅਸੀਂ ਧਰਮ ਕਹਿ ਦਿੰਦੇ ਹਾਂ। ਇੱਕ ਰਾਜੇ ਦਾ ਧਰਮ ਹੁੰਦਾ, ਉਹ ਵੀ ਕੋਈ ਰਿਲੀਜਨ ਨਹੀਂ ਹੈ। ਸੋ ਧਰਮ ਦੇ ਜਿੰਨੇ ਸ਼ਬਦ ਤੁਸੀਂ ਇਹਨੂੰ ਵਰਤੋਗੇ ਉਹ ਸਾਰੇ ਦੇ ਸਾਰੇ ਇਸ ਸੋਸ਼ਲ ਆਰਡਰ ਦੀ ਗੱਲ ਕਰਦੇ ਆ, ਇਸ ਸੋਸ਼ਲ ਆਰਡਰ ਨੂੰ ਬਿਹਤਰ ਤਰੀਕੇ ਦੇ ਨਾਲ ਚਲਾਉਣ ਵਾਲੀ ਗੱਲ ਕਰਦੇ। ਤਾਂ ਹੁਣ ਧਰਮ ਦੇ ਨਿਯਮ ਜਿਹੜੇ ਆ, ਇੱਕ ਸੋਸ਼ਲ ਕੰਡਕਟ ਵਾਸਤੇ ਧਰਮ ਕੀ ਹੈਗਾ? ਇਹ ਸਿਰਫ ਧਰਮ ਦਾ ਆਧਾਰ ਹੈ ਵੀ ਧਰਮ ਕੀ ਹੁੰਦਾ ਹੈ। ਧਾਰਿਤੇ ਇਤੀ ਧਰਮਾ ਮਤਲਬ ਇਹ ਗੱਲ ਹੋ ਗਈ। ਅਤੇ ਇਸ ਕਰਕੇ ਗੁਰਬਾਣੀ ਦੇ ਵਿੱਚ ਵੀ ਕਹਿੰਦੇ ਆ ਕਿ ਸੱਚੇ ਉੱਪਰ ਸਭ ਕੋ ਉੱਪਰ ਸੱਚ ਆਚਾਰ, ਵੀ ਸਭ ਤੋਂ ਉੱਪਰ ਤਾਂ ਸੱਤ ਹੈ, ਪਰਮ ਸੱਤ ਹੈ, ਪਰ ਉਸ ਤੋਂ ਵੀ ਉੱਪਰ ਆਚਾਰ। ਆਚਾਰ ਮਤਲਬ ਕੰਡਕਟ ਮਤਲਬ ਧਰਮ। ਧੌਲ ਧਰਮ ਦਇਆ ਕਾ ਪੂਤ। ਇਸੇ ਧਰਮ ਨੇ ਹੀ ਸਾਰੀ ਸ੍ਰਿਸ਼ਟੀ ਨੂੰ, ਇਸ ਡਿਵਾਈਨ ਆਰਡਰ ਨੂੰ ਚਲਾਇਆ ਹੋਇਆ। ਹੁਣ ਜਦੋਂ ਅਸੀਂ ਧਰਮ ਜਾਂ ਆਪਣੇ ਕਰਮ ਵਾਸਤੇ ਕਿਸੇ ਧਰਮ ਦੀ ਗੱਲ ਕਰਦੇ ਹਾਂ ਤਾਂ ਕਿਵੇਂ ਕੰਡਕਟ ਕਰਨਾ ਹੈ, ਉਸ ਦੇ ਪਿੱਛੇ ਸਾਡਾ ਜਿਹੜਾ ਇੱਕ ਬੇਸਿਕ ਪਰਸੈਪਸ਼ਨ, ਸਾਡਾ ਜਿਹੜਾ ਇੱਕ ਦ੍ਰਿਸ਼ਟੀ ਹੋਏ, ਉਹ ਲਾਜ਼ਮੀ ਤੌਰ 'ਤੇ ਸਾਡੀ ਆਪਣੀ ਸ੍ਰਿਸ਼ਟੀ ਰਚਨਾ ਦੇ ਨਾਲ ਸੰਬੰਧਿਤ ਹੋਣੀ ਚਾਹੀਦੀ ਹੈ। ਸਾਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੈਂ ਕੀ ਹਾਂ ਔਰ ਦੂਸਰਾ ਕੀ ਹੈ। ਜਦੋਂ ਅਸੀਂ ਇਸ ਵਿਚਾਰ ਨਾਲ ਚੱਲਾਂਗੇ ਕਿ ਮੈਂ ਔਰ ਤੂੰ ਦੇ ਵਿੱਚ ਕੋਈ ਫਰਕ ਨਹੀਂ ਹੈ, ਤਾਂ ਹੀ
ਉਸ ਵਾਸਤੇ ਸਾਡਾ ਕੰਡਕਟ ਉਹੀ ਹੋਏਗਾ ਜੋ ਸੈਲਫ ਵਾਸਤੇ ਹੈ। ਸੋ ਇਸ ਕਰਕੇ ਜਦੋਂ ਅਸੀਂ ਰਾਜ ਸੱਤਾ ਦੇ ਧਰਮ ਦੀ ਗੱਲ ਕਰਦੇ ਹਾਂ ਤਾਂ ਰਾਜੇ ਦਾ ਧਰਮ ਇਹ ਹੈ ਕਿ ਉਹ ਉਸੇ ਤਰ੍ਹਾਂ ਹੀ ਕਰੇ ਕਿ ਉਹ ਸਾਰਾ ਉਹਦਾ ਸੈਲਫ ਹੈ, ਉਹ ਆਪਣੇ ਵਾਸਤੇ ਹੀ ਕਰ ਰਿਹਾ, ਉਹਦੇ ਵਿੱਚ ਕੋਈ ਸੈਲਫਲੈਸ ਦੀ ਗੱਲ ਜਿਹੜੀ ਹੈ ਨਾ ਉਹ ਹੁੰਦੀ ਹੈ। ਸੋ ਇਸੇ ਤਰ੍ਹਾਂ ਇਸ ਕੰਡਕਟ ਦੀ ਗੱਲ ਹੈ, ਇਸ ਫੀਲ ਦੀ ਗੱਲ ਹੈ, ਬਹੁਤ ਸਧਾਰਨ ਕੈਟੇਗਰੀਜ਼ ਔਰ ਬਹੁਤ ਸਧਾਰਨ ਪਰਿਭਾਸ਼ਾਵਾਂ ਹੈ, ਪਰ ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਕੇ ਚੱਲਦੇ ਹਾਂ ਕਿ ਸ਼ਾਇਦ ਇਹ ਰਿਲੀਜੀਅਸ ਜਾਂ ਉਸ ਤਰ੍ਹਾਂ ਦੀ ਧਾਰਮਿਕ ਗੱਲਾਂ ਜਿਨ੍ਹਾਂ ਨੂੰ ਸਾਡੇ ਸਮਾਜ ਦੇ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ, ਇਹ ਵੈਰ ਫੈਲਾਉਂਦੀਆਂ। ਪਰ ਸਾਡੇ ਵਿੱਚ ਜਿਹੜਾ ਧਰਮ ਦਾ ਇੱਕ ਕਨਸੈਪਟ ਹੈ, ਰੀਅਲ ਕਨਸੈਪਟ ਜਿਹੜਾ ਹੈਗਾ ਉਹ ਟੋਟਲੀ ਡਿਫਰੈਂਟ ਹੈ। ਉਹ ਸਮਾਜਿਕ ਕੰਡਕਟ ਦੀ ਗੱਲ ਕਰਦਾ ਹੈ, ਨੈਤਿਕਤਾ ਦੀ ਗੱਲ ਕਰਦਾ ਹੈ, ਅਸੀਂ ਆਪਣਾ ਆਚਾਰ ਵਿਹਾਰ ਕਿਵੇਂ ਰੱਖਣਾ ਹੈ। ਜਿਵੇਂ ਤੁਸੀਂ 4 ਪੁਰਸ਼ਾਰਥ ਦੀ ਗੱਲ ਸੁਣੀ ਹੋਣੀ ਹੈ। 4 ਪੁਰਸ਼ਾਰਥ ਹੈ ਕਿ ਸਾਡੀ ਲਾਈਫ ਦੇ 4 ਗੋਲ ਕੀ ਹੈ, ਗੋਲ ਕੀ ਹੈ ਸਾਡਾ, ਅਸੀਂ ਆਪਣੀ ਪੂਰੀ ਲਾਈਫ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਕੰਡਕਟ ਕਰਨਾ। ਸਾਡੇ 2 ਪਾਰਟ ਜਿਹੜੇ ਇਹਦੇ ਵਿੱਚ ਆਉਂਦੇ ਆ। ਜਿਹੜਾ ਗੋਲ ਤਾਂ ਹੈਗਾ ਸਾਡਾ ਮੋਕਸ਼, ਮੋਕਸ਼ ਕਿਵੇਂ ਮਿਲੂਗਾ ਔਰ ਕਿਹਦੇ ਵਿੱਚੋਂ ਮਿਲੂਗਾ। 2 ਜਿਹੜੇ ਸਾਡੇ ਇਹਦੇ ਵਿੱਚ ਪਾਰਟ ਹੁੰਦੇ ਆ, ਅਰਥ ਔਰ ਕਾਮ। ਅਰਥ ਦਾ ਮਤਲਬ ਸਾਡੀ ਜਿਹੜੀ ਇੱਥੇ ਲਾਈਵਲੀਹੁੱਡ ਵਾਸਤੇ ਜੋ ਅਸੀਂ ਕਰਦੇ ਹਾਂ, ਜੀਣ ਵਾਸਤੇ ਜੋ ਕਰਨਾ ਹੈ। ਧਰਮ, ਅਰਥ, ਕਾਮ, ਮੋਕਸ਼। ਅਰਥ ਹੋ ਗਿਆ ਜਿਹਦੇ ਨਾਲ ਅਸੀਂ ਪੇਟ ਭਰਨਾ ਹੈ, ਕੰਮ ਕਰਨਾ ਹੈ ਔਰ ਆਪਣੀਆਂ ਜਿਹੜੀਆਂ ਲੋੜਾਂ ਦੀ ਪੂਰਤੀ ਕਰਨੀ ਹੈ। ਇੱਕ ਹੈਗਾ ਕਾਮ, ਕਾਮ ਮਤਲਬ ਡਿਜ਼ਾਇਰਸ, ਕਾਮਨਾਵਾਂ, ਸਾਡੀਆਂ ਇੱਛਾਵਾਂ। ਇੱਕ ਉਹ ਚੀਜ਼ ਹੈ, ਇੱਛਾਵਾਂ ਪੈਦਾ ਹੋ ਰਹੀਆਂ, ਅਸੀਂ ਉਹਨੂੰ ਕਿਵੇਂ ਕੰਡਕਟ ਕਰਨਾ ਹੈ ਅਤੇ ਉਹਨੂੰ ਬੈਲੈਂਸ ਦੇ ਨਾਲ ਕੰਡਕਟ ਕਰਾਂਗੇ ਤਾਂ ਹੀ ਸਾਨੂੰ ਐਂਡ ਮਿਲੇਗਾ, ਇਹਦੇ ਵਿੱਚੋਂ ਮੋਕਸ਼ ਮਿਲੇਗਾ। ਤਾਂ ਉਹਦੇ ਵਾਸਤੇ ਜਿਹੜਾ ਆਰਡਰ ਦਿੱਤਾ ਹੈ, ਉਹਦੇ ਵਾਸਤੇ ਸਾਨੂੰ ਜਿਹੜੇ ਪ੍ਰਿੰਸੀਪਲਸ, ਨਿਯਮ ਦਿੱਤੇ ਹੈ, ਉਹ ਹੈਗਾ ਧਰਮ। ਧਰਮ ਦੇ ਨਾਲ ਜੇ ਤੁਸੀਂ ਅਰਥਾਚਾਰ ਕਰਦੇ ਹੋ, ਆਪਣੇ ਇਕਨੋਮਿਕ ਪ੍ਰੈਕਟਿਸਿਸ ਕਰਦੇ ਹੋ, ਕਮਾਈ ਦੀਆਂ ਅਤੇ ਕਾਮਨਾਵਾਂ ਦੀਆਂ ਸਿੱਧੀਆਂ ਕਰਦੇ ਹੋ ਧਰਮ ਅਨੁਸਾਰ। ਧਰਮ ਮਤਲਬ ਰਿਲੀਜਨ ਨਹੀਂ, ਮੈਂ ਬਾਰ-ਬਾਰ ਉਹੀ ਕਰਦਾ, ਕੋਈ ਡਿਕਟੇਟ ਨਹੀਂ ਹੈ। ਪੂਰੇ ਸਾਡੇ ਸਨਾਤਨ ਪਰੰਪਰਾ 'ਚ ਜਾਂ ਸਿੱਖ ਪਰੰਪਰਾ 'ਚ ਕੋਈ ਸਾਡਾ ਐਸਾ ਡਿਕਟੇਟ ਨਹੀਂ ਹੈ ਕਿ ਤੁਸੀਂ ਇਹ ਕਰਨਾ ਅਤੇ ਇਹ ਨਹੀਂ ਕਰਨਾ, ਇਹ ਕਰੋਗੇ ਤਾਂ ਤੁਹਾਨੂੰ ਇਹ ਮਿਲ ਜਾਏਗਾ। ਇਸ ਤਰ੍ਹਾਂ ਕੁਛ ਨਹੀਂ ਹੈ। ਨਾ ਕੋਈ ਸਵਰਗ ਨਰਕ ਜਾਂ ਜੰਨਤ ਵਗੈਰਾ ਦੀ ਕੋਈ ਗੱਲ ਨਹੀਂ ਕਿ ਤੁਸੀਂ ਇਹ ਕਰੋਗੇ ਤਾਂ ਮਿਲ ਜਾਏਗਾ ਅਤੇ ਨਹੀਂ ਤਾਂ ਤੁਸੀਂ ਦੋਜ਼ਖ 'ਚ ਜਾਓਗੇ ਜਾਂ ਕੁਛ ਐਸਾ ਸਾਡੇ 'ਚ ਕਨਸੈਪਟ ਨਹੀਂ ਹੈ। ਇੱਥੇ ਕਿ ਤੁਸੀਂ ਆਪਣਾ ਕੰਡਕਟ, ਵਿਵਹਾਰ, ਭਾਵੇਂ ਤੁਸੀਂ ਅਰਥਾਚਾਰ ਕਰ ਰਹੇ ਹੋ, ਮਤਲਬ ਜੋ ਆਪਣੇ ਰੋਜ਼ ਦੀਆਂ ਗੱਲਾਂ ਕੰਮ ਕਰਨੇ ਆ, ਜਾਂ ਤੁਸੀਂ ਕਾਰ ਵਿਹਾਰ ਕਰ ਰਹੇ ਹੋ, ਕਾਮਨਾਵਾਂ ਦੀ ਪੂਰਤੀ ਕਰ ਰਹੇ ਹੋ, ਜੇ ਉਹਨੂੰ ਧਰਮ ਦੇ ਅਨੁਸਾਰ ਰਹਿ ਕੇ, ਮਰਿਆਦਾਵਾਂ ਦੇ ਵਿੱਚ ਰਹਿ ਕੇ ਕਰੋਗੇ ਤਾਂ ਹੀ ਤੁਹਾਨੂੰ ਜਿਹੜਾ ਇਸ ਸੰਸਾਰ ਦੇ ਵਿੱਚ ਨਿਰਲੇਪਤਾ ਦੇ ਨਾਲ ਮੁਕਤੀ ਮਿਲੇਗੀ, ਜਿਹਨੂੰ ਅਸੀਂ ਮੋਕਸ਼ ਕਹਿ ਦਿੰਦੇ ਹਾਂ। ਸੋ ਇਹ ਮੈਨੂੰ ਲੱਗਦਾ ਕਿ ਬੇਸਿਕ ਚੀਜ਼ਾਂ ਹੈਗੀਆਂ, ਗੱਲਾਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ, ਪਰ ਅੱਜ ਦੇ ਵਾਸਤੇ ਮੈਨੂੰ ਲੱਗਦਾ ਕਿ ਅੰਡਰਸਟੈਂਡਿੰਗ ਵਾਸਤੇ ਸ਼ਾਰਟ 'ਚ ਜੇ ਇੰਨੀਆਂ ਗੱਲਾਂ ਤੁਹਾਨੂੰ ਤੁਹਾਡੇ ਮਨ 'ਚ ਬੈਠਦੀਆਂ ਤਾਂ ਅਸੀਂ ਫਰਦਰ ਅੱਗੇ ਹੋਰ ਵੀ ਗੱਲਾਂ ਕਰ ਸਕਦੇ ਹਾਂ, ਕਿਉਂਕਿ ਬਹੁਤ ਵੱਡਾ ਇਹ ਵਿਸ਼ਾਲ ਖੇਤਰ ਹੈ ਇਸ ਨੌਲੇਜ ਦਾ, ਜਿਹਦੇ ਵਿੱਚੋਂ ਅਸੀਂ ਬੇਸਿਕ ਗੱਲਾਂ ਕਰਾਂਗੇ। ਔਖਾ ਇਸ ਕਰਕੇ ਲੱਗ ਰਿਹਾ ਕਿਉਂਕਿ ਸਾਡੀ ਗਿਆਨ ਪਰੰਪਰਾ ਬਾਰੇ ਅਗਿਆਨਤਾ ਔਰ ਨਫ਼ਰਤ ਇੰਨੀ ਫੈਲਾਈ ਗਈ ਹੈ, ਜਿਹਦੇ ਵਿੱਚ ਸਾਨੂੰ ਪਹਿਲਾਂ ਹੀ ਸੁਣਨ ਤੋਂ ਪਹਿਲਾਂ ਮਨ ਦੇ ਵਿੱਚ ਇਹ ਬਿਠਾ ਦਿੱਤਾ ਜਾਂਦਾ ਹੈ ਵੀ ਅਸੀਂ ਪਤਾ ਨਹੀਂ ਕਿਹੜੀ ਧਰਮ ਦੀ ਸਿੱਖਿਆ ਲੈਣ ਲੱਗੇ ਹਾਂ, ਮਜ਼ਹਬ ਦੀ ਸਿੱਖਿਆ ਲੈਣ ਲੱਗੇ ਹਾਂ, ਜਾਂ ਪਤਾ ਨਹੀਂ ਇਹਦੇ ਨਾਲ ਕਿਹੜਾ ਵੈਰ ਫੈਲ ਜਾਏਗਾ। ਜਦੋਂ ਕਿ ਤੁਸੀਂ ਦੇਖਿਆ ਕਿ ਇਹ ਸਾਰਾ ਸਾਇੰਸ ਦੇ ਉੱਤੇ ਬੇਸਡ ਸਾਡੀ ਐਕਸਪਲੇਨੇਸ਼ਨ ਹੈ ਕਿ ਮਾਨਵ ਕੀ ਹੈ ਅਤੇ ਉਹਦਾ ਨਿਰਮਿਤ ਜਗਤ ਕੀ ਹੈ, ਅਤੇ ਉਸ ਸੰਸਾਰ ਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਕਿਵੇਂ ਰਹਿਣਾ, ਕਿਵੇਂ ਰਿਲੇਸ਼ਨ ਰੱਖਣਾ, ਇਹ ਸਾਰੀ ਦੀ ਸਮਝ, ਨੈਤਿਕਤਾ ਇਹਦੇ ਵਿੱਚੋਂ ਨਿਕਲਦੀ ਹੈ। ਸੋ ਇਹ ਬੇਸਿਕ ਚੀਜ਼ਾਂ ਹੈ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਸਾਡੀ ਭਾਰਤੀ ਗਿਆਨ ਪਰੰਪਰਾ ਬਾਰੇ ਜੇ ਬਣਦੀ ਹੈ ਤਾਂ ਇਸ ਤੋਂ ਬਾਅਦ ਸਾਨੂੰ ਅੱਗੇ ਜਾਣ ਦਾ ਜਿਹੜਾ ਉਹ ਮੌਕਾ ਵੀ ਮਿਲਣਾ ਚਾਹੀਦਾ, ਜਾਣਾ ਵੀ ਚਾਹੀਦਾ, ਅਤੇ ਹੋਰ ਸਾਡੇ ਆਤਮ ਵਿਸ਼ਵਾਸ ਨਾਲ ਅਸੀਂ ਭਾਰਤੀਅਤਾ ਦੀ ਗੱਲ ਕਰ ਸਕਦੇ ਹਾਂ। ਅਤੇ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਆਪਾਂ ਸਵਾਲ ਜਵਾਬ ਲੈ ਸਕਦੇ ਹਾਂ। ਅਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਸਲ ਹੀ ਸਾਡੇ ਲਈ ਜਿਹੜਾ ਹੈ ਭਾਰਤੀ ਗਿਆਨ ਪਰੰਪਰਾ, ਉਸ ਦੇ ਨਾਲ ਜੁੜੇ ਹੋਏ ਮੁੱਖ ਨੁਕਤੇ ਹੈਗੇ ਆ, ਗਿਆਨ ਦੀ ਪਰਿਭਾਸ਼ਾ ਨੂੰ ਉਹਨਾਂ ਦੇ ਵੈਦਿਕ ਉਦਾਹਰਨਾਂ, ਉਪਨਿਸ਼ਦਾਂ ਦੇ ਉਦਾਹਰਨਾਂ ਰਾਹੀਂ ਸਾਡੇ ਤੱਕ ਜਿਹੜਾ ਹੈ ਪਹੁੰਚਾਇਆ ਹੈ। ਧਰਮ, ਗਿਆਨ ਤੇ ਨੈਤਿਕਤਾ ਦੇ ਪਰਸਪਰ ਸੰਬੰਧਾਂ ਦੀ ਗੱਲ ਕੀਤੀ, ਇੱਥੋਂ ਤੱਕ ਕਿ ਜਿਹੜਾ
ਇਨਫਿਨਾਈਟ ਔਰ ਫਿਨਾਈਟ ਐਲੀਮੈਂਟਸ ਨੇ, ਜਿਹੜੀ ਮਨੁੱਖੀ ਸੰਰਚਨਾ ਨਾਲ ਜੁੜੇ ਹੋਏ ਐਲੀਮੈਂਟਸ ਨੇ, ਉਹਨਾਂ ਨੂੰ ਐਂਥਰੋਪੋਲੋਜੀਕਲ, ਸੋਸ਼ੋਲੋਜੀਕਲ, ਕੋਸਮੋਪੋਲੋਜੀਕਲ, ਜਿਓਗ੍ਰਾਫੀਕਲ ਐਂਗਲਸ ਤੋਂ ਸਾਡੇ ਸਾਹਮਣੇ ਰੱਖਿਆ। ਤੇ ਨਾਲ ਹੀ ਜਿਹੜਾ ਤੁਸੀਂ ਸੈਲਫ ਦੀ ਗੱਲ ਕੀਤੀ ਔਰ ਜਿਹੜਾ ਕਨਸੈਪਟ ਦਿੱਤਾ ਕਿ ਨਥਿੰਗ ਇਜ਼ ਅਦਰ, ਐਵਰੀਥਿੰਗ ਇਜ਼ ਸੈਲਫ, ਔਰ ਜੋ ਕਿ ਅਸਲ ਵਿੱਚ ਸੈਲਫ ਇਜ਼ ਯੂਨੀਵਰਸਲ ਐਂਡ ਡਿਵਾਈਨ ਟਰੂਥ ਹੈ, ਉਹਦੀ ਜਿਹੜੀ ਗੱਲ ਸਾਡੇ ਸਾਹਮਣੇ ਰੱਖੀ ਅਸਲ ਵਿੱਚ ਉਹ ਬਹੁਤ ਇੰਪੋਰਟੈਂਟ ਸੀ। ਜਿਹੜਾ ਅੱਜ ਦਾ ਲੈਕਚਰ ਹੈ, ਹੁਣ ਲੱਗਦਾ ਹੈ ਕਿ ਸਾਡੇ ਲਈ ਕਿੰਨਾ ਇੰਪੋਰਟੈਂਟ ਸੀਗਾ। ਹੁਣ ਤੱਕ ਅਸੀਂ ਜਿਹੜਾ ਹੈ ਗਿਆਨ ਨੂੰ ਔਰ ਜਿਹੜਾ ਧਰਮ ਨੂੰ ਕਿੰਨਾ ਪੱਖਾਂ ਤੋਂ ਦੇਖਦੇ ਸੀਗੇ, ਔਰ ਅਸੀਂ ਕਿਸ ਪੱਖ ਨੂੰ ਜਿਹੜਾ ਸੀਗਾ ਉਹ ਨਹੀਂ ਦੇਖ ਪਾ ਰਹੇ ਸੀ। ਮੈਨੂੰ ਲੱਗਦਾ ਉਹਨਾਂ ਸਾਰੀਆਂ ਗੱਲਾਂ ਤੋਂ ਸਾਨੂੰ ਜਿਹੜਾ ਹੈ ਉਹ ਮਨੁੱਖੀ ਸੰਰਚਨਾ, ਐਲੀਮੈਂਟਸ, ਤੱਤਾਂ ਦੇ ਗੱਲ ਨਾਲ ਜੋੜਦੇ ਹੋਏ, ਔਰ ਕਿਵੇਂ ਬ੍ਰਹਮ ਦਾ ਸੰਕਲਪ, ਡਿਵਾਈਨ ਆਰਡਰ ਕਿਵੇਂ ਕੰਮ ਕਰਦਾ, ਸਾਡੀ ਜਿਹੜੀ ਹੈ ਬੌਧਿਕ ਪੋਸਿਬਿਲਿਟੀਜ਼ ਨੂੰ ਵਧਾਉਂਦਾ ਹੈ, ਉਹ ਸਾਰੀਆਂ ਗੱਲਾਂ ਨੂੰ ਸਾਡੇ ਸਾਹਮਣੇ ਰੱਖਿਆ। ਸਰ ਬਹੁਤ ਬਹੁਤ ਸ਼ੁਕਰੀਆ। ਬਲਕਿ ਮੇਰੀ ਤਾਂ ਇੱਕ ਰਿਕੁਐਸਟ ਰਹੇਗੀ ਕਿ ਅਸੀਂ ਇਸ ਟੌਪਿਕ ਨੂੰ ਹੋਰ ਅੱਗੇ ਲਿਜਾ ਕੇ, ਜਿਵੇਂ ਕਿ ਤੁਸੀਂ ਬਹੁਤ ਕੰਟੈਂਪਰੇਰੀ ਨੌਲੇਜ ਨਾਲ ਜੋੜਿਆ, ਉਹਨੂੰ ਸਾਡੇ ਆਧੁਨਿਕਰਨ ਨਾਲ ਜੋੜਿਆ, ਔਰ ਇੱਥੋਂ ਤੱਕ ਕੀ ਗੱਲ ਦੱਸੀ, ਔਰ ਸਰ ਇਹ ਗੱਲ ਬਿਲਕੁਲ ਸੱਚ ਹੈ। ਸਾਡੇ ਵਿੱਚੋਂ ਸਾਰੇ ਲੋਕ ਇੱਥੇ ਮੌਜੂਦ ਹੋਣਗੇ, ਅਗਰ ਤੁਸੀਂ ਉਹਨਾਂ ਕੋਲੋਂ ਪੁੱਛੋਗੇ ਨਾ ਇਸ ਟਾਈਮ ਕੈਲਕੂਲੇਸ਼ਨ ਕੀ ਹੈ, ਔਰ ਤੁਸੀਂ ਦੱਸੋ ਤੁਹਾਨੂੰ ਕਿੰਨੇ ਕੁ ਫੋਨ ਨੰਬਰ ਯਾਦ ਨੇ, ਤੇ ਅਸੀਂ ਅਸਲ ਵਿੱਚ ਕਹਾਂਗੇ ਕਿ ਜਿਹੜੇ ਇੱਕ ਦੋ ਫੋਨ ਨੰਬਰ ਅਸੀਂ ਬਹੁਤ ਰੈਗੂਲਰਲੀ ਯੂਜ਼ ਕਰਨੇ ਆ ਉਹ ਯਾਦ ਹੋਣਗੇ। ਅਦਰਵਾਈਜ਼ ਹੁਣ ਸਾਡੇ ਜਿਹੜਾ ਬੌਧਿਕ ਸਤਰ ਹੈ ਨਾ, ਇਹ ਜਿਹੜਾ ਟੈਕਨੋਲੋਜੀ ਨੇ ਸਾਡੇ ਬੌਧਿਕ ਸਤਰ ਨੂੰ, ਔਰ ਜਿਹੜਾ ਉਸ ਪਰੰਪਰਾ ਵਿੱਚ ਬੌਧਿਕ ਸਤਰ ਪਿਆ ਸੀ, ਉਹਦੇ ਵਿੱਚ ਜੋ ਡਿਫਰੈਂਸ਼ੀਏਟ ਸਾਡੇ ਸਾਹਮਣੇ ਅੱਜ ਤੁਸੀਂ ਲਿਆਂਦਾ ਹੈ, ਉਹ ਅਸਲ ਵਿੱਚ ਤਸਵੀਰ ਸਾਡੇ ਅੱਗੇ ਆਂਦੀ ਹੈ। ਔਰ ਮੈਨੂੰ ਲੱਗਦਾ ਸਾਨੂੰ ਉਸ ਚੀਜ਼ਾਂ ਨੂੰ ਐਨਾਲਾਈਜ਼ ਕਰਨ ਦੀ ਵੀ ਲੋੜ ਹੈ। ਹੁਣ ਸਾਨੂੰ ਇੰਨਾ ਜ਼ਿਆਦਾ ਅਸੀਂ ਟੈਕਨੋਲੋਜੀ ਤੇ ਆਧਾਰਿਤ ਨਾ ਹੋ ਜਾਈਏ ਕਿ ਅਸੀਂ ਆਪਣੇ ਬੌਧਿਕ ਸਤਰ ਤੋਂ ਜਿਹੜਾ ਹੈ ਨੀਵੇਂ ਪੱਧਰ ਵਿੱਚ ਆ ਜਾਈਏ। ਹੁਣ ਮੈਂ ਸਾਡੇ ਪੂਰੇ ਪੰਜਾਬੀ ਵਿਭਾਗ ਤੋਂ ਉਹਨਾਂ ਦੀ ਤਰਫੋਂ ਧੰਨਵਾਦ ਕਰਨਾ ਚਾਹੂੰਗੀ ਸਰ ਤੁਹਾਡਾ, ਕਿ ਆਪਨੇ ਇੰਨੇ ਜਿਹੜੇ ਵਡਮੁੱਲੇ ਵਿਚਾਰ ਸਾਡੇ ਸਾਹਮਣੇ ਰੱਖੇ ਹੈ। ਦੇ ਨਾਲ ਹੀ ਆਪਣੇ ਸਟੂਡੈਂਟਸ ਨੂੰ ਔਰ ਜਿੰਨੇ ਵੀ ਲੋਕ ਇੱਥੇ ਮੌਜੂਦ ਨੇ, ਜਿਹੜੇ ਇਸ ਲੈਕਚਰ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਹੇ ਸੀਗੇ, ਮੈਂ ਉਹਨਾਂ ਨੂੰ ਜਿਹੜਾ ਹੈ ਗੁਜ਼ਾਰਿਸ਼ ਕਰਨਾ ਚਾਹੂੰਗੀ ਕਿ ਅਗਰ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੋਏ, ਕੋਈ ਟਿੱਪਣੀ ਹੋਏ, ਕੁਝ ਕਹਿਣਾ ਚਾਹੁੰਦੇ ਹੋਣ, ਖਾਸ ਤੌਰ ਤੇ ਆਪਣੇ ਵਿਦਿਆਰਥੀਆਂ ਨੂੰ, ਕਿ ਅਗਰ ਉਹਨਾਂ ਦੇ ਮਨ ਵਿੱਚ ਅੱਜ ਦੇ ਲੈਕਚਰ ਨੂੰ ਲੈ ਕੇ ਕੋਈ ਵੀ ਸਵਾਲ ਪੈਦਾ ਹੁੰਦਾ ਹੈ, ਜਾਂ ਉਹਨਾਂ ਨੂੰ ਕੋਈ ਕਨਸੈਪਟ ਸਮਝ ਨਹੀਂ ਆਉਂਦਾ, ਜਾਂ ਉਹ ਸਰ ਤੋਂ ਕੁਝ ਪੁੱਛਣਾ ਚਾਹੁੰਦੇ ਨੇ, ਸਮਝਣਾ ਚਾਹੁੰਦੇ ਨੇ, ਤੇ ਉਹ ਆਪਣਾ ਹੈਂਡ ਰੇਸ ਕਰ ਸਕਦੇ ਹੈ। ਜਿਵੇਂ ਹੀ ਉਹ ਆਪਣਾ ਹੈਂਡ ਰੇਸ ਕਰਨਗੇ, ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਇਨ ਕਰਾਂਗੇ। ਸਭ ਤੋਂ ਪਹਿਲੇ ਰੋਬਿਨ ਜਿਹੜੀ ਹੈ ਸਾਡੀ ਸਟੂਡੈਂਟ ਹੈ ਸੈਕੰਡ ਈਅਰ ਦੀ, ਮੈਂ ਕਹੂੰਗੀ ਕਿ ਉਹ ਆਪਣਾ ਜਿਹੜਾ ਸਵਾਲ ਹੈ ਉਹ ਪੁੱਛਣ। ਮੇਰੀ ਆਵਾਜ਼ ਸੁਣਦੀ ਹੈ? ਹਾਂਜੀ ਹਾਂਜੀ ਆ ਰਹੀ ਹੈ ਬਾਬੂ। ਸਰ ਮੇਰਾ ਤੁਹਾਡੇ ਤੋਂ ਕੁਐਸਚਨ ਹੈ ਕਿ ਤੁਸੀਂ ਜਿਵੇਂ ਗੱਲ ਕੀਤੀ ਕਿ ਜਿਵੇਂ ਸਾਡੀ ਇੰਡੀਆ ਦੇ ਵਿੱਚ ਜਿਵੇਂ ਵੈਸਟਰਨ ਸਾਇੰਸ ਆਈ ਜਦੋਂ ਤੋਂ, ਤੇ ਅਸੀਂ ਆਪਦੀ ਜਿਹੜੀ ਮਤਲਬ ਪੁਰਾਣੀ ਸਾਇੰਸ ਸੀਗੀ, ਪੁਰਾਣੇ ਵੇਦ ਤੇ ਆਪਦੀ ਸਾਹਿਤ ਨੂੰ ਮਤਲਬ ਅਸੀਂ ਪੜਾਉਣਾ ਸ਼ੁਰੂ ਕਰ ਦਿੱਤਾ। ਤੇ ਅਸੀਂ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਕਿ ਜਿਹੜਾ ਸਾਡਾ ਪੁਰਾਣਾ ਅਸੀਂ ਸਾਹਿਤ ਪੜ੍ਹਦੇ ਹਾਂ ਤੇ ਉਹ ਸਾਡੇ ਦਿਲ ਵਿੱਚ ਕਿਤੇ ਨਾ ਕਿਤੇ ਵਸਿਆ ਹੋਇਆ, ਤੇ ਉਹ ਸਾਡੇ ਆਪਣੇ ਲੋਕਾਂ ਨੇ ਲਿਖਿਆ ਹੋਇਆ ਤੇ ਸਾਡੇ ਧਰਮਾਂ ਦੇ ਨਾਲ ਜਿਹੜਾ ਕਿ ਜੁੜਿਆ ਹੋਇਆ। ਤੇ ਅਸੀਂ ਕਿਤੇ ਨਾ ਕਿਤੇ ਇਹ ਵੀ ਕਹਿ ਸਕਦੇ ਕਿ ਜੇ ਅਸੀਂ ਉਹਨੂੰ ਗਲਤ ਕਹਿੰਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਦਿਲ ਤੋਂ ਮਤਲਬ ਠੇਸ ਵੀ ਪਹੁੰਚਦੀ ਹੈ। ਇਸ ਕਰਕੇ ਅਸੀਂ ਉਹਨੂੰ ਗਲਤ ਨਹੀਂ ਕਰਦੇ ਤੇ ਅਸੀਂ ਵੈਸਟਰਨ ਸਾਇੰਸ ਨੂੰ ਅਪਣਾਉਂਦੇ। ਮੈਂ ਨਾਲ ਦੀ ਨਾਲ ਜਵਾਬ ਕਰਦਾ ਜਾਂ मनीषा ये आप ठीक समझो। हाँ ठीक अगर है। आप कहते हो तो लाइक सारे क्वेश्चन कलेक्ट कर लिए, और अगर आप कहते हो तो नाल नाल ਇਹਦਾ ਮੈਨੂੰ ਲੱਗਦਾ ਹੈ ਬੱਚੇ ਦੀ ਨਾ ਸਿਰਫ ਟਿੱਪਣੀ ਹੈਗੀ ਆ, ਤੇ ਮੈਂ ਬਿਲਕੁਲ ਇਹਨੂੰ ਨਾਲ ਦੀ ਨਾਲ ਰਿਪਲਾਈ ਕਰ ਦਿੰਦਾ। ਜੇ ਕੁਐਸਚਨ ਹੈ ਤਾਂ ਉਨੀ ਦੇਰ 'ਚ ਤੁਸੀਂ ਕਲੈਕਟ ਕਰ ਸਕਦੇ ਹੋ। ਮੈਂ ਕਹਾਂਗਾ ਕਿ ਇਹਦੀ ਗੱਲ ਬਿਲਕੁਲ ਇੱਕ ਜਿਹੜਾ ਸਾਡੇ ਮਨ ਦੇ ਵਿੱਚ ਇਸ ਟਾਈਮ ਵੈਸਟ ਨੂੰ ਲੈ ਕੇ, ਵੈਸਟ ਕੀ ਹੈ, ਕੋਈ ਸਿਰਫ ਇੱਕ ਉੱਥੋਂ ਦਾ ਆਉਣ ਵਾਲਾ ਕੋਈ ਸਾਜ਼ੋ ਸਮਾਨ ਨਹੀਂ ਹੈ। ਵੈਸਟ ਇੱਕ ਆਈਡੀਓਲੋਜੀ, ਇੱਕ ਥਾਟ ਦੇ ਨਾਲ ਆਇਆ ਜਿਹਨੇ ਭਾਰਤੀ ਗਿਆਨ ਦੇ ਉੱਤੇ ਅਟੈਕ ਕੀਤਾ ਸੀਗਾ। ਜਿਸ ਤਰ੍ਹਾਂ ਅਸੀਂ ਸੋਚਦੇ ਹਾਂ, ਜਿਹੜਾ ਪੱਛਚਿਮ ਹੈ ਉਹ ਸਾਡੀਆਂ ਸੋਚ ਦੇ ਜਿਹੜੇ ਨੁਕਤੇ ਹੈ, ਸੋਚ ਪਰਸੈਪਸ਼ਨ ਨੂੰ ਨਾ ਉਹਨੇ ਬਦਲਣ ਵਾਸਤੇ ਅਟੈਕ ਕੀਤਾ ਸੀਗਾ। ਸੋ ਅਸੀਂ ਆਪਣੇ ਆਪ ਨੂੰ ਕਿਵੇਂ ਸਮਝਣਾ ਇਹੀ ਭੁੱਲ ਗਏ। ਜਿੰਨੇ ਵਿਗਿਆਨ ਕੈਟੇਗਰੀਜ਼ ਪੱਛਚਿਮ ਬਣਾਉਂਦਾ, ਉਹਦੇ ਵਿੱਚੋਂ ਭਾਵੇਂ ਇੱਕ ਸਾਈਕੋਲੋਜੀਕਲ ਸਟੱਡੀਜ਼ ਦਾ ਹੋ ਗਿਆ, ਜਾਂ ਸੋਸ਼ੋਲੋਜੀ ਦਾ ਹੋ ਗਿਆ,
ਜਾਂ ਹੋਰ ਜਿਹੜੇ ਇਸ ਟਾਈਮ ਮਾਡਰਨਿਜ਼ਮ, ਪੋਸਟ ਮਾਡਰਨਿਜ਼ਮ ਅਤੇ ਅੱਗੇ ਹੋਰ ਸਟੱਡੀਜ਼ ਹੈ, ਸਬਾਲਟਰਨ ਸਟੱਡੀਜ਼ ਹੋ ਗਈ, ਇਹਨਾਂ ਸਾਰਿਆਂ ਨੂੰ ਜਦੋਂ ਤੁਸੀਂ ਇੱਕ ਨੁਕਤੇ ਤੋਂ ਦੇਖਦੇ ਹੋ ਨਾ, ਤਾਂ ਇਹ ਕੈਟੇਗਰਾਈਜ਼ ਤਾਂ ਕਰ ਰਹੇ ਹੈ। ਸਾਨੂੰ ਸਮਝਣ ਵਾਸਤੇ ਇਹਨਾਂ ਨੇ ਦੱਸਤਾ ਕਿ ਕਿੰਨੀਆਂ ਕੈਟੇਗਰੀਜ਼ ਹੈ ਡਿਫਰੈਂਸੀਏਸ਼ਨ ਦੀਆਂ। ਉਹ ਇਹ ਨਹੀਂ ਦੱਸਦੇ ਕਿ ਸਾਰਿਆਂ ਨੂੰ ਜੋੜਨ ਵਾਲੀ ਕੈਟੇਗਰੀ ਕਿਹੜੀ ਹੈ। ਇਹ ਦੋਨਾਂ ਦੇ ਵਿੱਚ ਬੁਨਿਆਦੀ ਫਰਕ ਹੈ, ਜਿੱਥੇ ਮੈਂ ਵੈਸਟਰਨ ਕੈਟੇਗਰਾਈਜੇਸ਼ਨ ਤੋਂ ਐਗਰੀ ਹੁੰਦਾ ਹੋਇਆ ਵੀ ਡਿਸਐਗਰੀ ਕਰਦਾ ਕਿ ਉਹ ਸਮਾਜ ਨੂੰ ਖੰਡਿਤ ਔਰ ਟੁਕੜੇ ਟੁਕੜੇ 'ਚ ਦੇਖਦੇ ਹੈ। ਸਮਾਜ ਨੂੰ ਜੇ ਇੱਕ ਬ੍ਰਹਮ ਦੀ ਦ੍ਰਿਸ਼ਟੀ 'ਚੋਂ ਇੱਕ ਸਮੁੱਚਤਾ ਦੇ ਵਿੱਚ, ਇਕਾਤਮਤਾ ਦੇ ਵਿੱਚ ਦੇਖੋਗੇ ਨਾ, ਤਾਂ ਕਈ ਸਮੱਸਿਆਵਾਂ ਦਾ ਹੱਲ ਵੈਸੇ ਹੀ ਮਿਲ ਜਾਂਦਾ ਹੈ। ਸਰ ਇੱਕ ਸਵਾਲ ਆਇਆ ਹੈ, ਉਹ ਸਮਰਿੱਧੀ ਨੇ ਪੁੱਛਿਆ ਹੈ ਕਿ ਕੈਨ ਯੂ ਪਲੀਜ਼ ਟੈਲ ਅਸ ਅਬਾਊਟ ਦਾ ਗਾਈਡਲਾਈਨਸ ਅਬਾਊਟ ਆਰ ਸਟੱਡੀਜ਼। ਮੈਂ ਐਗਜ਼ੈਕਟਲੀ ਸਮਝਿਆ ਨਹੀਂ। ਮੈਨੂੰ ਲੱਗਦਾ ਕਿ ਇਹ ਨਵੇਂ ਉਹਦੇ ਵਿੱਚ ਸਟੱਡੀਜ਼ ਨਾਲ ਰਿਲੇਟਡ ਜਿਹੜਾ ਵੀ ਭਾਰਤੀ ਗਿਆਨ ਪਰੰਪਰਾ ਨੂੰ ਇਹਦੇ ਵਿੱਚ ਕਿਵੇਂ ਇਨਕਲੂਡ ਕੀਤਾ ਜਾਏ, ਸ਼ਾਇਦ ਕੁਛ ਇਸ ਤਰ੍ਹਾਂ ਦੀ ਗੱਲ ਹੈਗੀ ਆ। ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਜੋ ਜਿਸ ਤਰ੍ਹਾਂ ਦਾ ਸਾਡਾ ਮਾਡਲ ਹੈ ਔਰ ਨਵਾਂ ਮਾਡਲ ਜਿਹੜਾ ਆਉਣ ਵਾਲਾ ਹੈ, NEP ਮਾਡਲ ਵਾਲੇ ਬੱਚੇ ਹਜੇ ਨਹੀਂ ਆਏ ਕਿਉਂਕਿ ਉਹਨਾਂ ਦੇ ਅਜੇ ਐਡਮਿਸ਼ਨ ਹੋਣਾ ਹੈ, ਔਰ ਉਹਨਾਂ ਦਾ ਸਿਲੇਬਸ ਉਸ ਹਿਸਾਬ ਨਾਲ ਬਣ ਰਿਹਾ। VAC ਜਿਹਦੇ ਵਿੱਚ ਹੈਗਾ, ਉਹਦੇ ਵਿੱਚ ਹੈ ਕਿ ਜੇ ਭਾਰਤੀ ਨੈਤਿਕਤਾਵਾਂ ਕੀ ਹੈ, ਉਹਦੇ ਵਿੱਚੋਂ ਠੀਕ ਢੰਗ ਨਾਲ ਇਹ ਦੱਸਿਆ ਗਿਆ ਕਿ ਧਰਮ ਜਾਂ ਧਾਰਮਿਕ ਨੈਤਿਕਤਾਵਾਂ ਔਰ ਜਿਹੜਾ ਸਾਡਾ ਸਮਾਜ ਦੇ ਵਿੱਚ ਕਦਰਾਂ ਕੀਮਤਾਂ, ਨੈਤਿਕਤਾਵਾਂ ਹੈ ਜਾਂ ਗਿਆਨ ਦਾ ਮੀਨਿੰਗ ਕੀ ਹੈ, ਇਸ ਨੂੰ ਸਹੀ ਪਰਸਪੈਕਟਿਵ 'ਚ ਰੱਖਣ ਦੀ ਜਿਹੜੀ ਨੇ ਇੱਕ ਪੋਜੀਸ਼ਨ ਉਹ ਇੰਟਰੋਡਿਊਸ ਕੀਤੀ ਗਈ ਹੈ, ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹ ਸਾਰਾ ਗਿਆਨ ਇਸ ਸਮਾਜ ਦੇ ਔਰ ਸਾਡੇ ਜੀਵਨ ਤੋਂ ਬਾਹਰਲਾ ਨਹੀਂ ਹੈ। ਇਹ ਸਾਡੇ ਰੋਜ਼ਮर्रा ਦਾ ਗਿਆਨ ਹੈ ਔਰ ਇਹ ਓਨਾ ਹੀ ਇੰਪੋਰਟੈਂਟ ਹੈ। ਜਿਵੇਂ ਜੇ ਰਿਐਲਿਟੀਜ਼ ਦੀ ਗੱਲ ਕਰਦੇ ਹਾਂ ਔਰ ਵੈਸਟ ਦੇ ਅਸੀਂ ਹਿਸਾਬ ਨਾਲ ਅਸੀਂ ਅੱਜ ਜੀ ਰਹੇ ਹਾਂ, ਵਿਚਰ ਰਹੇ ਹਾਂ, ਪਰ ਉਹਦੇ ਵਾਸਤੇ ਤੁਸੀਂ ਲਾਈਟ ਕਿੱਥੋਂ ਲਓਗੇ? ਤੁਹਾਨੂੰ ਜੇ ਇਹੀ ਨਹੀਂ ਪਤਾ ਕਿ ਮੈਂ ਕੀ ਹੈ, ਸੈਲਫ ਕੀ ਹੈ, ਤਾਂ ਤੁਸੀਂ ਉਸ ਰਿਐਲਿਟੀ 'ਚ ਕਿੱਥੇ ਖੜੋਗੇ, ਕਿਹਨਾਂ ਪੈਰਾਂ ਦੇ ਨਾਲ ਖੜੋਗੇ? ਤੁਹਾਡੀ ਆਪਣੀ ਪੋਜੀਸ਼ਨ ਹੀ ਕੋਈ ਨਹੀਂ। ਜੇ ਤੁਸੀਂ ਸਿਰਫ ਹਵਾ 'ਚੋਂ, ਤੁਹਾਡੀ ਚੇਤਨਾ, ਤੁਹਾਡੀ ਸੋਚ, ਤੁਹਾਡਾ ਜਿਹੜਾ ਆਈਡੀਆ ਉਹ ਸਾਰੇ ਹੀ ਹਵਾ 'ਚ ਹੈ, ਜਿਹੜਾ ਅੱਜ ਬਣਿਆ ਔਰ ਕੱਲ੍ਹ ਟੁੱਟ ਗਿਆ, ਤਾਂ ਉਹਦੇ ਨਾਲ ਤੁਸੀਂ ਮਤਲਬ ਆਪਣੀ ਪੂਰੀ ਲਾਈਫ ਨਹੀਂ ਬਿਤਾ ਸਕਦੇ। ਬਿਲਕੁਲ ਸਰ, ਬਿਲਕੁਲ, ਬਹੁਤ ਸ਼ੁਕਰੀਆ। ਹੁਣ ਮੈਂ ਹੋਰ ਵੀ ਬੱਚਿਆਂ ਨੂੰ ਕਹਾਂਗੀ ਕਿ ਜਿਨ੍ਹਾਂ ਨੇ ਪ੍ਰਸ਼ਨ ਕਰਨੇ ਹੈ ਉਹ ਹੈਂਡ ਰੇਜ਼ ਕਰਨ ਤੇ ਇੱਕ ਇੱਕ ਕਰਕੇ ਆਪਣਾ ਪ੍ਰਸ਼ਨ ਪੁੱਛਣ। ਇਕਬਾਲ ਮੈਮ ਨੇ ਹੈਂਡ ਰੇਜ਼ ਕੀਤਾ ਹੈ। ਮੈਂ ਰਵਿੰਦਰ ਨੂੰ ਕੁਐਸਚਨ ਪੁੱਛਣਾ ਚਾਹਨੀ ਆ ਕਿ ਇਹ ਜਿਹੜਾ ਤੁਸੀਂ ਰਿਸ਼ਿਕਾਵਾਂ ਦਾ ਜ਼ਿਕਰ ਕੀਤਾ ਹੈ, ਇਹਦੇ ਉੱਤੇ ਥੋੜੀ ਜਿਹੀ ਹੋਰ ਰੋਸ਼ਨੀ ਪਾਓ। ਇਹਦੇ ਵਿੱਚ ਦੇਖੋ, ਜਦੋਂ ਅਸੀਂ ਰਿਸ਼ਿਕਾਵਾਂ ਦੀ ਗੱਲ ਕਰਦੇ ਨਾ, ਤਾਂ ਜਿਹੜੇ ਸਾਡੇ ਵੇਦਾਂਗ ਹੈ, ਵੇਦਾਂਗ ਦਾ ਮਤਲਬ ਜਿਹੜੇ ਵੇਦਾਂ ਨੂੰ ਸਮਝਾਉਣ ਵਾਲੇ ਅੱਗੇ ਉਹਦੇ ਹੋਰ ਅੰਗ ਹੈਗੇ ਹੈ, ਉਪਨਿਸ਼ਦ ਆ ਗਏ, ਬ੍ਰਾਹਮਣਕ ਹੋ ਗਏ, ਅਰਣਕਿਆ ਹੋ ਗਏ, ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਸਮਝਾਉਣ ਵਾਸਤੇ ਕਥਾਵਾਂ ਵੀ ਹੈ, ਕਹਾਣੀਆਂ ਵੀ ਹੈ। ਹੁਣ ਇੰਨੀ ਸਾਰੀਆਂ ਜਿਹੜੀ ਇੱਕ ਡਾਇਲੈਕਟੀਕਲ ਕਹਿ ਲਓ ਜਾਂ ਇੱਕ ਨਾ ਸੰਵਾਦੀ ਰੂਪ ਦੇ ਵਿੱਚ ਗਿਆਨ ਸਾਹਮਣੇ ਆਉਂਦਾ ਹੈ, ਅਤੇ ਉਹਦੇ ਵਿੱਚੋਂ ਹੁਣ ਰਿਸ਼ਿਕਾਵਾਂ ਤਾਂ ਕਈ ਹੈ, ਜਿਵੇਂ ਮੈਂ ਤੁਹਾਨੂੰ ਇੱਕ ਦੋ ਨਾਮ ਦੇ ਦਿੱਤੇ, ਮੈਤਰੇਈ ਜਾਂ ਗਾਰਗੀ। ਇਹ ਹੁਣ ਰਿਸ਼ਿਕਾਵਾਂ ਹੈ ਜਿਨ੍ਹਾਂ ਦਾ ਆਪਣਾ ਆਪਣਾ ਉਹਦੇ 'ਚ ਵਰਣਨ ਆਉਂਦਾ ਵੀ ਗਿਆਨ ਦੇ ਕਿਸ ਪੱਖ ਨੂੰ ਲੈ ਕੇ ਉਹ ਆਪਣੇ ਪਤੀ ਦੇ ਨਾਲ ਡਿਬੇਟ ਕਰਦੀ ਹੈ, ਜਿਹੜਾ ਕਿ ਹੋਰ ਵੱਡਾ ਰਿਸ਼ੀ ਹੈ, ਅਤੇ ਉਹਦੇ ਵਿੱਚ ਉਹ ਜਿੱਤਦੀ ਵੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੇ ਇੰਸੀਡੈਂਟਸ ਹੈ ਜਿਹੜੇ ਇਸ ਮਤਲਬ ਉਹਦੇ ਵਿੱਚ ਆ ਜਾਣਗੇ। ਜੇ ਮੈਂ ਕਹਾਂਗਾ ਤਾਂ ਨਾ ਬਹੁਤ ਮੇਰੇ ਖਿਆਲ ਡਿਸਕੋਰਸ ਦੂਜੇ ਪਾਸੇ ਚਲਿਆ ਜਾਏਗਾ ਅਤੇ ਲੰਬਾ ਹੋ ਜਾਏਗਾ, ਹੈ ਨਾ। ਇਸ ਕਰਕੇ ਮੈਂ ਚਾਹੁੰਦਾ ਸੀ ਕਿ ਫੋਕਸ ਰੱਖੀਏ, ਆਪਾਂ ਕਿਸੇ ਹੋਰ ਪ੍ਰੋਗਰਾਮ 'ਚ ਉਹਨੂੰ ਡਿਸਕਸ ਕੀਤਾ ਜਾ ਸਕਦਾ, ਪਰ ਹੈਗੇ ਰੈਫਰੈਂਸ। ਜੀ ਸ਼ੁਕਰੀਆ ਸਰ। ਹੋਰ ਕੋਈ ਬੱਚਾ ਅਗਰ ਕੁਝ ਪੁੱਛਣਾ ਚਾਹੇ ਤਾਂ? ਜਿਵੇਂ ਤੁਸੀਂ ਸਾਨੂੰ ਟੈਕਨੋਲੋਜੀ ਬਾਰੇ ਦੱਸਿਆ ਕਿ ਟੈਕਨੋਲੋਜੀ ਦੀ ਵਜ੍ਹਾ ਤੋਂ ਜੋ ਸਾਡਾ ਬ੍ਰੇਨ ਹੈ ਉਹ ਆਪਾਂ ਬਹੁਤ ਜ਼ਿਆਦਾ ਘੱਟ ਯੂਜ਼ ਕਰਦੇ ਆ, ਆਪਾਂ ਡਿਪੈਂਡ ਹੋ ਚੁੱਕੇ ਆ, ਐਡਿਕਟਿਡ ਹੋ ਚੁੱਕੇ ਆ ਟੈਕਨੋਲੋਜੀ 'ਤੇ, ਇੰਟਰਨੈਟ 'ਤੇ ਜੋ ਅੱਜ ਵੀ ਸਾਡੇ ਕੋਲ ਸੁਵਿਧਾਵਾਂ ਨੇ, ਤਾਂ ਆਪਾਂ ਉਹਨੂੰ ਕਿਵੇਂ
ਕਿਵੇਂ ਓਵਰਕਮ ਕਰ ਸਕਦੇ ਹਾਂ ਕਿ ਆਪਾਂ ਆਪਣੇ ਬ੍ਰੇਨ ਦਾ ਜ਼ਿਆਦਾ ਯੂਜ਼ ਕਰੀਏ, ਕਿਉਂਕਿ ਆਪਾਂ ਹੁਣ ਐਡਿਕਟਡ ਹੀ ਇੰਨੇ ਜ਼ਿਆਦਾ ਹੋ ਚੁੱਕੇ ਹਾਂ ਨਾ ਚੀਜ਼ਾਂ ਤੋਂ। ਠੀਕ ਹੈ, ਇਹਦਾ ਮੈਂ ਜਵਾਬ ਤੁਹਾਨੂੰ ਬਹੁਤ ਨਾ ਗੁਰਬਾਣੀ ਦੇ ਵਿੱਚੋਂ ਹੀ ਬਹੁਤ ਸਰਲ ਹੈ, ਕਿਉਂਕਿ ਜਿਹੜਾ ਸਾਡਾ ਸਮਾਜ ਦੀ ਬਣਤਰ ਹੈ ਉਹ ਜਿਸ ਨੂੰ ਅਸੀਂ ਡਿਵੈਲਪਮੈਂਟ ਕਹਿ ਦਿੰਦੇ ਹਾਂ, ਉਹ ਹੌਲੀ ਹੌਲੀ ਹਮੇਸ਼ਾ ਹੀ ਮੈਟੀਰੀਅਲਿਸਟਿਕ ਯੁੱਗ ਵਾਲੇ ਪਾਸੇ ਜਾਂਦੀ ਰਹੀ ਹੈ। ਪਰ ਸਾਡੀ ਜਿਹੜੀ ਇਸ ਦੁਨੀਆ ਬਾਰੇ ਡੈਫੀਨੇਸ਼ਨ ਹੈ ਨਾ, ਉਹ ਬੜੀ ਇੰਟਰਸਟਿੰਗ ਹੈ। ਉਹ ਕਹਿੰਦੇ ਵੀ ਜਿਹੜਾ ਪੂਰਾ ਸੰਸਾਰ ਹੈ ਨਾ, ਇਹ ਮਾਇਆ ਹੈ। ਇੱਕ ਬ੍ਰਹਮ ਦਾ ਜਿਹੜਾ ਮੈਨੀਫੈਸਟੇਸ਼ਨ ਹੈ ਨਾ, ਜਿਹੜਾ ਪ੍ਰਗਟ ਰੂਪ ਹੈ, ਉਹ ਜਗਤ ਇੱਕ ਮਾਇਆ ਹੈ। ਤੁਸੀਂ ਇਹਦੇ ਵਿੱਚ ਕਿਵੇਂ ਰਹਿਣਾ ਹੈ, ਗੱਲ ਇਹ ਹੈ। ਹੁਣ ਉਸ ਮਾਇਆ ਜਾਂ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਰੋਜ਼ ਨਵੀਆਂ ਨਵੀਆਂ ਕਾਢਾਂ ਆਉਂਦੀਆਂ, ਨਵੀਆਂ ਨਵੀਆਂ ਚੀਜ਼ਾਂ ਆਉਂਦੀਆਂ, ਔਰ ਨਵੀਂ ਨਵੀਂ ਟੈਕਨੋਲੋਜੀ ਆਉਂਦੀ ਹੈ, ਅਨਐਂਡਿੰਗ ਹੈ, ਆਉਂਦੀ ਰਹੇਗੀ। ਪਰ ਇਹ ਅਸਰ ਕਿੱਥੇ ਕਰਦੀ ਹੈ? ਇਹ ਤੁਹਾਡੇ ਮਨ ਦੇ ਉੱਤੇ, ਤੁਹਾਡੇ ਵਿਚਾਰਾਂ ਦੇ ਉੱਤੇ ਅਸਰ ਕਰਦੀ ਹੈ। ਸੋ ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣੇ ਮਨ ਔਰ ਵਿਚਾਰ ਨੂੰ ਤਾਂ ਸਾਧ ਸਕਦੇ ਹਾਂ, ਉਸ ਟੈਕਨੋਲੋਜੀ ਨੂੰ ਨਹੀਂ ਸਾਧ ਸਕਦੇ। ਟੈਕਨੋਲੋਜੀ ਆ ਰਹੀ ਹੈ ਜਿੱਥੇ ਸਾਡੇ ਰੋਜ਼ਮर्रा ਦੇ ਜੀਵਨ ਵਾਸਤੇ ਜ਼ਰੂਰੀ ਹੈ, ਉਹਨੂੰ ਯੂਜ਼ ਕਰੋ, ਨਾ ਕਿ ਟੈਕਨੋਲੋਜੀ ਤੁਹਾਨੂੰ ਯੂਜ਼ ਕਰੇ। ਇਹ ਚੇਤਨਾ ਹੁੰਦੀ ਹੈ, ਇਸ ਚੇਤਨਾ ਦਾ ਜ਼ਰੂਰੀ ਹੈ। ਅਤੇ ਜਦੋਂ ਕਹਿੰਦੇ ਆ ਗੁਰੂ ਸਾਹਿਬ ਕਿ ਕਿਵੇਂ ਕੰਡਕਟ ਕਰਨਾ ਹੈ, ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੈਸਾਣੀ, ਵੀ ਇਸ ਜਗਤ ਦੇ ਵਿੱਚ ਇਸ ਜਿਹੜਾ ਹਾਈਪਰ ਰਿਐਲਿਟੀ, ਐਕਸਟ੍ਰੀਮ ਮੈਟੀਰੀਅਲਿਸਟਿਕ ਯੁੱਗ ਜਿਹੜਾ ਇਸ ਟਾਈਮ ਚੱਲ ਰਿਹਾ, ਜੇ ਅਸੀਂ ਉਹਦੇ ਵਿੱਚ ਆਪਣੇ ਆਪ ਨੂੰ ਫ੍ਰੀ ਹੈਂਡ ਛੱਡ ਹੀ ਦੇਵਾਂਗੇ ਫਲੋ ਕਰਨ ਵਾਸਤੇ, ਤਾਂ ਅਸੀਂ ਡੈਫੀਨੇਟਲੀ ਡੁੱਬ ਜਾਵਾਂਗੇ, ਅਸੀਂ ਕਿਤੇ ਵੀ ਨਹੀਂ ਪਹੁੰਚਾਂਗੇ। ਪਰ ਜੇ ਸਾਨੂੰ ਇਹ ਚੇਤਨਾ ਆ ਜੇ ਕਿ ਇਹ ਸਾਰਾ ਮਾਇਆ ਮੋਹਿਨੀ ਹੈ, ਮਾਇਆ ਮੋਹਿਨੀ ਦਾ ਮਤਲਬ ਹੁੰਦਾ ਹੈ ਕਿ ਇਹ ਤੁਹਾਨੂੰ ਮੋਹ ਲੈਣੀ, ਤੁਹਾਨੂੰ ਬੜੀ ਮਤਲਬ ਖਿੱਚਦੀ ਹੈ। ਔਰ ਇਸ ਖਿੱਚ ਨੂੰ ਜੇ ਤੁਸੀਂ ਜਾਣ ਗਏ ਕਿ ਇਹ ਮਾਇਆ ਔਰ ਖਿੱਚੇਗੀ, ਉਸ ਚੇਤਨਾ ਦੇ ਨਾਲ ਹੀ ਤੁਸੀਂ ਆਪਣੇ ਆਪ ਨੂੰ ਡਿਸਟੈਂਸ ਰੱਖ ਸਕਦੇ ਹੋ, ਇਹਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਇੱਕ ਜਿਵੇਂ ਇੱਕ ਸਾਗਰ ਹੈ, ਔਰ ਇਹ ਜਦੋਂ ਤੁਸੀਂ ਪੈਦਾ ਹੋਏ ਹੋ ਤਾਂ ਇਸ ਜਗਤ ਦੇ ਵਿੱਚ ਹੀ ਰਹਿਣਾ। ਤਾਂ ਹੀ ਪੁਰਸ਼ਾਰਥ ਦੀ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਅਰਥਾਚਾਰ ਹੈ ਔਰ ਕਾਮਨਾਵਾਂ ਹੈ, ਉਹ ਅਸੀਂ ਧਰਮ ਦੇ ਨਾਲ ਕੰਡਕਟ ਕਰਾਂਗੇ ਤਾਂ ਹੀ ਮੋਕਸ਼ ਮਿਲੂਗਾ। ਇਹ ਉਹੀ ਚੀਜ਼ ਹੈ। ਔਰ ਉਸੇ ਚੀਜ਼ ਨੂੰ ਕਿਹਾ ਕਿ ਅਸੀਂ ਇੱਕ ਮੁਰਗਾਬੀ ਦੀ ਤਰ੍ਹਾਂ, ਜਿਹੜੀ ਬੱਤਖ ਹੁੰਦੀ ਹੈ ਮੰਨ ਲਓ, ਉਹ ਪਾਣੀ ਦੇ ਵਿੱਚ ਰਹਿੰਦੀ ਵੀ ਹੈ, ਪਰ ਉਹਨੂੰ ਅਸੀਂ ਇਹ ਨਹੀਂ ਕਹਦੀ ਵੀ ਉਹ ਗਿੱਲੀ ਹੋ ਗਈ ਹੈ ਜਾਂ ਭਿੱਜ ਗਈ ਹੈ, ਲੇਕਿਨ ਉਹਦਾ ਪਾਣੀ ਦੇ ਵਿੱਚ ਰਹਿਣਾ ਉਹਦਾ ਜੀਵਨ ਹੈ। ਉਸ ਤੋਂ ਬਾਹਰ ਉਹ ਸਰਵਾਈਵ ਨਹੀਂ ਕਰ ਸਕੇਗੀ। ਸੋ ਮਨੁੱਖ ਦਾ ਇਸ ਜਗਤ ਦੇ ਵਿੱਚ ਰਹਿਣਾ, ਇਹਦੀ ਇਸ ਟਾਈਮਡ ਐਗਜ਼ਿਸਟੈਂਸ, ਜਨਮ ਤੋਂ ਮ੍ਰਿਤਿੂ ਤੱਕ ਦਾ ਜਿਹੜਾ ਸਮਾਂ ਹੈ, ਉਹ ਇਸ ਜਗਤ ਦੇ ਵਿੱਚ ਰਹਿਣਾ, ਇਹਦੇ ਵਾਸਤੇ ਦੂਸਰਾ ਕੋਈ ਵਿਕਲਪ ਨਹੀਂ ਹੈ। ਅਤੇ ਇਹਦੇ ਵਿੱਚ ਜੇ ਰਹਿਣਾ ਤਾਂ ਸਾਨੂੰ ਉਸ ਤਰ੍ਹਾਂ ਰਹਿਣਾ ਚਾਹੀਦਾ, ਨਿਰਲੇਪਤਾ ਦੇ ਨਾਲ। ਅਸੀਂ ਹਰ ਚੀਜ਼ ਦੇ ਵਿੱਚ ਮੋਹ ਦੇ ਵਿੱਚ ਨਾ ਪਈਏ। ਇਹ ਜਵਾਬ ਜਿਹੜਾ ਨਾ, ਇਸੇ ਤੁਹਾਡੇ ਕੁਐਸਚਨ ਦਾ ਹੀ ਜਵਾਬ ਹੈ ਸਰਲ ਹੈ, ਲੇਕਿਨ ਇਸ ਨੂੰ ਆਤਮਸਾਤ ਕਰਨਾ, ਰੀਅਲਾਈਜੇਸ਼ਨ 'ਚ ਲਿਆਉਣਾ ਇੱਕ ਉਮਰ ਤੋਂ ਬਾਅਦ ਹੀ ਆਉਂਦਾ। ਜਦੋਂ ਤੁਸੀਂ ਉਸ ਸਾਗਰ ਦੇ ਵਿੱਚੋਂ ਨਿਕਲੋਗੇ ਤਾਂ ਆਉਂਦਾ। ਬਿਨਾਂ ਤੈਰੇ, ਬਿਨਾਂ ਉਹਦੇ ਵਿੱਚ ਵੜੇ ਸਿਰਫ ਅਨੁਭਵ ਨਹੀਂ ਕਰ ਸਕਦੇ, ਤੁਸੀਂ ਸਿਰਫ ਦੇਖ ਸਕਦੇ ਹੋ। शुक्रिया सर, थैंक यू सर। बहुत बहुत शुक्रिया। ਹੋਰ ਕੋਈ ਬੱਚਾ ਅਗਰ ਕੁਝ ਪੁੱਛਣਾ ਚਾਹੇ, ਕੋਈ ਸਵਾਲ ਕਰਨਾ ਚਾਹੇ ਅੱਜ ਦੇ ਲੈਕਚਰ ਦੇ ਰਿਗਾਰਡਿੰਗ? आई थिंक सर और कोई सवाल नहीं है।